ਇਹ ਖੇਤ ਸਾਡੇ ਪੜਦਾਦਿਆਂ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ। ਓਏ ਉੱਚੇ ਨੀਵੇਂ ਟਿੱਬੇ ਸੀ ਜਿਹੜੇ ਬਲਦਾਂ ਦੇ ਨਾਲ ਵਾਹੇ ਨੇ। ਹੱਕ ਅੜ ਕੇ ਆਪੇ ਲੈ ਲਾਂਗੇ, ਤੇਰੇ ਤਰਲੇ ਤੁਰਲੇ ਕੱਢਦੇ ਨੀ। ਓਏ ਜ਼ਮੀਨ ਜੱਟਾਂ ਦੀ ਐ ਤੇ ਜੱਟ ਛੱਡਦੇ ਨੀ, ਜੱਟ ਛੱਡਦੇ ਨੀ। ਉਹ ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ। ਉਹ ਹੱਕ ਤਾਂ ਲੈ ਕੇ ਛੱਡਾਂਗੇ, ਉਹ ਭਾਵੇਂ ਚੱਕਣਾ ਅਸਲਾ ਪੈ ਜੇ। ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ। ਹੱਕ ਤਾਂ ਲੈ ਕੇ ਛੱਡਾਂਗੇ, ਭਾਵੇਂ ਚੱਕਣਾ ਅਸਲਾ ਪੈ ਜੇ। ਪਹਿਲਾਂ ਠੇਕੇ ਵੱਧ ਚਕਾ ਕੇ ਪਿੱਛੋਂ ਝੱਗਾ ਚੱਕ ਦੇਣਗੇ। ਰੋਲ ਮੱਕਾ ਤਾੜਤੀਏ ਦਾ ਜੜ ਤੋਂ ਜੱਟ ਨੂੰ ਪੱਟ ਦੇਣਗੇ। ਉਹ ਇਕੱਠੇ ਕਰ ਲੈ ਆਪਣੇ ਯਾਰ, ਭਾਵੇਂ 10 ਨੇ ਭਾਵੇਂ 4। ਉਹ ਜੱਟਾ ਤਕੜਾ ਹੋ ਜਾ। ਉਹ ਸੈਂਟਰ ਦੀ ਸਰਕਾਰ ਰਹੀ ਸਦਾ ਜੱਟਾਂ ਲਈ ਗਦਾਰ। ਉਹ ਜੱਟਾ ਤਕੜਾ ਹੋ ਜਾ। ਆ ਜਾ ਸੜਕ ਤੇ ਧਰਨੇ ਮਾਰ, ਲੜਾਈ ਛਿੜ ਪੀ ਯਾਰ ਜਾਂ ਬਾਹਰ। ਹੋ ਜੱਟਾ ਤਕੜਾ ਹੋ ਜਾ। ਸੈਂਟਰ ਦੀ ਸਰਕਾਰ ਰਹੀ ਜ਼ਿਮੀਂਦਾਰਾਂ ਲਈ ਗਦਾਰ। ਹੋ ਜੱਟਾ ਤਕੜਾ ਹੋ ਜਾ। ਜ਼ਮੀਨਾਂ ਖੋਣ ਨੂੰ ਫਿਰਦੇ ਨੇ, ਉਹ ਖੇਤੀਬਾੜੀ ਦੇ ਵਿੱਚ ਪ੍ਰਾਈਵੇਟ ਸੈਕਟਰ ਲਿਆਉਣ ਨੂੰ ਫਿਰਦੇ ਨੇ। ਤੇ ਸਾਡਿਆਂ ਖੇਤਾਂ ਵਿੱਚ ਸਾਨੂੰ ਮਜ਼ਦੂਰ ਬਣਾਉਣ ਨੂੰ ਫਿਰਦੇ ਨੇ। ਓਏ ਆ ਜੋ ਇੱਕ ਦੂਜੇ ਨਾਲ ਖੜੀਏ, ਲੀਡਰਾਂ ਉੱਤੇ ਯਕੀਨ ਨਾ ਕਰੀਏ। ਸੋਸ਼ਲ ਮੀਡੀਆ ਛੱਡ ਕੇ ਜੱਸਿਆ ਆ ਜਾ ਵਿੱਚ ਮੈਦਾਨੇ ਅੜੀਏ। ਅੱਗੇ ਹੋ ਕੇ ਨਾਰਾ ਮਾਰ, ਬਾਬਾ ਆਪੇ ਲਾਊ ਪਾਰ। ਉਹ ਜੱਟਾ ਤਕੜਾ ਹੋ ਜਾ। ਉਹ ਸੈਂਟਰ ਦੀ ਸਰਕਾਰ ਰਹੀ ਸਦਾ ਜੱਟਾਂ ਲਈ ਗਦਾਰ। ਉਹ ਜੱਟਾ ਤਕੜਾ ਹੋ ਜਾ। ਆ ਜਾ ਸੜਕ ਤੇ ਧਰਨੇ ਮਾਰ, ਲੜਾਈ ਛਿੜ ਪੀ ਯਾਰ ਜਾਂ ਬਾਹਰ। ਹੋ ਜੱਟਾ ਤਕੜਾ ਹੋ ਜਾ। ਸੈਂਟਰ ਦੀ ਸਰਕਾਰ ਰਹੀ ਜ਼ਿਮੀਂਦਾਰਾਂ ਲਈ ਗਦਾਰ। ਹੋ ਜੱਟਾ ਤਕੜਾ ਹੋ ਜਾ। ਜ਼ਮੀਨਾਂ ਖੋਣ ਨੂੰ ਫਿਰਦੇ ਨੇ। ਕਿਸਾਨ ਏਕਤਾ ਇਹ ਜਿਹੜਾ ਪ੍ਰੋਗਰਾਮ ਆ, ਕਿਸਾਨ ਮਜ਼ਦੂਰ ਹੱਟੀਆਂ ਵਾਲੇ ਸਾਰੇ ਜਿੰਨੇ ਵੀ ਆ, ਇਹ ਸਾਰਿਆਂ ਦਾ ਆ। ਇਹ ਇੱਕ ਦਾ ਨਹੀਂ। ਜੇ ਸਾਡੇ ਕਿਸਾਨ ਸਾਡੀਆਂ ਜੜ੍ਹਾਂ ਆ, ਜੇ ਸਾਡੀਆਂ ਜੜ੍ਹਾਂ ਹੀ ਕੱਟ ਦਿਓਗੇ ਤੇ ਸਾਡੇ ਪੱਤਿਆਂ ਦਾ ਕੀ ਬਣੂਗਾ। ਇਸ ਲਈ ਇਹ ਇੱਕ ਬੰਦੇ ਦਾ ਨਹੀਂ ਕੰਮ ਹੈਗਾ, ਇਹ ਸਾਰਿਆਂ ਦਾ ਕੰਮ ਆ। ਹੁਣ ਮੈਂ ਕਹੂੰਗਾ ਭਾਈ ਮਨਜੀਤ ਸਿੰਘ ਜੀ ਨੂੰ, ਤੇ ਇਹ ਤੋਂ ਮੇਰੇ ਵਿਚਾਰ ਨਾਲ ਇਹਨਾਂ ਤੋਂ ਵਧੀਆ ਇਸ ਮੁੱਦੇ ਤੇ ਹੋਰ ਕੋਈ ਚਾਨਣਾ ਨਹੀਂ ਪਾ ਸਕਦਾ। ਤੇ ਹਾਂਜੀ, ਬੋਲੇ ਸੋ ਨਿਹਾਲ, ਸ੍ਰੀ ਅਕਾਲ। ਭਾਈ ਮਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜ ਜਕਾਰੇ ਛੱਡ ਦਈਏ। ਆਹ ਦਿਨ ਵੀ ਬੜੇ ਸਾਡੇ ਵਾਸਤੇ ਅਹਿਮ ਚੱਲ ਰਹੇ ਹਨ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦਿਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਆਨੰਦਗੜ੍ਹ ਕਿਲ੍ਹੇ ਦੇ ਅੰਦਰ ਫੌਜਾਂ ਦੇ ਸਮੇਤ 8 ਮਹੀਨੇ ਤੋਂ ਅੰਦਰ ਹਨ। ਸੋ ਆਓ ਪਹਿਲਾਂ ਆਪਾਂ ਪੰਜ ਬੋਲੇ ਸੋ ਨਿਹਾਲ ਦੇ ਜਕਾਰੇ ਛੱਡ ਕੇ ਫਿਰ ਪ੍ਰਾਰੰਭ ਕਰਨੀ ਆ, ਕਿਉਂਕਿ ਪੰਜ ਪ੍ਰਵਾਨ ਪੰਜ ਪ੍ਰਧਾਨ ਤਾਂ ਹੀ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਆਏ ਹੋਏ ਵੀਰ ਭਰਾ, ਭੈਣਾਂ, ਧੀਆਂ, ਮਾਵਾਂ, ਬੱਚੇ, ਬਜ਼ੁਰਗ, ਜਿੰਨੇ ਵੀ ਇਸ ਕਿਸਾਨ ਏਕਤਾ ਅੰਦੋਲਨ ਦੇ ਵਿੱਚ ਆਏ ਹੋ, ਆਇਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਇੱਕ ਦਰਦ ਹੈ
ਇੱਕ ਪੀੜਾ ਹੈ, ਉਸ ਪੀੜਾ ਨੂੰ ਸਮਝਦੇ ਹੋਏ ਤੁਸੀਂ ਇਸ ਧਰਤੀ ਦੇ ਉੱਤੇ, ਜਰਮਨ ਦੀ ਧਰਤੀ ਦੇ ਉੱਤੇ ਭਾਰਤ ਦੀ ਕਿਸਾਨਾਂ ਦੀ, ਮਜ਼ਦੂਰਾਂ ਦੀ ਪੀੜਾ ਨੂੰ ਸਮਝਦੇ ਹੋਏ ਆਪਣਾ ਕੀਮਤੀ ਸਮਾਂ ਕੱਢ ਕੇ ਇਕੱਤਰ ਹੋਏ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਡੇ ਦੇ ਵਿੱਚ ਇੱਕ ਪਿਰਤ ਪਈ ਹੋਈ ਆ, ਅਸੀਂ ਕਦੀ ਸਹਿ ਨੂੰ ਨਹੀਂ ਰੋਏ, ਅਸੀਂ ਹਮੇਸ਼ਾ ਪੈਸੇ ਨੂੰ ਰੋਂਦੇ ਆ। ਇੱਕ ਵਾਰੀ ਇੱਕ ਕਿਸਾਨ ਦੇ ਖੇਤ ਦੇ ਵਿੱਚੋਂ ਇੱਕ ਸਹਿਆ ਭੱਜ ਗਿਆ ਤੇ ਕਿਸਾਨ ਉਹਦੇ ਮਗਰ ਹੋ ਤੁਰਿਆ। ਉਹਨੂੰ ਕੋਈ ਕਹਿਣ ਲੱਗਾ ਵੀ ਸਹਿਆ ਜਾਂ ਤੂੰ ਕਿਉਂ ਮਗਰ ਭੱਜਿਆ, ਜਾਣਦੇ ਹੋ ਤਾਂ ਚਲੇ ਗਿਆ। ਕਹਿੰਦਾ ਮੈਂ ਸਹਿ ਨੂੰ ਨਹੀਂ ਰੋਂਦਾ, ਮੈਂ ਤਾਂ ਪੈਸੇ ਨੂੰ ਰੋਂਦਾ। ਜੇ ਅੱਜ ਸਹਿਆ ਲੰਘ ਗਿਆ, ਕੱਲ ਨੂੰ ਹਿਰਨ ਨੇ ਲੰਘ ਜਾਣਾ, ਪਰਸੋਂ ਨੂੰ ਗਿੱਦੜਾਂ ਨੇ ਲੰਘ ਜਾਣਾ, ਫਿਰ ਕੁੱਤਿਆਂ ਨੇ ਲੰਘ ਜਾਣਾ, ਬਿੱਲਿਆਂ ਨੇ ਲੰਘ ਜਾਣਾ, ਇੱਥੇ ਰਸਤਾ ਬਣ ਜਾਣਾ। ਮੇਰੇ ਤਾਂ ਖੇਤ ਦੀ ਸਾਰੀ ਫਸਲ ਬਰਬਾਦ ਹੋ ਜਾਣੀ। ਆਪਾਂ ਸਾਰੇ ਅੱਜ ਉਸ ਪੈਸੇ ਨੂੰ ਰੋਣ ਦੇ ਵਾਸਤੇ ਇਕੱਤਰ ਹੋਏ ਆ ਕਿ ਜਿਹੜੇ ਭਾਰਤ ਦੀ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਹਨ ਸਿੱਖਾਂ ਦੇ ਵਾਸਤੇ। ਮੰਡੀਕਰਨ ਦਾ ਕਾਨੂੰਨ, ਵਪਾਰ ਦਾ ਕਾਨੂੰਨ, ਅਤੇ ਜਿਹੜਾ ਸਾਰਿਆਂ ਤੋਂ ਜ਼ਿਆਦਾ ਖਤਰਨਾਕ ਕਾਨੂੰਨ ਸਾਡੇ ਵਾਸਤੇ ਇਹ ਬਣਿਆ। ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਬੜੀਆਂ ਖਬਰਾਂ ਹਰ ਰੋਜ਼ ਸੁਣਦੇ ਹੋ। ਅਤੇ ਸਾਡੇ ਵਾਸਤੇ ਇਹ ਇੱਕ ਕਾਨੂੰਨ ਸਾਰਿਆਂ ਤੋਂ ਜ਼ਿਆਦਾ ਖਤਰਨਾਕ ਇਹ ਬਣਿਆ ਕਿ ਜ਼ਮੀਨ ਸਾਡੀ, ਉਸ ਜ਼ਮੀਨ ਦੇ ਉੱਤੇ ਖੇਤੀ ਕੋਈ ਹੋਰ ਕਰੇਗਾ ਆ ਕੇ, ਉਹ ਖੇਤੀ ਕਰਨਗੇ ਅਮੀਰ ਘਰਾਣੇ 5 ਜਾਂ 10,000 ਏਕੜ ਦਾ ਇੱਕ ਪਲਾਟ ਬਣਾਉਣਗੇ ਅਤੇ ਉਹ ਸਾਤੋਂ ਇੱਕ ਐਗਰੀਮੈਂਟ ਲਿਖਾਉਣਗੇ। ਉਸ ਐਗਰੀਮੈਂਟ ਦੇ ਵਿੱਚ ਇਹ ਲਿਖਿਆ ਹੋਵੇਗਾ ਕਿ ਇਹ ਜਿਹੜੇ ਵਪਾਰੀ ਨੇ ਤੁਹਾਡੀ ਫਸਲ ਖਰੀਦਣੀ ਆ ਉਹਦੇ ਮੁਤਾਬਕ ਤੁਹਾਨੂੰ ਫਸਲ ਬੀਜਣੀ ਪਵੇਗੀ, ਤਾਂ ਵੀ ਕੋਈ ਨਾ। ਅਤੇ ਫਿਰ ਇਹ ਵੀ ਲਿਖਿਆ ਹੋਵੇਗਾ ਕਿ ਉਸ ਵਪਾਰੀ ਨੇ ਆਪਣੇ ਹਿਸਾਬ ਦੇ ਮੁਤਾਬਕ ਉਹ ਫਸਲ ਖਰੀਦਣੀ ਆ। ਜੇ ਉਹਨੂੰ ਚੰਗਾ ਲੱਗਾ ਤਾਂ ਉਹ ਖਰੀਦੂਗਾ, ਨਹੀਂ ਤਾਂ ਤੁਹਾਨੂੰ 5,000 ਕੁਆਂਟਲ ਦੀ ਫਸਲ ਨੂੰ ਤੁਹਾਡੇ ਕੋਲੋਂ 1000 ਨੂੰ ਵੀ ਲੈ ਸਕਦਾ। ਜਿਵੇਂ ਆਪਾਂ ਦੇ ਨਾਲ ਆਲੂਆਂ ਦਾ ਹਾਲ ਹੁੰਦਾ, ਸਬਜ਼ੀ ਦਾ ਹਾਲ ਹੁੰਦਾ। ਉਹੀ ਮਟਰ ਹੁੰਦੇ 120 ਰੁਪਏ ਕਿਲੋ ਤੇ ਉਹਨਾਂ ਮਟਰਾਂ ਨੂੰ ਕੋਈ 10 ਰੁਪਏ ਕਿਲੋ ਨਹੀਂ ਪੁੱਛਦਾ। ਇਹ ਹਾਲ ਸਾਡੀ ਸਾਰੀ ਫਸਲ ਦਾ ਹੋ ਜਾਣਾ। ਉਹ ਤੋਂ ਅਗਲਾ ਜਿਹੜਾ ਸਾਡਾ ਸਾਰਿਆਂ ਤੋਂ ਸਾਡੇ ਵਾਸਤੇ ਕਾਨੂੰਨ ਇਹ ਕੀ ਹੋਵੇਗਾ, ਉਹ ਜਿਸ ਵਪਾਰੀ ਨੇ ਸਾਡੇ ਨਾਲ ਐਗਰੀਮੈਂਟ ਕਰਕੇ ਸਾਡੀ ਜ਼ਮੀਨ ਲੈਣੀ ਆ ਕਿ ਮੈਂ ਫਸਲ ਬੀਜੂੰਗਾ, ਮੈਂ ਬਜਾਊਂਗਾ, ਮੈਂ ਖਰੀਦੂੰਗਾ, ਉਹ ਵਪਾਰੀ ਸਾਡੀ ਜ਼ਮੀਨ ਨੂੰ ਬੈਂਕ ਵਿੱਚ ਰੱਖ ਕੇ ਆਪਣੀ ਲਿਮਟ ਬਣਾ ਸਕਦਾ ਤੇ ਕਰਜ਼ਾ ਚੁੱਕ ਸਕਦਾ। ਉਦੋਂ ਕਰਜ਼ਾ ਨਾ ਮੁੜੇ ਉਹ ਦੌੜ ਸਕਦਾ ਤੇ ਸਾਡੀ ਕੋਈ ਸੁਣਵਾਈ ਨਹੀਂ। ਵੱਧ ਤੋਂ ਵੱਧ ਅਸੀਂ SDM ਤੱਕ ਜਾ ਸਕਦੇ ਹਾਂ। ਉਹ ਸਾਡੀ ਜ਼ਮੀਨ ਦਾ ਆਖਰ ਕੀ ਹੋਣਾ, ਉਹ ਨਿਲਾਮ ਹੋ ਜਾਣੀ ਆ। ਸਾਡੇ ਕੋਲ ਉਨੇ ਦੀ ਜ਼ਮੀਨ ਨਹੀਂ ਹੋਣੀ ਜਿੰਨਾ ਸਾਡੇ ਸਿਰ ਕਰਜ਼ਾ ਹੋ ਜਾਣਾ। ਅਸੀਂ ਜ਼ਮੀਨ ਛੱਡ ਕੇ, ਆਪਣੇ ਪਸ਼ੂ ਪਾ ਵੇਚ ਕੇ, ਆਪਣੀਆਂ ਮਸ਼ੀਨਰੀਆਂ ਵੇਚ ਕੇ, ਆਪਣੇ ਘਰ-ਬਾਰ ਵੇਚ ਕੇ ਵੀ ਉਹ ਕਰਜ਼ਾ ਅਸੀਂ ਲਾਹ ਨਹੀਂ ਸਕਣਾ। ਸਾਡਾ ਸਾਰਿਆਂ ਤੋਂ ਵੱਡੇ ਦੁੱਖ ਦੀ ਗੱਲ ਇਹ ਆ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੰਨੇ ਕਰਜ਼ਾਈ ਕਰ ਦੇਣਾ, ਬਾਲ ਕਰਜ਼ਾਈ ਕਰ ਦੇਣਾ, ਜੇਕਰ ਅੱਜ ਅਸੀਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਕਰਾਉਂਦੇ। ਇਹ ਕਾਲੇ ਕਾਨੂੰਨ ਵਾਪਸ ਕਰਾਉਣ ਦੇ ਵਾਸਤੇ ਅਸੀਂ ਇੱਥੇ ਹੁਣ ਇਕੱਤਰ ਹੋਏ ਆ। ਸਿਰਫ ਅਸੀਂ ਹੀ ਨਹੀਂ ਇਕੱਤਰ ਹੋਏ। ਮੈਂ ਕੱਲ ਖਬਰ ਪੜ੍ਹੀ ਆ, 192 ਦੇਸ਼ਾਂ ਦੇ ਮੰਤਰੀ ਦਿੱਲੀ ਜਾ ਰਹੇ ਹਨ ਕਿ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਕਰੋ। ਇੱਕ ਸਾਨੂੰ ਹੋਰ ਬੜਾ ਕਿਸਾਨਾਂ ਨੂੰ ਕਿਹਾ ਜਾਂਦਾ। ਇੱਥੇ ਹੁਣ ਆਪਾਂ ਸਾਰੇ ਇੱਕ ਸੰਗਤ ਦੇ ਰੂਪ ਵਿੱਚ ਇਕੱਤਰ ਹਾਂ। ਸਾਰੇ ਤਰ੍ਹਾਂ ਦੇ ਲੋਕ, ਦੁਕਾਨਦਾਰ ਵੀ ਹਨ, ਵਪਾਰੀ ਵੀ ਹਨ, ਕਿਸਾਨ ਵੀ ਹਨ, ਮਜ਼ਦੂਰ ਵੀ ਹਨ। ਇੱਕ ਸਾਨੂੰ ਜ਼ਿਆਦਾਤਰ ਕਿਸਾਨਾਂ ਨੂੰ ਇਹ ਕਿਹਾ ਜਾਂਦਾ ਕਿ ਜੱਟ ਬੂਟ ਇਹਨਾਂ ਨੂੰ ਪਤਾ ਨਹੀਂ। ਅਸਲੀਅਤ ਗੱਲ ਆ, ਇਹਨਾਂ ਨੂੰ ਅਕਲ ਘੱਟ ਆ, ਜੱਟ ਬੂਟ ਆ ਇਹਨਾਂ ਨੂੰ ਪਤਾ ਨਹੀਂ। ਇਹ ਆਮ ਗੱਲ ਕਹੀ ਜਾਂਦੀ ਆ। ਇੱਕ ਹੋਰ ਮੈਂ ਰਾਤੀ ਬੈਠੇ ਨੇ ਸੋਚਿਆ ਵੀ ਸਾਨੂੰ ਕਿਉਂ ਕਹਿੰਦੇ ਵੀ ਯਾਰ ਜੱਟ ਦਾ ਐਡਾ ਜੱਟ ਬੂਟ ਆ। ਇਹ ਲਓ ਜੀ, ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ। ਭੇਲੀ ਬਣਾਉਣ ਨੂੰ ਉਹਦੀ ਮਿਹਨਤ ਕਿੰਨੀ ਆਉਂਦੀ ਆ। ਪਹਿਲਾਂ ਗੰਨਾ ਉਗਾਊਗਾ,
ਫਿਰ ਉਹਨੂੰ ਗੰਨੇ ਨੂੰ ਪਾਲੂਗਾ, ਪਾਲ ਕੇ ਫਿਰ ਉਹਨੂੰ ਲਿਆ ਕੇ ਬੇਲਣੇ ਤੇ ਪੀੜ ਕੇ ਫਿਰ ਉਹਨੂੰ ਕੜਾਹੇ 'ਚ ਬਣਾ ਕੇ ਉਹਦੀ ਭੇਲੀ ਤਾਂ ਦੇ ਦਊਗਾ, ਪਰ ਉਹ ਗੰਨਾ ਨਹੀਂ ਦਿੰਦਾ। ਇਹਦੇ ਵਿੱਚ ਜੱਟ ਬੂਟ ਵਾਲੀ ਗੱਲ ਨਾ ਸਮਝੋ, ਇਹਦੇ ਵਿੱਚ ਇੱਕ ਬਹੁਤ ਵੱਡਾ ਸਾਇੰਟੀਫਿਕ ਉਹਦਾ ਪੁਆਇੰਟ ਆ। ਉਹ ਕਿਹੜਾ ਪੁਆਇੰਟ ਆ? ਉਹ ਜੇ ਸਾਡੇ ਕੋਲ ਮੂਰਖੋ ਗੰਨਾ ਹੀ ਨਾ ਰਿਹਾ ਤਾਂ ਅਸੀਂ ਭੇਲੀ ਕਿੱਥੋਂ ਬਣਾਵਾਂਗੇ? ਅਸੀਂ ਗੰਨਾ ਨਹੀਂ ਉੱਜਣ ਦੇਣਾ ਆਪਣਾ, ਭੇਲੀ ਸਾਡੀ ਬਣੇ ਨਾ ਬਣੇ ਭੇਲੀ ਬਣਾਵਾਂਗੇ ਬਾਅਦ ਦੇ ਵਿੱਚ, ਪਰ ਅਸੀਂ ਆਪਣੇ ਗੰਨੇ ਨੂੰ ਬਚਾਉਣ ਦੇ ਵਾਸਤੇ ਜਿਸ ਜ਼ਮੀਨ ਦੇ ਵਿੱਚ ਅਸੀਂ ਗੰਨਾ ਪੈਦਾ ਕਰਨਾ, ਉਹ ਜ਼ਮੀਨ ਨੂੰ ਅਸੀਂ ਬਚਾਉਣ ਦੇ ਵਾਸਤੇ ਅਸੀਂ ਸਾਰੇ ਇਕੱਤਰ ਹੋਏ। ਤੁਹਾਨੂੰ ਸਾਰਿਆਂ ਨੂੰ ਬੜੀ ਪੀੜਾ ਹੈ ਉਸ ਧਰਤੀ ਦੀ, ਕਿਉਂਕਿ ਆਪਾਂ ਸਾਰੇ ਉਸ ਧਰਤੀ ਦੇ ਨਾਲ ਜੁੜੇ ਹੋਏ ਆ। ਇੱਕ ਗੱਲ ਮੇਰੀ ਹੋਰ ਵੀ ਬੜੇ ਧਿਆਨ ਦੇ ਨਾਲ ਸੁਣ ਲਿਓ, ਇਹ ਸਿਰਫ ਕਿਸਾਨਾਂ ਦਾ ਹੀ ਮੋਰਚਾ ਨਹੀਂ, ਕਿਤੇ ਇਹ ਨਾ ਭੁੱਲ ਕੇ ਬਹਿ ਜਾ ਵੀ ਸਾਡੀ ਤਾਂ ਦੁਕਾਨ ਆ, ਸਾਡਾ ਤਾਂ ਕਾਰੋਬਾਰ ਆ, ਅਸੀਂ ਕਿਸਾਨਾਂ ਤੋਂ ਕੀ ਲੈਣਾ। ਜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਅਨਾਜ ਨਾ ਹੋਇਆ ਤਾਂ ਬ੍ਰੈਡ ਖਾਣ ਨੂੰ ਤੁਹਾਨੂੰ ਵੀ ਨਹੀਂ ਮਿਲਣੇ। ਜੇ ਸਾਡੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੋਈ ਪੁੱਠੇ ਦੱਥੇ ਨਾ ਹੋਏ ਤਾਂ ਦੁੱਧ ਪੀਣ ਨੂੰ ਤੁਹਾਨੂੰ ਵੀ ਨਹੀਂ ਮਿਲਣਾ। ਜੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਬਜ਼ੀਆਂ ਨਾ ਹੋਈਆਂ ਤਾਂ ਸਬਜ਼ੀ ਖਾਣ ਨੂੰ ਤੁਹਾਨੂੰ ਵੀ ਨਹੀਂ ਮਿਲਣੀ। ਇਹ ਇੱਕ ਸਿਰਫ ਅਸੀਂ ਕਿਸਾਨਾਂ ਨੇ ਹੀ ਨਹੀਂ ਗਰੀਬ ਹੋਣਾ, ਇਹ ਸਾਰੀ ਦੁਨੀਆ ਨੇ ਗਰੀਬ ਹੋਣਾ ਜਦੋਂ ਅਸੀਂ ਖੇਤਾਂ ਦੇ ਵਿੱਚੋਂ ਅੰਨ ਨਾ ਉਗਾਵਾਂਗੇ। ਮੈਂ ਇੱਕ ਕਿਸਾਨ ਵੀ ਆ, ਕਿਸਾਨ ਦਾ ਪੁੱਤਰ ਕਿਸਾਨ ਵੀ ਆ ਤੇ ਕਿਸਾਨ ਦਾ ਪਿਓ ਵੀ ਆ। ਮੇਰੇ ਪੁੱਤ ਨੇ ਵੀ ਖੇਤੀ ਕੀਤੀ ਆ, ਮੈਂ ਵੀ ਖੇਤੀ ਕੀਤੀ ਆ। ਮੈਨੂੰ ਪਤਾ ਖੇਤੀ ਦਾ ਦਰਦ ਕੀ ਆ। ਕਿਸਾਨ ਕਿੰਨਾ ਔਖਾ ਹੋ ਕੇ ਆਪਣੀ ਫਸਲ ਨੂੰ ਪੈਦਾ ਕਰਦਾ ਅਤੇ ਪੈਦਾ ਕਰਕੇ ਜਾ ਕੇ ਮੁੜ ਕੇ ਕਰਦੇ ਕੀ ਆ, ਅਸੀਂ ਮੰਡੀ ਦੇ ਵਿੱਚ ਸਿੱਟ ਕੇ ਆਏ ਆ ਜੀ। ਸਾਡਾ ਹਾਲ ਇਹ ਆ, ਅਸੀਂ ਮੰਡੀ 'ਚ ਸੁੱਟ ਕੇ ਆਉਣੇ ਆ ਜਾ ਕੇ। ਅਸੀਂ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਝੋਨਿਆਂ ਨੂੰ ਪਾਲਦੇ ਆ ਬਰਸਾਤ ਦੇ ਵਿੱਚ। ਆ ਮੇਰੇ ਨਾਲ ਦੇ ਮੇਰੀ ਉਮਰ ਦੇ ਮੇਰੇ ਤੋਂ 5-7 ਸਾਲ ਛੋਟੇ ਵੱਡੇ ਸਾਰੇ ਭਰਾ ਇਕੱਠੇ ਆ। ਮੈਨੂੰ ਇਸ ਗੱਲ ਦਾ ਪੱਕਾ ਪਤਾ ਵੀ ਜਿਹੜੇ ਕਿਸਾਨਾਂ ਨਾਲ ਸੰਬੰਧਿਤ ਆ, ਜ਼ਰੂਰ ਰਾਤਾਂ ਨੂੰ ਝੋਨਿਆਂ ਨੂੰ ਪਾਣੀ ਲਾਉਂਦਿਆਂ ਦੇ ਕਿਸੇ ਨਾ ਕਿਸੇ ਦੇ ਪੈਰ ਦੇ ਥੱਲੇ ਇੱਕ ਦੋ ਵਾਰੀ ਸੱਪ ਜ਼ਰੂਰ ਲੰਘੇ ਹੋਣਗੇ। ਮੇਰੇ ਤਾਂ ਲੰਘੇ ਆ, ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਤਾਂ ਕਹਿੰਦਾ ਲੰਘੇ ਹੋਣ। ਅਸੀਂ ਤਾਂ ਇਹੋ ਜਿਹੇ ਦਿਰੜ ਇਰਾਦੇ ਵਾਲੇ ਆ ਤਾਂ ਮੁੜ ਕੇ ਲੋਕਾਂ ਦਾ ਢਿੱਡ ਭਰ ਕੇ ਮੁੜ ਕੇ ਫਿਰ ਅਸੀਂ ਉਸੇ ਅਚਾਰ ਦੇ ਨਾਲ ਪਿਆਜ਼ ਨਾਲ ਰੋਟੀ ਖਾ ਕੇ ਫਿਰ ਅਸੀਂ ਕਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਸਾਡੇ ਘਰ ਦੇ ਵਿੱਚ ਕੋਈ ਵੀ ਆਉਂਦਾ ਲੋੜਵੰਦ, ਅਸੀਂ ਇੱਕ ਦੇ ਵਿੱਚੋਂ ਅੱਧੀ ਰੋਟੀ ਅੱਧੀ ਦੇ ਵਿੱਚੋਂ ਅੱਧੀ ਰੋਟੀ ਦੇ ਦਿੰਦੇ ਹਾਂ, ਅੱਧੀ ਰੋਟੀ ਦੇ ਦਿੰਦੇ ਹਾਂ ਸਾਡੇ, ਕਿਉਂਕਿ ਸਾਡੇ ਗੁਰੂ ਨਾਨਕ ਨੇ ਸਾਨੂੰ ਇਹ ਗੱਲ ਦੱਸ ਦਿੱਤੀ ਆ ਕਿ ਤੁਸੀਂ ਪਹਿਲਾਂ ਕਿਰਤ ਕਰੋ। ਜਦੋਂ ਕਿਰਤ ਕਰੋ ਫਿਰ ਕਿਰਤ ਦੇ ਨਾਲ ਨਾਲ ਨਾਮ ਜਪੋ, ਨਾਮ ਦੇ ਨਾਲ ਨਾਲ ਵੰਡ ਕੇ ਛਕੋ। ਅੱਜ ਦਿੱਲੀ ਦੀ ਧਰਤੀ ਦੇ ਵਿੱਚ ਮੈਂ ਕੱਲ ਹੀ ਖਬਰ ਪੜ੍ਹੀ ਆ, ਹਜੇ ਕੱਲ ਸਵੇਰੇ ਖਬਰ ਪੜ੍ਹੀ ਆ, ਇੱਕ ਦਿੱਲੀ ਦੀ ਧਰਤੀ ਦੇ ਵਿੱਚ ਇੱਕ ਬਹੁਤ ਹੀ ਗਰੀਬ ਝੁੰਗੀ ਦੇ ਵਿੱਚ ਰਹਿਣ ਵਾਲਾ ਬੱਚਾ ਆਪਣੇ ਘਰ ਜਾਂਦਾ ਤਾਂ ਨਵੀਂ ਜਾਕਟ ਪਾ ਕੇ ਜਾਂਦਾ, ਢਿੱਡ ਭਰ ਕੇ ਰੋਟੀ ਵੀ ਖਾ ਕੇ ਜਾਂਦਾ ਆ ਤੇ ਆਪਣੀ ਇੱਕ ਸਿਰ ਦੇ ਉੱਤੇ ਆਪਣਾ ਇੱਕ ਸਾਫਾ ਬੰਨ ਕੇ ਜਾਂਦਾ, ਪਰਨਾ ਬੰਨ ਕੇ ਜਾਂਦਾ। ਉਹਦੀ ਮਾਂ ਪੁੱਛਦੀ ਆ, ਪੁੱਤ ਜਦੋਂ ਝੁੱਗੀ ਵੇ ਜਾਂਦਾ ਵੀ ਤੂੰ ਸਿਰ ਤੇ ਕੀ ਬੰਨਿਆ? ਉਹ ਕਹਿੰਦਾ ਮਾਂ ਇੱਕ ਸਿੱਖ ਆਏ ਹੋਏ ਹਨ ਦਿੱਲੀ ਦੇ ਵਿੱਚ, ਉਹਨਾਂ ਸਿੱਖਾਂ ਨੇ ਕੀ ਕੀਤਾ ਹੈ, ਮੈਨੂੰ ਪਹਿਲਾਂ ਭਰ ਕੇ ਢਿੱਡ ਭਰ ਕੇ ਖਾਣ ਨੂੰ ਰੋਟੀ ਦਿੱਤੀ, ਮੈਂ ਕੰਬਦਾ ਸੀ ਮੀਂਹ ਦੇ ਨਾਲ, ਇੱਕ ਬੱਚੇ ਨੇ ਲਾ ਕੇ ਜਾਕਟ ਆਪਣੇ ਕੋਲ ਮੈਨੂੰ ਜਾਕਟ ਦਿੱਤੀ ਅਤੇ ਫਿਰ ਮੇਰਾ ਸਿਰ ਕੰਬਦਾ ਸੀ, ਇੱਕ ਬੰਦੇ ਨੇ ਮੇਰੇ ਸਿਰ ਦੇ ਉੱਤੇ ਦਸਤਾਰ ਸਜਾਈ ਆ। ਤੇ ਇਹ ਸਿੱਖ ਹੈ ਕੀ, ਇਹ ਫਰਿਸ਼ਤੇ ਆਏ ਕਿੱਥੋਂ ਹਨ? ਪਰ ਮੈਂ ਜੇ ਉਹਦੇ ਕੋਲ ਹੁੰਦਾ ਉਹਦੀ ਮਾਂ ਦੇ, ਮੈਂ ਉਹਨੂੰ ਇਹ ਗੱਲ ਕਹਿਣਾ ਸੀ ਵੀ ਇਹ ਉਹ ਹਨ ਅਵਲ ਅੱਲਾਹ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਜੇ ਕਿਤੇ ਮੈਂ ਉੱਥੇ ਹੁੰਦਾ ਜਾਂ ਮੈਨੂੰ ਲਿਖਣਾ ਆਉਂਦਾ ਹੁੰਦਾ, ਮੈਂ ਜੇ ਮੈਨੂੰ ਇਹ ਕਮੈਂਟ ਵਗੈਰਾ ਕੋਈ ਲਿਖਣਾ ਆਉਂਦਾ ਹੁੰਦਾ, ਮੈਂ ਲਿਖ ਕੇ ਜ਼ਰੂਰ ਪਾ ਦਿੰਦਾ ਭਈ ਇਹ ਉਸ ਧਰਤੀ ਦੇ ਬੰਦੇ ਹਨ, ਇਹ ਉਸ ਧਰਤੀ ਦੇ ਉਸ ਗੁਰੂ ਦੇ ਸਿੱਖ ਹਨ ਜਿਹੜੇ ਕਿ ਕਹਿੰਦੇ ਕਿ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਅਤੇ ਇਹ ਬਾਕੀਆਂ ਨੂੰ ਵੀ ਖਵਾਉਂਦੇ ਹਨ। ਅੱਜ ਕੀਤਾ ਕੀ ਆ? ਅੱਜ ਇਹਨਾਂ ਦਿਨਾਂ ਦੇ ਵਿੱਚ ਮੈਂ ਪਹਿਲਾਂ ਬੇਨਤੀ ਕਰਨ ਲੱਗਾ, ਜਦੋਂ ਮੈਂ ਮਾਈਕ ਹੀ ਫੜਿਆ ਜੇ ਸਾਡੇ ਵਾਸਤੇ, ਸਾਡੇ ਇਤਿਹਾਸ ਵਾਸਤੇ, ਆ ਹੁਣ ਪੋਹ ਮਹੀਨਾ ਚੜ੍ਹਨ ਵਾਲਾ ਆ, ਇਹਨਾਂ ਦਿਨਾਂ ਦੇ ਵਿੱਚ
8 ਮਹੀਨੇ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ 8 ਮਹੀਨੇ ਤੋਂ ਮੁਗਲਾਂ ਦੇ ਪਹਾੜੀ ਰਾਜਿਆਂ ਦੇ ਘੇਰੇ ਦੇ ਵਿੱਚ ਆਨੰਦਗੜ੍ਹ ਸਾਹਿਬ ਦੇ ਕਿਲੇ ਦੇ ਵਿੱਚ ਬੈਠੇ ਹਨ। ਕੀ ਉਹਨਾਂ ਕੋਲ ਸਬਰ ਨਹੀਂ ਸੀ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਉਹ ਕੀ ਨਹੀਂ ਕਰ ਸਕਦੇ ਸੀ? ਇੱਕ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਕੀ ਨਹੀਂ ਸੀ ਕਰ ਸਕਦੇ? ਸਭ ਕੁਝ ਕਰ ਸਕਦੇ ਸੀ, ਪਰ ਉਹਨਾਂ ਦੇ ਕੋਲ ਕੀ ਸੀ? ਕਿ ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ ਤੇਰਾ ਕੀਆ। ਸਾਡੇ ਲਈ ਤਾਂ ਮਿੱਠਾ ਲੱਗਦਾ, ਅੱਜ ਸਾਡੇ ਵਾਸਤੇ ਅੱਜ ਹੋਰ ਬੱਦਲ ਆਏ ਆ, ਸਾਡੇ ਲਈ ਅੱਜ ਹੋਰ ਨਹੀਂ ਆਏ ਆ। ਸੁਣੋ ਪਲੀਜ਼। ਸਾਡੇ ਵਾਸਤੇ ਅੱਜ ਬੱਦਲ ਨਹੀਂ ਆਏ, ਸਾਡੇ ਵਾਸਤੇ ਅੱਜ ਮੀਂਹ ਨਹੀਂ ਪਏ। ਆ 21 ਦਸੰਬਰ ਨੂੰ ਦੇਖ ਲਓ, ਅਨੰਦਪੁਰ ਸਾਹਿਬ ਨੂੰ ਚੇਤੇ ਕਰੋ, ਕੱਕੜ ਦੀਆਂ ਰਾਤਾਂ ਦੇ ਵਿੱਚ ਮੀਂਹ ਪੈਂਦੇ ਦੇ ਵਿੱਚ, ਸਰਸਾ ਦੇ ਹੜ੍ਹ ਦੇ ਵਿੱਚ ਅੱਜ ਤਾਂ ਉਹਨੂੰ ਕੁਛ ਨਹੀਂ ਮੰਨਿਆ, ਟੁੱਚ ਕਰਕੇ ਮੰਨ ਗਏ। ਇਹ ਗੱਲਾਂ ਕਿਹੜੀਆਂ? ਸਾਡੇ ਇਤਿਹਾਸ ਵਿੱਚ ਜਦੋਂ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ, ਅਸੀਂ ਤਾਂ ਅਟਕ ਦਰਿਆ ਨੂੰ ਰੋਕ ਦਿੱਤਾ, ਅਟਕ ਦਰਿਆ ਨੂੰ ਰੋਕ ਦਿੱਤਾ। ਸਾਡੇ ਇਤਿਹਾਸ ਗਵਾਹ ਹੈ, ਸਾਡਾ ਇਤਿਹਾਸ। ਸੁਣੈ ਸਰਾ ਗੁਣਾ ਕੇ ਗਾ, ਸੁਣੈ ਸ਼ੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਸਾਨੂੰ ਕੀ ਮਾਰਨਾ, ਮਰਿਆਂ ਨੂੰ ਕੀ ਮਾਰਨਾ, ਜਿਹੜੇ ਅਸੀਂ ਪਹਿਲਾਂ ਹੀ ਘਰ ਤੋਂ ਮਰ ਕੇ ਤੁਰੇ ਆ। ਖਬਰਾਂ ਦੇ ਵਿੱਚ ਪੜੋ, ਛੋਟੇ ਛੋਟੇ ਬੱਚੇ, 6-6 ਸਾਲ ਦੇ ਬੱਚੇ, 8-8 ਸਾਲ ਦੇ ਬੱਚੇ, 80-80 ਸਾਲ ਦੀਆਂ ਮੇਰੀਆਂ ਮਾਤਾਵਾਂ, ਬਜ਼ੁਰਗ ਮਾਤਾਵਾਂ, 90-90 ਸਾਲ ਦੇ ਮੇਰੇ ਬਜ਼ੁਰਗ ਪਿਤਾ ਉੱਥੇ ਆ ਕੇ ਬੈਠੇ। ਉਹ ਕਹਿੰਦੇ ਗੱਲ ਹੀ ਕੋਈ ਨਹੀਂ, ਕੋਈ ਉੱਥੇ ਅੱਜ ਸਾਡੇ ਹੱਕ ਸਾਨੂੰ ਨਾ ਮਿਲੇ। 70 ਦਿਨ ਹੋ ਗਏ ਹਨ ਸਾਡੇ ਭਰਾਵਾਂ ਨੂੰ ਬੈਠਿਆਂ ਨੂੰ ਉੱਥੇ, ਸਾਡੀਆਂ ਭੈਣਾਂ ਨੂੰ, ਸਾਡੀਆਂ ਬੀਬੀਆਂ ਨੂੰ। ਜੇ ਅੱਜ ਅਸੀਂ ਵਿੱਚੇ ਹੀ ਉੱਠ ਕੇ ਚਲੇ ਗਏ, ਅਸੀਂ ਆਪਣੇ ਹੱਕ ਨਾਲ ਹੈ, ਤਾਂ ਮਿੱਤਰੋ ਯਾਦ ਰੱਖਿਓ 800 ਸਾਲ ਇਹ ਗੁਲਾਮ ਭਾਰਤ ਰਿਹਾ, ਮੁੜ ਕੇ ਅਸੀਂ ਆਪਣੀ ਔਲਾਦ ਨੂੰ ਗੁਲਾਮ ਸਦਾ ਲਈ ਕਰਕੇ ਜਾਵਾਂਗੇ। ਇਹ ਗੱਲ ਯਾਦ ਰੱਖਿਓ। ਤੇ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਲਾਹਣਤਾਂ ਪਾਉਣਗੀਆਂ ਵੀ ਤੁਸੀਂ ਕੀਤਾ ਕੀ, ਕਾਹਦੀ ਖਾਤਰ ਪੈਸੇ ਕਮਾਈ ਗਏ, ਤੁਸੀਂ ਕਾਹਦੀ ਖਾਤਰ ਬਿਲਡਿੰਗਾਂ ਬਣਾਈ ਗਏ, ਕਾਹਦੀ ਖਾਤਰ ਸਾਡੇ ਲਈ ਤੁਸੀਂ ਪ੍ਰਾਪਰਟੀਆਂ ਬਣਾਈ ਗਏ। ਸਾਡੇ ਲਈ ਉਹ ਲੈ ਗਏ ਅਡਾਨੀ ਅਬਾਨੀ। ਜੇ ਤੁਸੀਂ ਉਹਨਾਂ ਨੂੰ ਬਣਾ ਕੇ ਦੇਣੀਆਂ ਭਾਈ, ਹੁਣ ਤੁਸੀਂ ਇਸ ਧਰਤੀ ਤੇ ਖੜ ਕੇ ਇੱਕੋ ਸਿਰਫ, ਕੋਈ ਵੱਡੀ ਗੱਲ ਨਹੀਂ, ਕੋਈ ਕਿਸੇ ਤੋਂ ਚੰਦਾ ਨਹੀਂ, ਕੋਈ ਕਿਸੇ ਤੋਂ ਫੀਸ ਨਹੀਂ, ਕੋਈ ਕਿਸੇ ਤੋਂ ਸੀਸ ਨਹੀਂ ਮੰਗਦਾ। ਸਿਰਫ ਤਾਂ ਸਿਰਫ ਇਹ ਕਿ ਅਬ ਸਟੰਡ ਬਣਾ ਕੇ ਰੱਖੋ। ਕਿਹੜੀ ਵੱਡੀ ਗੱਲ ਆ? ਜਦੋਂ ਤੁਸੀਂ ਅਬ ਸਟੰਡ ਬਣਾ ਕੇ ਰੱਖੋਗੇ ਤਾਂ ਮੈਨੂੰ ਵੀ ਕੋਈ ਗੱਲ ਕਰਨ ਦਾ ਥੋੜਾ ਜਿਹਾ ਆਪਣੇ ਆਪ ਦੇ ਵਿੱਚ ਮੇਰੇ 'ਚ ਵੀ ਫਿਰ ਜਜ਼ਬਾ ਜਿਹਾ ਆਉਂਦਾ। ਨਹੀਂ ਤਾਂ ਮੇਰੀ ਇੱਕ ਅੱਖ ਉੱਧਰ ਨੂੰ ਰਹਿੰਦੀ ਵੀ ਮੈਂ ਫੇਰ ਕਹਿ ਦੇਵਾਂ ਵੀ ਅਬ ਸਟੰਡ ਬਣਾਓ, ਆਪੇ ਬਣਾ ਲਓ, ਕਿਉਂਕਿ ਇਹ ਵੀ ਜ਼ਰੂਰੀ ਆ। ਆਪਾਂ ਇੱਕ ਅਬ ਸਟੰਡ ਹੀ ਬਣਾਉਣਾ ਨਾ। ਇੱਥੋਂ ਤੁਹਾਡੇ ਭਰਾਵਾਂ ਨੇ ਜਿੰਨੇ ਵੀ ਅਮਰੀਕਾ, ਕੈਨੇਡਾ, ਦੁਨੀਆ ਤੋਂ ਤੁਸੀਂ ਖਬਰਾਂ ਰੋਜ਼ ਪੜ੍ਹਦੇ ਹੋਣੇ ਆ, ਹਰ ਰੋਜ਼ ਦਾ ਕਰੋੜਾਂ ਰੁਪਇਆ ਜਾਂਦਾ। ਅਸੀਂ ਤਾਂ ਉਹ ਕੌਮ ਆ, ਇਹਨਾਂ ਨੇ ਤਾਂ ਸੋਚਿਆ ਸੀ ਵੀ ਇਹਨਾਂ ਨੂੰ ਮਾਰ ਦੇਣਾ ਆਸਾਨ ਨਹੀਂ। ਅਸੀਂ ਦਿੱਲੀ ਨਹੀਂ ਅਖਿਲਾ ਪਹੁੰਚਣ ਦੇਣਾ, ਦਿੱਲੀ ਨਹੀਂ ਪਹੁੰਚਣ ਦੇਣਾ। ਕਿਹੜੀ ਗੱਲ ਆ? 18 ਵਾਰੀ ਦਿੱਲੀ ਅੱਗੇ ਪਹੁੰਚ ਕੇ ਝੰਡੇ ਚਲਾਤੇ, ਆ 19ਵੀਂ ਵਾਰੀ ਹੁਣ ਫੇਰ ਆ ਗਏ ਆ। ਇਹ ਕਿਹੜੀ ਵੱਡੀ ਗੱਲ ਆ? ਦਿੱਲੀ ਤਾਂ ਸਾਡੇ ਵਾਸਤੇ ਗੱਲੇ ਹੀ ਕੋਈ ਨਹੀਂ ਹੈ, ਸਿੰਘਾਂ ਦੇ ਵਾਸਤੇ। ਇਹ ਤਾਂ ਸਿਰਫ ਗੱਲ ਇੱਕ ਆ, ਸਾਨੂੰ ਤਾਂ ਲੋੜ ਵੀ ਅੱਜ ਦਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ। ਅੱਜ ਅਸੀਂ ਰਾਜ ਦੀ ਗੱਲ ਨਹੀਂ ਕਰਨੀ ਆ। ਪਹਿਲਾਂ ਹੀ ਭਰੋਲੀ ਸਾਹਿਬ ਨੇ ਇਹ ਗੱਲ ਦੀ ਬੇਨਤੀ ਕਰਤੀ ਵੀ ਅੱਜ ਅਸੀਂ ਗੱਲ ਕਰਨੀ ਤਾਂ ਕਰਨੀ ਸਿਰਫ ਕਿਸਾਨ ਮਜ਼ਦੂਰ ਏਕਤਾ ਦੀ, ਹੋਰ ਕਿਸੇ ਰਾਜ ਦੀ ਗੱਲ ਨਹੀਂ ਕਰਨੀ, ਹੋਰ ਅਸੀਂ ਕੋਈ ਗੱਲ ਨਹੀਂ ਕਰਨੀ। ਅੱਜ ਸਾਡੀ ਮੰਗ ਹੀ ਇੱਕੋ ਇੱਕ ਹੈਗੀ ਆ ਕਿ ਇਹ ਜਿਹੜੇ ਕਾਲੇ ਕਾਨੂੰਨ 3 ਹਨ, ਇਹ ਵਾਪਸ ਹੋਣ, ਇਹ ਰੱਦ ਹੋਣ, ਇਹ ਬਰਬਾਦ ਹੋਣ। ਅਸੀਂ ਤਾਂ ਉਹ ਕੌਮ ਆ, ਕਰਤਾਰ ਸਿੰਘ ਝੱਬਰ ਨੂੰ ਕਦੀ ਪੜ੍ਹ ਕੇ ਦੇਖਿਓ, ਜਿਨ੍ਹਾਂ ਨੇ ਸ੍ਰੀ ਸਾਹਿਬ ਕੱਢ ਕੇ ਚਾਬੀਆਂ ਕਿਰਪਾਨ ਦੇ ਉੱਤੇ ਲਈਆਂ ਸੀ। ਕਹਿੰਦਾ ਮੈਂ ਚਾਬੀਆਂ ਵੀ ਨਹੀਂ ਹੱਥ 'ਚ ਫੜਨੀਆਂ। ਨਨਕਾਣਾ ਸਾਹਿਬ ਦਾ ਸਾਕਾ ਪੜੋ। ਸਾਡੇ ਤਾਂ ਰਗਾਂ ਦੇ ਵਿੱਚ ਉਹ ਖੂਨ ਤੁਰਿਆ ਫਿਰਦਾ, ਉਹ ਜਿਹੜਾ ਖੂਨ ਸਾਡੀਆਂ ਰਗਾਂ ਦੇ ਵਿੱਚ ਤੁਰਿਆ ਫਿਰਦਾ ਅੱਜ ਵੀ ਆ ਮਾਰ ਦਿੱਤਾ ਲੋਕਾਂ ਨੇ ਸਾਨੂੰ, ਸਾਡਿਆਂ ਨੇ ਉੱਥੇ ਮਾਰਤਾ। ਇਹ ਤਾਂ ਚਿੱਟੇ ਨੇ ਖਾ ਲਿਆ ਜੀ, ਇਹ ਤਾਂ ਫੀਮ ਨੇ ਖਾ ਲਿਆ ਜੀ, ਇਹ ਤਾਂ ਸ਼ਰਾਬ ਨੇ ਖਾ ਲਿਆ ਜੀ। ਇਹ ਤਾਂ ਜੀ ਹੁਣ ਰਿਹਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ। ਪੰਜਾਬ ਸਾਰਾ ਬਾਹਰ ਚਲੇ ਗਿਆ ਜੀ, ਬਾਹਰਲੇ ਵਿਦੇਸ਼ਾਂ ਚਲੇ ਗਿਆ। ਜਿਹੜੇ ਇੱਥੇ ਵਾਲੇ ਅਮਲੀ ਬਣ ਗਏ। ਕੱਲ ਮੈਂ ਕਿਸੇ ਦਾ ਪੜ੍ਹਿਆ, ਇੱਕ ਕਹਿੰਦਾ ਮੂੰਹ ਕਰਕੇ ਦੂਜੇ ਨੂੰ ਕਹਿੰਦਾ ਤੇਰੇ ਫੁੱਫੜ ਕਿੱਥੋਂ ਆ ਗਏ? ਤੂੰ ਤਾਂ ਕਹਿੰਦਾ ਸਾਰੇ ਬਾਹਰ ਨੂੰ ਚਲੇ ਗਏ। ਐਨੀ ਦੁਨੀਆ ਕਿੱਥੋਂ ਆ ਗਈ? ਉੱਥੇ ਹੈਗੇ ਭਾਵੇਂ
ਸਾਨੂੰ ਕੋਈ ਅਮਲੀ ਕਹੇ, ਸਾਨੂੰ ਕੋਈ ਨਸ਼ੇੜੀ ਕਹੇ, ਸਾਨੂੰ ਕੋਈ ਚੋਰ ਅਚੱਕਾ ਕਹੇ, ਕੋਈ ਬਦਮਾਸ਼ ਕਹੇ, ਪਰ ਸਾਡੇ ਰਗਾਂ ਦੇ ਵਿੱਚ, ਸਾਡੀਆਂ ਰਗਾਂ ਦੇ ਵਿੱਚ ਅਜੇ ਉਹ ਖੂਨ ਫਿਰਦਾ ਆ। ਅਜੇ ਨਹੀਂ ਫਿਰਦਾ, ਇਹ ਫਿਰਦਾ ਹੀ ਰਹਿਣਾ, ਭਾਵੇਂ 1000 ਸਾਲ ਹੋ ਜਾਵੇ, ਭਾਵੇਂ 10,000 ਸਾਲ ਹੋ ਜਾਵੇ। ਇਹ ਕਦੀ ਨਾ ਕਦੀ ਇਹ ਜਿਹੜਾ ਅੰਦੋਲਨ ਇਹ ਉੱਠਦਾ ਕਿੱਥੋਂ ਆ? ਅੰਦੋਲਨ ਸ਼ੁਰੂਆਤ ਕਿੱਥੋਂ ਹੁੰਦੀ ਆ? ਸ਼ੁਰੂਆਤ ਕੀਤੀ ਕ੍ਰਾਂਤੀ ਦੀ, ਕ੍ਰਾਂਤੀਕਾਰੀ ਦੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ੁਰੂਆਤ ਕਰ ਦਿੱਤੀ। ਕੀ ਕੀਤਾ ਸੀ? ਉਹ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕਹਿੰਦੇ ਭਾਵੇਂ ਤੂੰ ਪਕੌੜੇ ਖਾਣਾ, ਭਾਵੇਂ ਤੂੰ ਪਰੌਂਠੇ ਖਾਣਾ, ਭਾਵੇਂ ਤੂੰ ਬ੍ਰੈਡ ਖਾਣਾ, ਤੇਰੇ ਵਾਸਤੇ ਸਭ ਹਰਾਮ ਆ, ਜੇ ਤੇਰੀ ਇੱਜ਼ਤ ਹੀ ਕੋਈ ਨਹੀਂ। ਅੱਜ ਸਾਡੇ ਤਾਂ ਉਹ ਖੂਨ ਤੁਰਿਆ ਫਿਰਦਾ, ਸਾਡੇ ਵਿੱਚ ਉਹ ਖੂਨ ਪੈਦਾ। ਅੱਜ ਤਾਂ ਇੱਜ਼ਤ ਨਾਲ ਜੀਣਾ। ਇੱਕ ਪੰਜਾਬੀ ਦੀ ਕਹਾਵਤ ਆ, 2 ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਜ਼ਿੰਦਗੀ ਭਾਵੇਂ ਥੋੜੀ ਹੋਵੇ, ਕਲਗੀਧਰ ਪਾਤਸ਼ਾਹ ਜੀ ਦੀ ਜ਼ਿੰਦਗੀ ਸਾਰੀ 43 ਸਾਲ ਦੀ 42 ਸਾਲ ਦੀ ਜ਼ਿੰਦਗੀ ਆ, ਪਰ ਜੋ 42 ਸਾਲ ਦੀ ਜ਼ਿੰਦਗੀ ਦੇ ਵਿੱਚ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਰ ਗਏ, ਉਹ ਕੋਈ ਨਹੀਂ ਦੁਨੀਆ ਤੇ ਅੱਜ ਤੱਕ ਕਰ ਸਕਿਆ, ਨਾ ਕਿਸੇ ਨੇ ਕਰ ਸਕਣਾ। ਸੋ ਅੱਜ ਦਾ ਮੈਂ ਹੁਣ ਸੰਕੋਚ ਕਰਾਂ, ਮੈਨੂੰ ਇਸ਼ਾਰਾ ਹੋ ਗਿਆ ਸਮੇਂ ਦਾ, ਕਿਉਂਕਿ ਸਮੇਂ ਦਾ ਵੀ ਖਿਆਲ ਬਹੁਤ ਜ਼ਰੂਰੀ ਰੱਖਣਾ। ਮੈਂ ਹੁਣ ਅੱਜ ਫੇਰ ਇਹ ਬੇਨਤੀ ਕਰਾਂ, ਕਿਸੇ ਨੇ ਵੀ ਕਿਸੇ ਨੂੰ ਕੋਈ ਮਾੜਾ ਲਫ਼ਜ਼ ਨਹੀਂ ਕਹਿਣਾ। ਇੱਕ ਅੱਜ ਸਿਰਫ ਆਪਾਂ ਮੰਗਣ ਦੇ ਵਾਸਤੇ, ਮੰਗਣ ਵਾਸਤੇ ਅਸੀਂ ਤਾਂ ਅੱਜ ਇਹਨਾਂ ਰੋਸ ਪ੍ਰਗਟ ਕਰਨ ਵਾਸਤੇ ਆਏ ਆ ਕਿ ਸਾਡੇ ਜਿਹੜੇ ਹੱਕ ਇੱਥੇ ਰੱਖ, ਜਿਹੜੇ ਸਾਡੇ ਹੱਕ ਇੱਥੇ ਰੱਖ। ਜਿਹੜਾ ਕਾਨੂੰਨ ਹੈ, ਇਹ 3 ਕਾਨੂੰਨ ਕਾਲੇ, ਇਹ ਰੱਦ ਕੀਤੇ ਜਾਣ। ਸਾਡਾ ਆਉਣ ਦਾ ਇਹੋ ਹੀ ਮਕਸਦ ਹੈ। ਆਏ ਹੋਏ ਸਾਰੇ ਭੈਣ ਭਰਾਵਾਂ ਦਾ, ਸਾਰੇ ਆਏ ਹੋਏ ਬਜ਼ੁਰਗਾਂ ਦਾ, ਸਾਰੇ ਵੀਰਾਂ ਦਾ, ਕਿਸਾਨ ਮਜ਼ਦੂਰਾਂ ਸਾਰਿਆਂ ਦਾ ਧੰਨਵਾਦ। ਅਤੇ ਮੇਰੇ ਤੋਂ ਕੋਈ ਬੋਲਦੇ ਚੱਲਦੇ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਂ ਖਿਮਾ ਦਾ ਜਾਚਕ ਹਾਂ। ਸੋ ਹੁਣ ਅਗਲਾ ਪ੍ਰੋਗਰਾਮ ਤੁਹਾਨੂੰ ਭਰੋਲੀ ਸਾਹਿਬ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜਵਾਨ ਜੈ ਕਿਸਾਨ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਹਾਂਜੀ, ਮੈਨੂੰ ਹੁਕਮ ਹੋਇਆ ਕਿ ਇੱਕ ਵਾਰੀ ਜਿੱਦਾਂ ਦੀ ਵੀ ਆਉਂਦੀ ਹੈ ਜਰਮਨ ਵਿੱਚ ਕਿਹਾ ਜਾਵੇ, ich habe eine große Bitte, halten Sie bitte eine Abstand vor 1 Meter. Ich habe eine große Bitte, ja. Und nehmen Sie alle so Masken auch da, bleiben Sie. Und nächste, ich habe die Madam Najma ਨਾਲ ਇਹ ਆਪਣੇ ਤੁਹਾਡੇ ਨਾਲ 2-4 ਮਿੰਟ ਲਈ ਵਿਚਾਰ ਕਰਨਗੇ। ਮਿਹਰਬਾਨੀ ਜੀ। ਪਹਿਲਾਂ ਤਾਂ ਸਾਰੇ ਜਣੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਹ शिवा बर मोहे है, शुभ कर्मन ते कबहू न टरो, न टरो अर सो जब चाहे लरो, निश्चय कर अपनी जीत करो। ਤੇ ਅਸੀਂ ਇੱਥੇ ਆਪਣੀ ਜਿੱਤ ਕਰਾਉਣਾ ਹੈ। ਮੈਨੂੰ ਕਹਿੰਦੇ ਤੇਰੀ ਤਾਂ ਤੂੰ ਉੱਥੇ ਕੀ ਕਰਨਾ, ਤੇਰੀ ਤਾਂ ਜ਼ਮੀਨ ਹੈ ਨਹੀਂ। ਉਹ ਮੈਂ ਕਿਹਾ ਭਾਵੇਂ ਜ਼ਮੀਨ ਹੈ ਨਹੀਂ, ਜ਼ਮੀਰ ਤਾਂ ਹੈਗਾ। ਇਹ ਮੇਰੇ ਜ਼ਮੀਰ ਕਰਕੇ ਮੈਂ ਇੱਥੇ ਆਈ ਹਾਂ। ਕਿਸੇ ਨੇ ਆਪਣੇ ਗੁਰਬਾਣੀ ਵਿੱਚ ਲਿਖਿਆ ਆ, ਸੁਰਾ ਸੋ ਪਹਿਚਾਨੀਏ ਜੋ ਲਗੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋੜੇ ਖੇਤ। ਤੇ ਇਹਨਾਂ ਨੂੰ ਪੁੱਛੋ ਵੀ ਅਸੀਂ ਖੇਤ ਹੁਣ ਛੱਡ ਦੇਵਾਂਗੇ? ਆਪਣਾ ਥਾਂ, ਆਪਣਾ ਨਾਂ, ਅਸੀਂ ਆਪਣੀ ਮਾਂ ਕਦੀ ਨਹੀਂ ਛੱਡ ਸਕਦੇ। ਪਹਿਲਾਂ ਤਾਂ ਮੈਂ ਸਾਰੀ ਜਿੰਨੇ ਵੀ ਤੁਸੀਂ ਭੈਣ ਭਰਾ, ਬਜ਼ੁਰਗ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਆ ਛੋਟੇ ਛੋਟੇ ਬੱਚੇ, ਇਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਕੀ ਹੋਣ ਡਿਆ ਆ। ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਸਾਰੇ ਭੈਣ ਭਰਾ, ਬਜ਼ੁਰਗ ਸਾਰੇ ਇੱਥੇ ਆਏ ਆ। ਤੇ ਪਹਿਲਾਂ ਮੈਂ ਉਹੀ ਕਹਿਣਾ ਚਾਹੂੰਗੀ ਕਿ ਪਲੀਜ਼ ਜਿਸ ਨੇ ਵੀ ਬੋਲਣਾ ਆ ਜਾਂ ਜਿਸ ਨੇ ਵੀ ਕੋਈ ਗੱਲ ਕਰਨੀ ਜਾਂ 2 ਸ਼ਬਦ ਬੋਲਣੇ ਆ ਤਾਂ ਕੋਸ਼ਿਸ਼ ਕਰਿਓ ਕਿ ਆਪਾਂ ਕਿਸਾਨਾਂ ਦੇ ਹੱਕ ਵਿੱਚ ਹੀ ਬੋਲੀਏ। ਤੇ ਮੇਰੇ ਵੱਲੋਂ ਕਿਸਾਨਾਂ ਲਈ ਬੋਲੀਏ, ਇਹ ਵੀ ਕਿਸਾਨਾਂ ਲਈ ਬੋਲੀਏ, ਕਿਸਾਨਾਂ ਦੇ ਹੱਕ ਵਿੱਚ ਬੋਲੀਏ। ਤੇ ਜਿਹੜੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਕਿਸਾਨਾਂ ਦੇ ਲਈ ਹੀ ਇਕੱਠੇ ਹੋਏ ਆ। ਬੜੇ ਸੋਨਿਹਾਲ, ਬੜੇ ਸੋਨਿਹਾਲ। ਤੇ ਮੇਰੇ ਵੱਲੋਂ ਪਲੀਜ਼ ਸਾਰਿਆਂ ਨੂੰ ਫਿਰ ਇੱਕ ਵਾਰੀ ਧੰਨਵਾਦ। ਤੇ ਭੜੋਲੀ ਸਾਹਿਬ ਜੀ ਆਪਣਾ ਨੈਕਸਟ ਪ੍ਰੋਗਰਾਮ ਦੱਸਣਗੇ। ਹਾਂਜੀ, ਅੱਗੇ ਤੁਹਾਡੇ ਅੱਗੇ ਵਿਚਾਰ ਰੱਖਣਗੇ 2-4 ਮਿੰਟ ਲਈ ਬੀਬੀ ਕੁਲਦੀਪ ਕੌਰ ਜੀ
ਜੈ ਕਿਸਾਨ ਜੈ ਕਿਸਾਨ ਜੈ ਜਵਾਨ। ਇੱਕ ਵਾਰੀ ਮੈਂ ਫੇਰ ਬੇਨਤੀ ਕਰਾਂ ਸਾਰੇ ਬੁਲਾਰਿਆਂ ਨੂੰ ਕਿ ਆਪਾਂ ਅੱਜ ਇੱਥੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਨੀ ਆ, ਸਿਰਫ ਔਰ ਸਿਰਫ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਨੀ ਆ। ਸਾਰਿਆਂ ਦੀ ਮਿਹਰਬਾਨੀ, ਆਪਣਾ ਆਪਣਾ ਆਪਸਟਨ ਹਾਲਟਰ ਰੱਖੀ ਜਦੋਂ, ਤੇ ਜਿੰਨਾ ਚਿਰ ਤੁਸੀਂ ਕਹੋਗੇ ਉਹਨਾਂ ਚਿਰ ਪ੍ਰੋਗਰਾਮ ਤੁਹਾਡੇ ਮੁਤਾਬਕ ਚੱਲੂਗਾ। ਬੀਬੀ ਕੁਲਦੀਪ ਕੌਰ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਇੱਥੇ ਇਕੱਠੇ ਜਿਹੜੇ ਹੋਏ ਕਿਸਾਨਾਂ ਲਈ ਹੋਏ ਆ। ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਕਿੰਨੇ 2-3 ਮਹੀਨਿਆਂ ਤੋਂ ਇੰਡੀਆ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਸਾਨੂੰ ਸਾਰਿਆਂ ਨੂੰ ਪਤਾ। ਅਸੀਂ ਉੱਥੇ ਜਾ ਤਾਂ ਨਹੀਂ ਸਕਦੇ, ਇੱਥੇ ਬੈਠ ਕੇ ਉਹਨਾਂ ਭੈਣ ਭਰਾਵਾਂ ਦਾ ਅਸੀਂ ਹੌਸਲਾ ਵਧਾਈ ਦੇ ਸਕਦੇ ਹਾਂ। ਅਸੀਂ ਉਹਨਾਂ ਨੂੰ ਦੱਸ ਸਕਦੇ, ਅਸੀਂ ਪ੍ਰਦੇਸ਼ਾਂ ਵਿੱਚ ਬੈਠ ਕੇ ਵੀ ਉਹਨਾਂ ਦੇ ਨਾਲ ਖੜੇ ਹਾਂ। ਜਿਹੜੀ ਕਾਲਾ ਕਾਨੂੰਨ ਸਰਕਾਰ ਨੇ ਬਣਾਇਆ ਉਹਨੂੰ ਰੱਦ ਕਰਨ ਵਾਸਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਦਿੱਲੀ ਵਿੱਚ ਕੀ ਕੁਝ ਹੋ ਰਿਹਾ। 10-12 ਦਿਨਾਂ ਤੋਂ ਸਾਡੇ ਬਜ਼ੁਰਗ, ਸਾਡੀਆਂ ਭੈਣਾਂ, ਸਾਡੇ ਛੋਟੇ ਛੋਟੇ ਬੱਚੇ ਉੱਥੇ ਪਹੁੰਚੇ ਨੇ। ਇੰਨੀ ਠੰਡ ਵਿੱਚ ਸੰਘਰਸ਼ ਕਰ ਰਹੇ ਆ। ਅਸੀਂ ਵੀ ਕੁਛ ਨਾ ਕੁਛ ਉਹਨਾਂ ਲਈ ਕਰੀਏ। ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ। ਸਾਰੀਆਂ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਜਿਹੜੇ ਆਏ ਇੱਥੇ ਸਾਡੇ ਨਾਲ, ਸਾਡੇ ਸੁਨੇਹੇ ਤੇ ਸਾਨੂੰ ਬੜੀ ਖੁਸ਼ੀ। ਤੁਹਾਡਾ ਆਪਣਾ ਵਾ, ਆਪਣਾ ਪੰਜਾਬ, ਆਪਣੀ ਜ਼ਮੀਨ, ਉਹਦੇ ਲਈ ਅਸੀਂ ਲੜ ਰਹੇ ਹਾਂ। ਅਸੀਂ ਸਰਕਾਰ ਅੱਗੇ ਇਹੀ ਕਾਲਾ ਕਾਨੂੰਨ ਜੋ ਰੱਖਿਆ ਉਹ ਰੱਦ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਵਾਰੀ ਫਿਰ ਕਿਸਾਨ ਏਕਤਾ ਜਿਹੜਾ ਇੱਕ ਵਾਰੀ ਚੱਕ ਦਿਓ, ਕਿਸਾਨ ਏਕਤਾ ਜਿੰਦਾਬਾਦ। ਹਾਂਜੀ, ਅੱਗੇ ਆਉਣਗੇ ਬੀਬੀ ਬੀਨਾ ਸਿੰਘ ਜੀ, ਤੁਹਾਡੇ ਅੱਗੇ ਵਿਚਾਰ ਰੱਖਣਗੇ। ਮਿਹਰਬਾਨੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ, ਸਾਰੀ ਹਮਵਰਗ ਦੀ ਸੰਗਤ ਦਾ, ਜਿਹੜੇ ਸਾਰੇ ਇਕੱਠੇ ਹੋਏ ਆ। ਔਰ ਤੁਹਾਨੂੰ ਪਤਾ ਹੈ ਕਿ ਜ਼ਿਮੀਂਦਾਰ ਕੀ ਹੁੰਦੇ ਆ। ਮੈਂ ਇਹੀ ਦੱਸਣਾ ਚਾਹੁੰਦੀ ਹਾਂ 1 ਮਿੰਟ ਲਈ। ਜ਼ਿਮੀਂਦਾਰ ਉਹ ਹਨ, ਇੱਕ ਰੱਬ ਸਾਨੂੰ ਰੋਟੀ ਦਿੰਦਾ ਆ, ਉਹ ਸਭ ਦੀ ਕਿਸਮਤ 'ਚ ਲਿਖਦਾ ਆ। ਦੂਜਾ ਜ਼ਿਮੀਂਦਾਰ ਦਿੰਦਾ ਆ, ਸਭ ਨੂੰ ਪਤਾ ਆ। ਅਗਰ ਇਹ ਨਹੀਂ ਹੋਣਗੇ, ਨਹੀਂ ਅਨਾਜ ਹੋਊਗਾ। ਤੇ ਗੁਰੂ ਨਾਨਕ ਨੇ ਵੀ ਕਿਹਾ ਹੈ ਕਿ 5 ਤੱਤਾਂ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ। ਇਸ ਕਰਕੇ ਮੈਂ ਦੂਜਾ ਦਰਜਾ ਜ਼ਿਮੀਂਦਾਰਾਂ ਨੂੰ ਦਿੰਨੀ ਆ। ਇਹ ਸਾਡੇ ਭੈਣ ਭਰਾਵਾਂ ਨੇ ਇੰਨੀ ਮਿਹਨਤ ਕਰਕੇ ਜ਼ਮੀਨ ਉਗਾਉਂਦੇ ਆ, ਇਹਨਾਂ ਨੂੰ ਮੁੱਲ ਨਹੀਂ ਮਿਲਦਾ, ਕੁਝ ਵੀ ਨਹੀਂ ਮਿਲਦਾ, ਫਿਰ ਵੀ ਇਹ ਆਪਣੇ ਖੁਸ਼ ਰਹਿੰਦੇ ਆ। ਇਹਨਾਂ ਨੂੰ ਕੁਝ ਵਾਧੂ ਆਉਂਦਾ ਨਹੀਂਗਾ। ਬੜੇ ਭੋਲੇ ਭਾਲੇ ਲੋਕ ਨੇ, ਸੱਚਾਈ ਤੇ ਬੋਲਦੇ ਨੇ, ਸੱਚਾਈ ਦੀ ਗੱਲ ਕਰਦੇ ਆ। ਹਾਂਜੀ, ਮੇਰੀ ਬੇਨਤੀ ਆ ਸਾਰਿਆਂ ਨੂੰ, ਇੱਥੇ ਬੀਬੀਆਂ ਨੂੰ ਪਲੀਜ਼, ਉਹ 2-3 ਵਾਰੀ ਮੈਸੇਜ ਕਰ ਗਏ ਆ, ਦੇ ਗਏ ਮੁੰਡਿਆਂ ਨੂੰ, ਕਹਿ ਗਿਆ ਵੀ ਆਪ ਸਟੈਂਡ ਹਾਲਟਰ ਕਰੋ, ਨਹੀਂ ਤਾਂ ਫਿਰ ਨਹੀਂ ਆਪਾਂ ਨੂੰ ਪ੍ਰੋਬਲਮ ਕਰਨਗੇ। ਵੀ ਆਪਣੇ ਇੱਥੇ ਸਾਰੀ ਨੱਠ-ਭੱਜ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਮੇਰੀ ਬੇਨਤੀ ਆ ਹੱਥ ਬੰਨ ਕੇ ਬੀਬੀਆਂ ਨੂੰ, ਆ ਜਿੰਨੇ ਵੀ ਸਾਰੇ ਇੱਧਰ ਨੂੰ ਆਵੋ, ਜਰ ਸਾਰੇ ਇੱਧਰ ਹੋਵੋ, ਸਾਰੇ ਆ ਖਾਸ ਕਰਕੇ ਆ ਕਰੋ ਮੜ ਜਾ ਮੇਰੇ ਪਲੀਜ਼, ਇੱਧਰ ਨਾ ਕਰੋ ਤੁਸੀਂ। ਨਹੀਂ ਇੱਧਰ। ਹਾਂਜੀ, ਅੱਛਾ ਜੀ, ਬੜੇ ਹੋ ਜਾਓ ਸਾਰੇ ਜਣੇ, ਥੋੜਾ ਜਿਹਾ ਕਰੋ ਆਪਸ਼ਨ ਜੀ ਪਲੀਜ਼। ਤੇ ਬਾਕੀ ਮੈਂ ਕਹਿੰਦੀ ਸੀ ਇਹ ਭੋਲੇ ਭਾਲੇ ਲੋਕ ਨੇ, ਔਰ ਤੁਹਾਨੂੰ ਸਭ ਦੀ, ਸਾਰੇ ਹੀ ਸੰਗਤ ਨੂੰ ਪਤਾ ਹੋਏਗਾ ਕਿ ਜੱਟ ਆਪਣੀ ਗੱਲ ਤੇ ਅੜ ਜਾਏ ਤਾਂ ਪੂਰੀ ਕਰਦਾ ਹੈ। ਤੇ ਇਸ ਕਰਕੇ ਅੰਦੋਲਨ 'ਚ ਜਿਹੜੇ ਵੀ ਭਾਈ ਆਏ ਨੇ ਜਾਂ ਇੱਥੇ ਆਏ ਨੇ, ਉਹਨਾਂ ਜੱਟਾਂ ਨੇ ਆਪਣੀ ਗੱਲ ਜ਼ਰੂਰ ਪੂਰੀ ਕਰਨੀ ਆ, ਕਿਉਂਕਿ ਧੰਨੇ ਜੱਟ ਨੇ। ਵਾਹਿਗੁਰੂ, ਧੰਨੇ ਜੱਟ ਨੇ ਤਾਂ ਪੱਥਰ 'ਚੋਂ ਰੱਬ ਕੱਢ ਲਿਆ। ਇਹ ਤਾਂ ਗਵਰਨਮੈਂਟ ਕੋਈ ਚੀਜ਼ ਹੀ ਨਹੀਂ, ਇਹਨਾਂ ਨੂੰ ਝੁਕਣਾ ਪਏਗਾ। ਪਰ ਸਾਰੇ ਭੈਣ ਭਰਾ ਨਾਲ ਹੋਣ ਤਾਂ ਅਸੀਂ ਇਹਨਾਂ ਨੂੰ ਚੁਕਾ ਦਾਂਗੇ, ਕਿਉਂਕਿ ਗਵਰਨਮੈਂਟਾਂ ਨੂੰ ਦੁਨੀਆ ਬਣਾਉਂਦੀ ਆ, ਗਵਰਨਮੈਂਟ ਦੁਨੀਆ ਨੂੰ ਨਹੀਂ ਬਣਾਉਂਦੇ। ਸਾਰੇ ਬੰਦੇ ਆਪਣੀਆਂ ਵੋਟਾਂ ਸਾਰਾ ਕੁਝ ਦੇਣ ਲਈ ਉਹ ਬੰਦਾ ਚੁਣੋ ਜਿਹੜਾ ਕਿ ਤੁਹਾਡੇ ਹੱਕ 'ਚ ਹੋਵੇ। ਬਸ ਇੰਨਾ ਹੀ ਕਹਿੰਦੀ ਹੋਈ ਮੈਂ ਸਾਰਿਆਂ ਤੋਂ ਜੇ ਗਲਤੀ ਹੋ ਗਈ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅੱਗੇ ਮੈਂ ਹੋਰ ਵੀ ਦੱਸ ਦਿਆਂ ਨਾਲ, ਇਹ ਕਈ ਦਿਨਾਂ ਤੋਂ ਸਾਡੇ ਨਾਲ ਜੈਕਟਾਂ ਦਾ ਹੋਰ ਕਈ ਕੁਝ ਕੰਮ ਜਿਹੜੇ ਫੋਵਰਾਈਟ ਜਿਹਨੂੰ ਤਾਂ ਆਪਾਂ ਕਹਿ ਦਿੰਦੇ ਆ, ਉਹ ਕਰ ਰਹੀਆਂ ਨਾਲ। ਉਹਨਾਂ ਦੇ ਵਿੱਚ ਆਪਣੇ ਕੁਲਦੀਪ ਕੌਰ ਵੀ ਆ, ਨਾਜਮਾ ਨਾਜ ਵੀ ਆ, ਸੁਮਨਦੀਪ ਵੀ ਆ, ਤੇ ਇਹਨਾਂ ਦੇ ਨਾਂ ਤੇ ਵੀ ਇੱਕ ਵਾਰੀ ਜੈਕਾਰਾ ਲਾ ਦਿਓ, ਬੋਲੇ ਸੋ ਨਿਹਾਲ। ਹਾਂਜੀ, ਹੁਣ ਤੁਹਾਡੇ ਅੱਗੇ ਵਿਚਾਰ ਪੇਸ਼ ਕਰਨਗੇ ਸੁਮਨਦੀਪ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਝ ਛੋਟੀਆਂ ਜਿਹੀਆਂ ਕੁਝ ਲਾਈਨਾਂ ਆ ਬੋਲਣ ਲੱਗੀਆਂ
ਨਾ ਅਜਮਾ ਸਬਰਾਂ ਨੂੰ ਦਿਲੀਏ, ਸਬਰ ਟੁੱਟਿਆ ਤਾਂ ਸਲਾਹ ਬਾਣਗੇ। ਭੀਖ ਮੰਗਣ ਨਹੀਂ ਆਏ, ਆਪਣੇ ਹੱਕ ਲੈਣ ਆਏ ਆ, ਆਪਣੇ ਹੱਕ ਲੈਣ ਆਏ ਆ। ਕਿਸਾਨਾਂ ਦੇ ਪੁੱਤ ਰੱਖ ਕੇ ਧੌਣ ਤੇ ਗੋਡੇ, ਆਪਣੇ ਹੱਕ ਨਾਲ ਲੈ ਕੇ ਜਾਣਗੇ। ਨਾ ਅਜਮਾ ਸਬਰਾਂ ਨੂੰ ਦਿਲੀਏ, ਸਲਾਹ ਬਾਣਗੇ, ਸਲਾਹ ਬਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਥੈਂਕ ਯੂ ਆ ਤੁਹਾਡੇ ਸਾਰਿਆਂ ਦੇ ਨੇ ਸ਼ਾਰਟ ਨੋਟਿਸ ਤੇ ਇੱਥੇ ਆਉਣ ਦਾ। ਕਿਸਾਨ ਏਕਤਾ ਓਕੇ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਤੇ ਇੱਕ ਮੈਂ ਛੋਟਾ ਜਿਹਾ ਦੱਸਣਾ ਆ, ਇੱਕ ਹੈਗੀ ਆ ਸਲੀਨ ਮੱਲੀ ਤੇ ਅਰਨਿਕਾ ਸਿੰਘ। ਇਹਨਾਂ ਨੇ ਸਾਰੀ ਰਾਤ ਬੈਠ ਕੇ ਬਹੁਤ ਸੋਹਣੇ ਪਲਾਕਾਰਡ ਤਿਆਰ ਕੀਤੇ ਆ। ਇਹਨਾਂ ਲਈ ਇੱਕ ਵਾਰੀ ਜੈਕਾਰਾ ਛੱਡ ਦਿਓ ਪਲੀਜ਼। ਭਲੇ ਹਾਂਜੀ ਭੈਣ ਜੀ ਆ ਜਾ, ਤੁਸੀਂ ਆ ਜਾਓ। ਕੀ ਨਾਮ ਆਪਣਾ ਸ਼ੁਭ ਹਾਂਜੀ। ਵਾਹਿਗੁਰੂ ਜੀ ਕੀ ਫਤਿਹ। ਕਿਸਾਨਾਂ ਦੇ ਹੱਕ ਦੇ ਵਿੱਚ ਨਾਰੇ ਵੀ ਮਾਰਨੇ, ਆਪਾਂ ਚੜ੍ਹਦੀ ਕਲਾ ਵਿੱਚ ਰਹਿਣਾ ਆ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪਿਆਰਿਓ, ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਆ ਕਿ ਆਪਣਾ ਦਿੱਲੀ ਵਿੱਚ ਮੋਰਚਾ ਚੜ੍ਹਦੀ ਕਲਾ ਵਿੱਚ ਜਾਂਦਾ ਹੈ। ਇਹਦੀ ਖੁਸ਼ੀ ਵਿੱਚ ਗੱਜ ਕੇ ਬੋਲੇ ਸੋ ਨਿਹਾਲ ਦੇ 5 ਜੈਕਾਰੇ ਬੁਲਾਉਣੇ ਆਪਾਂ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਕਰ ਲਓ, ਤੁਹਾਡੀ ਬੜੀ ਮਿਹਰਬਾਨੀ ਹੋਊਗੀ। ਹਾਂਜੀ ਹੁਣ ਪ੍ਰਮੋਦ ਕੁਮਾਰ ਮਿੰਟੋ ਜੀ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ ਅਲੈਕੁਮ। ਇੱਥੇ ਆਏ ਹੋਏ ਅੱਜ ਜਿੰਨੇ ਵੀ ਸਾਡੇ ਯਾਰ ਦੋਸਤ, ਬਜ਼ੁਰਗ, ਭਰਾ, ਬੀਬੀਆਂ, ਬੱਚੇ ਇੱਥੇ ਪਹੁੰਚੇ ਨੇ ਸਾਡਾ ਸਾਥ ਦੇਣ ਲਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਨਾਲ ਹੀ ਜੋ ਸਾਡੇ ਵੀਰ ਭਰਾ, ਬਜ਼ੁਰਗ, ਬੱਚੇ, ਬੀਬੀਆਂ ਇੰਡੀਆ ਵਿੱਚ ਧਰਨਿਆਂ ਤੇ ਬੈਠੀਆਂ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਸਾਡੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਿ ਇਹਨੇ ਇਸ ਅੰਦੋਲਨ ਨੂੰ ਡਿਸਪਲਿਨ ਦੇ ਨਾਲ ਚਲਾਇਆ, ਸ਼ਾਂਤੀਮਈ ਤਰੀਕੇ ਨਾਲ ਚਲਾਇਆ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਤੇ ਮੈਂ ਕਹਾਂਗਾ ਕਿ ਉਹਨਾਂ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਸਾਡੇ ਕਿਸਾਨ ਜਥੇਬੰਦੀਆਂ ਦੇ ਨਾਂ ਤੇ। ਬਾਕੀ ਦੋਸਤੋ, ਅੱਜ ਜਿਹੜੇ ਮੁੱਦੇ ਤੇ ਅਸੀਂ ਇਕੱਠੇ ਹੋਏ ਆ, ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਹਦੇ ਬਾਰੇ ਹਰ ਇੱਕ ਬੰਦੇ ਨੂੰ ਨੌਲੇਜ ਹੈ ਕਿ ਇੰਡੀਆ ਵਿੱਚ ਕੀ ਹੋ ਰਿਹਾ ਹੈ। ਇਸ ਅੰਦੋਲਨ ਨੂੰ ਸਰਕਾਰ ਨੇ ਦਬਾਉਣ ਦੇ ਲਈ, ਇਸ ਨੂੰ ਕਈ ਤਰ੍ਹਾਂ ਦੇ ਹੋਰ ਰਾਹ ਤੇ ਪਾਉਣ ਨੂੰ ਸਰਕਾਰ ਨੇ ਕਈ ਚਾਲਾਂ ਚੱਲੀਆਂ। ਉਹਨਾਂ ਨੇ ਪਹਿਲੋਂ ਆਖਿਆ ਕਿ ਪੰਜਾਬ ਦਾ ਅੰਦੋਲਨ ਹੈ, ਜਦ ਕਿ ਇਹ ਅੰਦੋਲਨ ਹੁਣ ਸਾਰੇ ਹਿੰਦੁਸਤਾਨ ਦਾ ਅੰਦੋਲਨ ਬਣ ਚੁੱਕਾ ਹੈ। ਪੰਜਾਬ ਦਾ ਅੰਦੋਲਨ ਕਹਿੰਦਾ ਪੰਜਾਬ ਇਹਨੂੰ ਲੀਡ ਕਰ ਰਿਹਾ ਹੈ। ਮੈਂ ਪੁੱਛਣਾ ਚਾਹਾਂਗਾ, ਜਦੋਂ ਮੁਗਲਾਂ ਨਾਲ ਲੜਾਈ ਸੀ ਕਿ ਉਦੋਂ ਪੰਜਾਬ ਨੇ ਲੀਡ ਨਹੀਂ ਕੀਤਾ? ਤੇ ਜਦੋਂ ਅੰਗਰੇਜ਼ਾਂ ਨਾਲ ਲੜਾਈ ਸੀ ਉਦੋਂ ਪੰਜਾਬ ਨੇ ਲੀਡ ਨਹੀਂ ਕੀਤਾ? ਤੇ ਜਦੋਂ ਪਾਕਿਸਤਾਨ, ਚਾਈਨਾ ਨਾਲ ਲੜਾਈਆਂ ਸੀ ਉਦੋਂ ਵੀ ਪੰਜਾਬੀਆਂ ਨੇ ਲੀਡ ਕੀਤਾ? ਤੇ ਜਦੋਂ ਹਰੀ ਕ੍ਰਾਂਤੀ ਲਿਆਉਣੀ ਸੀ, ਦੇਸ਼ ਦੇ ਅਨਾਜ ਦੇ ਭੰਡਾਰ ਖਾਲੀ ਪਏ ਸਨ, ਉਦੋਂ ਵੀ ਪੰਜਾਬੀਆਂ ਨੇ ਲੀਡ ਕੀਤਾ ਤੇ ਸਾਰੇ ਦੇਸ਼ ਦੇ ਅਨਾਜ ਦੇ ਭੰਡਾਰ ਭਰ ਦਿੱਤੇ। ਦੋਸਤੋ, ਪੰਜਾਬੀ ਕੌਮ ਹੈ ਅਸੀਂ ਜੋ ਅਣਖੀ ਹੈ, ਮਿਹਨਤੀ ਹੈ, ਤੇ ਉਹਨਾਂ ਨੇ ਆਪਣੀ ਮਿਹਨਤ ਦਾ ਹਰ ਵਾਰੀ ਦੱਸਿਆ ਕਿ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ। ਬਾਕੀ ਦੋਸਤੋ, ਜੋ ਵੀ ਅੰਦੋਲਨ ਇਹ ਚੱਲਿਆ ਹੈ, ਇਹ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਇਸ ਵੇਲੇ ਬਣ ਚੁੱਕਾ ਹੈ ਜੋ ਆਜ਼ਾਦੀ ਤੋਂ ਬਾਅਦ ਚੱਲਿਆ ਹੈ। ਇਸ ਤੋਂ ਪਹਿਲਾਂ ਆਜ਼ਾਦੀ ਦੇ ਟਾਈਮ ਤੇ ਆਜ਼ਾਦੀ ਲੈਣ ਲਈ ਇਹ ਸੰਘਰਸ਼ ਚੱਲਦੇ ਸੀ, ਅੰਗਰੇਜ਼ਾਂ ਦੇ ਖਿਲਾਫ ਚੱਲਦੇ ਸੀ। ਸਭ ਤੋਂ ਪਹਿਲਾਂ ਜੋ ਅੰਦੋਲਨ ਚੱਲਿਆ 1907 ਵਿੱਚ, ਕਿਉਂਕਿ ਪਗੜੀ ਸੰਭਾਲ ਜੱਟਾਂ ਅੰਦੋਲਨ ਚੱਲਿਆ ਸੀ, ਜਿਸ ਨੂੰ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਜੀ ਨੇ ਸ਼ੁਰੂ ਕੀਤਾ ਸੀ 1907 'ਚ। ਉਹ ਅੰਗਰੇਜ਼ਾਂ ਦੇ ਖਿਲਾਫ ਸੀ। ਅੰਗਰੇਜ਼ ਵੀ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਆਏ ਸੀ ਜੋ ਕਿ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੇ ਸਨ। ਤੇ ਉਹ ਲੜਾਈ ਸਾਡੀ ਅੰਗਰੇਜ਼ਾਂ ਨਾਲ ਸੀ, ਪਰ ਹੁਣ ਸਾਡੀ ਲੜਾਈ ਜੋ ਹੈ ਉਹ ਸਾਡੀ ਆਪਣੀ ਚੁਣੀ ਹੋਈ ਸਰਕਾਰ ਦੇ ਨਾਲ ਹੈ।
ਅੱਜ ਦੀ ਸਰਕਾਰ ਜੋ ਕਿ ਕਹਿੰਦੀ ਹੈ ਕਿ ਲੋਕਤੰਤਰਿਕ ਸਰਕਾਰ ਹੈ, ਪਰ ਲੋਕਤੰਤਰ ਜੋ ਇੰਡੀਆ ਦੇ ਵਿੱਚ ਹੈ ਉਹ ਸਿਰਫ ਇੱਕ ਤਰ੍ਹਾਂ ਸੰਵਿਧਾਨ ਦੀ ਜਿਲਦ ਦੇ ਉੱਤੇ ਦੇਖਣ ਨੂੰ ਮਿਲਦਾ ਹੈ। ਸੰਵਿਧਾਨ ਦੇ ਅੰਦਰ ਜਾਂ ਸਰਕਾਰ ਦੇ ਅੰਦਰ ਪੂਰੀ ਡਿਕਟੇਟਰਸ਼ਿਪ ਚੱਲਦੀ ਹੈ, ਜਿਸ ਨੂੰ ਲੋਕਤੰਤਰ ਰਾਜ ਵਿੱਚ ਕਦੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਾਕੀ ਇੰਡੀਆ ਨੂੰ ਕਿਤਾਬਾਂ ਵਿੱਚ ਲਿਖਿਆ ਹੈ ਕਿ ਕਹਿੰਦੇ ਆ ਮਦਰ ਆਫ ਡੈਮੋਕ੍ਰੇਸੀ, ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਜੋ ਵੀ ਸਰਕਾਰ ਕੰਮ ਕਰ ਰਹੀ ਹੈ ਪੂਰੇ ਹੰਕਾਰ ਦੇ ਵਿੱਚ ਕਰ ਰਹੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਹਰ ਚੀਜ਼ ਦਾ ਅੰਤ ਹੁੰਦਾ ਹੈ। ਇਸ ਕਰਕੇ ਪੰਜਾਬੀਆਂ ਨੇ ਇਹ ਸੰਘਰਸ਼ ਸ਼ੁਰੂ ਕੀਤਾ। ਪੰਜਾਬੀਆਂ ਦੀ ਲੋੜ ਸੀ ਕਿ ਇਸ ਦੇ ਇਹਨਾਂ ਕਾਨੂੰਨਾਂ ਨਾਲ ਸਭ ਤੋਂ ਜ਼ਿਆਦਾ ਸੱਟ ਵੀ ਪੰਜਾਬੀਆਂ ਨੂੰ ਲੱਗਦੀ ਹੈ ਜਾਂ ਹਰਿਆਣਾ ਵਾਲਿਆਂ ਨੂੰ ਲੱਗਦੀ ਹੈ। ਹਰਿਆਣਾ ਵੀ ਇੱਕ ਪੰਜਾਬ ਦਾ ਹਿੱਸਾ ਸੀ। ਇਹ ਦੋ ਪ੍ਰਾਂਤ ਨੇ ਜਿਨ੍ਹਾਂ ਦੇ ਵਿੱਚ MSP ਹੈ। ਪੰਜਾਬ ਦੇ ਵਿੱਚ ਜੋ ਕਿਸਾਨਾਂ ਦੀ ਇਨਕਮ ਹੈ ਐਵਰੇਜ ਦੇ ਹਿਸਾਬ ਨਾਲ 18,500 ਹੈ, ਹਰਿਆਣਾ ਵਿੱਚ 14,500 ਹੈ, ਕੇਰਲਾ ਵਿੱਚ 11,000 ਹੈ। ਜਦ ਕਿ ਜਿਹੜਾ ਇਹ ਮਾਡਲ ਲਾਗੂ ਕਰਨਾ ਚਾਹੁੰਦੇ ਨੇ ਜਿਵੇਂ ਕਿ ਬਿਹਾਰ ਮਾਡਲ, ਉਸ 'ਤੇ ਬਿਹਾਰੀਆਂ ਦੇ ਜੋ ਕੀਮਤ ਹੈ ਬੋਲ ਰਿਹਾ ਸੀ ਕਿ ਪੰਜਾਬ ਹਰਿਆਣਾ ਨੂੰ ਮੇਨ ਸੱਟ ਲੱਗੀ ਹੈ। ਜਿਹੜਾ ਬਿਹਾਰ ਮਾਡਲ ਇਹ ਲਾਗੂ ਕਰਨਾ ਚਾਹੁੰਦੇ ਨੇ, ਬਿਹਾਰ ਦੇ ਵਿੱਚ ਪਰ ਕਿਸਾਨ ਦੀ ਆਮਦਨੀ 3,500 ਹੈ। ਬਿਹਾਰ ਦਾ ਕਿਸਾਨ ਜੋ 20 ਕਿੱਲਿਆਂ ਵਾਲਾ ਕਿਸਾਨ ਹੈ ਉਹ ਪੰਜਾਬ ਹਰਿਆਣਾ ਦੇ ਵਿੱਚ ਆ ਕੇ 2 ਕਿੱਲਿਆਂ ਵਾਲੇ ਦੇ ਕਿਸਾਨਾਂ ਦੇ ਘਰ ਆੜ ਕੇ ਮਜ਼ਦੂਰੀ ਕਰਨ ਨੂੰ ਮਜਬੂਰ ਹੈ। ਤੇ ਇਹ ਚਾਹੁੰਦੇ ਨੇ ਕਿ ਪੰਜਾਬ ਜਾਂ ਹਰਿਆਣੇ ਨੂੰ ਵੀ ਬਿਹਾਰ ਬਣਾ ਦਈਏ। ਇਸ ਕਰਕੇ ਪੰਜਾਬੀਆਂ ਨੇ ਤਾਂ ਅੰਦੋਲਨ ਕਰਨਾ ਹੀ ਸੀ, ਹਰਿਆਣੇ ਵਾਲਿਆਂ ਨੇ ਵੀ ਕਰਨਾ ਸੀ, ਕਿਉਂਕਿ ਸਭ ਤੋਂ ਜ਼ਿਆਦਾ ਸੱਟ ਇਸ ਕਾਨੂੰਨਾਂ ਨਾਲ ਸਾਨੂੰ ਲੱਗਦੀ ਹੈ। ਬਾਕੀ ਦੋਸਤੋ, ਇਹ ਜੋ ਵੀ ਸਰਕਾਰ ਕਰ ਰਹੀ ਹੈ ਬਹੁਤ ਮਾੜਾ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਦੇਸ਼ ਨੂੰ ਵੇਚ ਕੇ ਖਾ ਗਏ। ਇਹਨਾਂ ਨੇ ਰਿਜ਼ਰਵ ਬੈਂਕ ਨੂੰ ਖਾਲੀ ਕਰ ਦਿੱਤਾ। ਇਹਨਾਂ ਨੇ ਜੋ ਵੀ ਕੰਮ ਜੋ ਵੀ ਅਦਾਰੇ ਸਨ ਸਰਕਾਰੀ ਉਹ ਵੇਚ ਦਿੱਤੇ। ਹੁਣ ਇਹਨਾਂ ਦੀ ਅੱਖ ਕਿਸਾਨਾਂ ਦੀ ਜ਼ਮੀਨ ਤੇ ਹੈ। ਅਸੀਂ ਇਹ ਕਦੀ ਬਰਦਾਸ਼ਤ ਨਹੀਂ ਕਰਾਂਗੇ। ਇਹ ਕਿਸਾਨਾਂ ਦੇ ਇਹ ਕਾਨੂੰਨ ਪਾਸ ਤਾਂ ਇਹਨਾਂ ਨੇ ਕਰਾ ਲਏ, ਇਹ ਲਾਗੂ ਹੋਣ। ਸਾਡਾ ਸਾਰਿਆਂ ਦਾ ਜੋ ਅਸੀਂ ਅੱਜ ਮੁਜ਼ਾਹਰੇ ਕਰ ਰਹੇ ਹਾਂ ਸਾਰੀ ਦੁਨੀਆ ਦੇ ਵਿੱਚ, ਇਹ ਸਿਰਫ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਹਾਂ ਜਿਹੜੇ ਉੱਥੇ ਠੰਡ ਦੇ ਵਿੱਚ ਬੈਠੇ ਨੇ, ਆਪਣੇ ਪਰਿਵਾਰ ਲੈ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਇਹ ਦੱਸਣਾ ਚਾਹੁੰਦੇ ਹਾਂ। ਬਾਕੀ ਦੋਸਤੋ, ਮੈਂ ਇੰਨਾ ਕਹਿੰਦਾ ਹੋਇਆ ਸਭ ਦਾ ਇੱਕ ਵਾਰੀ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਮੈਂ ਇੱਕ ਵਾਰੀ ਜਿਹੜੇ ਸਾਥੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਫੰਕਸ਼ਨ ਨੂੰ ਕਰਨ 'ਚ, ਉਹਨਾਂ ਦੇ ਮੈਂ ਨਾਲ ਲੈਣਾ ਚਾਹਾਂਗਾ, ਜਿਨ੍ਹਾਂ ਦੇ ਵਿੱਚੋਂ ਰੇਸ਼ਮ ਭਰੋਲੀ ਜੀ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਸ਼੍ਰੀ ਰਜੀਵ ਬੇਰੀ ਜੀ, ਨਾਲ ਸਾਡੇ ਰਾਜ ਸ਼ਰਮਾ ਜੀ, ਸੁੱਖਾ ਗਰੇਵਾਲ, ਨਜਮਾ ਨਾਜ, ਸੁਮਨਦੀਪ ਕੌਰ, ਕਲਜੀਤ ਕੌਰ, ਇਹਨਾਂ ਨੇ ਬਹੁਤ ਹੀ ਯੋਗਦਾਨ ਪਾਇਆ। ਤੇ ਬਾਕੀ ਦੋਨੇ ਗੁਰੂ ਘਰਾਂ ਦੇ ਪ੍ਰਧਾਨ ਦਲਵੀਰ ਸਿੰਘ ਬੀਰਾ ਜੀ ਤੇ ਰਣਜੀਤ ਸਿੰਘ ਜੀ ਬਾਰੰਬੇਗ ਗੁਰਦੁਆਰੇ ਤੋਂ, ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ। ਮੈਂ ਸਾਰਿਆਂ ਦਾ ਇੱਕ ਵਾਰੀ ਹੋਰ ਬਹੁਤ ਧੰਨਵਾਦ ਕਰਦਾ ਹਾਂ ਤੇ ਫਿਰ ਇੱਕ ਵਾਰੀ ਆਖਾਂਗਾ ਕਿ ਸਾਰਿਆਂ ਨੂੰ ਇੱਕ ਵਾਰੀ ਤਾੜੀਆਂ ਮਾਰ ਦਿਓ ਸਾਡੇ ਭਰਾਵਾਂ ਲਈ ਜੋ ਇੰਡੀਆ ਵਿੱਚ ਬੈਠੇ ਨੇ ਤੇ ਉਹਨਾਂ ਨੂੰ ਮੈਸੇਜ ਪਹੁੰਚਾਓ ਕਿ ਜ਼ੋਰਦਾਰ ਤਾੜੀਆਂ ਮਾਰੋ ਉਹਨਾਂ ਕਿਸਾਨਾਂ ਲਈ। ਥੈਂਕ ਯੂ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਮਿਹਰਬਾਨੀ ਸਾਰਿਆਂ ਦੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਦੋ ਲਾਈਨਾਂ ਲਿਖੀ ਆਪਣੀ ਨਕਮੀ ਸਰਕਾਰ ਲਈ। ਅਸੀਂ ਪਹਿਲਾਂ ਵੀ ਆਪਣੇ ਹੱਕ ਲਈ ਮਰਦੇ ਆਏ ਸੀ ਤੇ ਅਸੀਂ ਅੱਜ ਵੀ ਆਪਣੇ ਹੱਕ ਲਈ ਮਰ ਜਾਵਾਂਗੇ। ਔਰ ਇੰਡੀਆ ਵਿੱਚ ਤਾਂ ਪਹਿਲਾਂ ਹੀ ਤੈਨੂੰ ਲਾਂਤਾਂ ਪੈਂਦੀਆਂ ਨੇ ਸਰਕਾਰੇ। ਹੁਣ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਲੈ ਕੇ ਜਰਮਨੀ ਤੋਂ ਵੀ ਅਸੀਂ ਤੈਨੂੰ ਜੁੱਤੀਆਂ ਦੇ ਹਾਰ ਪਾਵਾਂਗੇ। ਔਰ ਜਿੰਨੀ ਵਾਰੀ ਤੂੰ ਹੱਦ ਟੱਪੇਂਗੀ ਦਿੱਲੀਏ, ਉਨੀ ਵਾਰੀ ਅਸੀਂ ਲਹੂ ਨਾਲ ਲਿਬੜਾ ਲਾਲ ਜੋੜਾ ਤੈਨੂੰ ਪਵਾਵਾਂਗੇ। ਉਨੀ ਵਾਰੀ ਅਸੀਂ ਤੈਨੂੰ ਲਹੂ ਨਾਲ ਲਿਬੜਾ ਲਾਲ ਜੋੜਾ ਪਵਾਵਾਂਗੇ। ਉਹ ਚੈੱਕ ਕਰਕੇ ਧੱਕਾ ਸੁਗੀ ਤੂੰ ਸਾਨੂੰ ਬਸ ਨਹੀਂ ਦੇਣਾ ਨਾ ਦਿੱਲੀਏ, ਤੇ ਤੇਰੇ ਨਾਲ ਲੈ ਕੇ ਅਸੀਂ ਚਾਰ ਲਾਵਾਂ ਤੈਨੂੰ ਵੀ ਅਸੀਂ ਖੁੰਦੇ ਹੰਝੀ ਰਵਾਵਾਂਗੇ। ਮੋਦੀ ਤੇਰੇ ਕੰਮ ਨਿਕੰਮੇ ਫੇਰ ਕਹੇਗਾ ਖੜ ਕੁਜਵੇਂ, ਮੋਦੀ ਤੇਰੇ ਕੰਮ ਨਿਕੰਮੇ ਫੇਰ ਕਹੇਗਾ ਖੜ ਕੁਜਵੇਂ। ਹਾਂਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਬੜੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਫਾਦਰ ਨਾਲ ਰੋਜ਼ ਜਿਹੜੀਆਂ ਗੱਲ ਹੁੰਦੀ ਸੀ ਤੇ ਕਿਸਾਨ ਮੋਰਚੇ ਦੇ ਬਾਰੇ ਰੋਜ਼ ਉਹਦੇ ਨਾਲ ਗੱਲ ਕਰਨੀ, ਉਹਨਾਂ ਨੂੰ ਪੁੱਛਣਾ, YouTube ਤੇ ਵੀਡੀਓਜ਼ ਦੇਖਣੀਆਂ ਤੇ ਦਿਲ ਵਿੱਚ ਬਹੁਤ ਰੰਜਿਸ਼ ਆਉਣੀ ਤੇ ਖੂਨ ਨੇ ਖੋਲਣਾ ਕਿ ਆਪਾਂ ਇੱਥੇ ਬੈਠੇ ਆ, ਸਾਡੇ ਬਜ਼ੁਰਗ ਉੱਥੇ ਠੰਡ 'ਚ ਠਰਦੇ ਆ। ਇਸ ਕਰਕੇ ਮੈਂ ਆਪਣੇ ਫਾਦਰ ਨਾਲ ਗੱਲ ਕੀਤੀ। ਉਹਨਾਂ ਨੇ ਇੱਕ ਕਵਿਤਾ ਲਿਖੀ ਇਹਦੇ ਉੱਤੇ, ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ।
ਕਹਿੰਦਾ ਖੇਤੀ ਹੈ ਰੀੜ੍ਹ ਦੀ ਹੱਡੀ, ਕੇਂਦਰ ਇਹਨੂੰ ਜਾਂਦਾ ਦੱਬੀ। ਖੇਤੀ ਹੈ ਰੀੜ੍ਹ ਦੀ ਹੱਡੀ, ਕੇਂਦਰ ਇਹਨੂੰ ਜਾਂਦਾ ਦੱਬੀ। ਕਦੋਂ ਤੱਕ ਦਬਾਉਣਗੇ, ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਖੇਤੀ ਦੇ ਚੱਲਣ ਆਸਰੇ ਸਭਨਾਂ ਦੇ ਚੁੱਲ੍ਹੇ ਜੀ, ਖੇਤੀ ਦੇ ਚੱਲਣ ਆਸਰੇ ਸਭਨਾਂ ਦੇ ਚੁੱਲ੍ਹੇ ਜੀ। ਕੇਂਦਰ ਵਿੱਚ ਬੈਠੇ ਹਾਕਮ ਇਹ ਗੱਲ ਕਿਉਂ ਭੁੱਲੇ ਜੀ। ਕਿਰਤੀ ਅਣਖੀਲੇ ਯੋਧੇ, ਕਿਰਤੀ ਅਣਖੀਲੇ ਯੋਧੇ ਯਾਦ ਕਰਵਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਮੂਲੀ ਵਾਂਗੂ ਪੁੱਟ ਕੇ ਸੁੱਟਿਆ ਖੱਟੜ ਦੀਆਂ ਰੋਕਾਂ ਨੂੰ, ਮੂਲੀ ਵਾਂਗੂ ਪੁੱਟ ਕੇ ਸੁੱਟਿਆ ਖੱਟੜ ਦੀਆਂ ਰੋਕਾਂ ਨੂੰ। ਕਹਿੰਦਾ ਸੀ ਜਾਨ ਨਹੀਂ ਦੇਣਾ ਇੱਥੋਂ ਮੈਂ ਲੋਕਾਂ ਨੂੰ, ਕਹਿੰਦਾ ਸੀ ਜਾਨ ਨਹੀਂ ਦੇਣਾ ਇੱਥੋਂ ਮੈਂ ਲੋਕਾਂ ਨੂੰ। ਅਜੇ ਵੀ ਨਾ ਪਰਖੋ ਸਾਨੂੰ ਦਿੱਲੀ ਹਿਲਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਮੰਗਦੇ ਇਹ ਹੱਕ ਆਪਣਾ ਹੋਰ ਕੁਝ ਕਹਿੰਦੇ ਨਹੀਂ, ਮੰਗਦੇ ਇਹ ਹੱਕ ਆਪਣਾ ਹੋਰ ਕੁਝ ਕਹਿੰਦੇ ਨਹੀਂ। ਸ਼ਰਤਾਂ ਨਾ ਕਦੇ ਕਬੂਲਣ ਧੌਂਸ ਇਹ ਸਹਿੰਦੇ ਨਹੀਂ। ਛੇਤੀ ਗੱਲ ਸੁਣ ਇਹਨਾਂ ਦੀ ਵਾਪਸ ਮੁੜ ਆਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਅਜੇ ਕੁਝ ਵਿਗੜਿਆ ਨਹੀਂ ਡੁੱਲੇ ਹੋਏ ਬੇਰਾਂ ਦਾ, ਅਜੇ ਕੁਝ ਵਿਗੜਿਆ ਨਹੀਂ ਡੁੱਲੇ ਹੋਏ ਬੇਰਾਂ ਦਾ। ਕਰੇਗਾ ਕਿਵੇਂ ਮੁਕਾਬਲਾ ਅਣਖੀਲੇ ਸ਼ੇਰਾਂ ਦਾ। ਹੇਕੜ ਨਾ ਛੱਡੀ ਜੇਕਰ ਧੌਣ ਹੱਥ ਪਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਕਹਿੰਦਾ ਮੇਰੀ ਸਲਾਮ ਉਹਨਾਂ ਨੂੰ ਭੈਣਾਂ ਤੇ ਵੀਰਾਂ ਨੂੰ, ਮੇਰੀ ਸਲਾਮ ਉਹਨਾਂ ਨੂੰ ਭੈਣਾਂ ਤੇ ਵੀਰਾਂ ਨੂੰ। ਹਰਿਆਣੇ ਤੋਂ ਲੈ ਕੇ ਆਏ ਸਬਜ਼ੀ ਤੇ ਖੀਰਾਂ ਨੂੰ, ਹਰਿਆਣੇ ਤੋਂ ਲੈ ਕੇ ਆਏ ਸਬਜ਼ੀ ਤੇ ਖੀਰਾਂ ਨੂੰ। ਫਿਕਰ ਨਾ ਕਰੋ ਪੁੱਤ, ਫਿਕਰ ਨਾ ਕਰੋ ਪੁੱਤ ਦੁੱਧ ਦਾ ਮੁੱਲ ਪਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਉੱਠ ਪਏ ਹੁਣ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਅੱਛਾ ਜੀ, ਅਖੀਰ ਦੇ ਵਿੱਚ ਕਹਿੰਦੇ ਜੀ ਲੰਬਾ ਸੰਘਰਸ਼ ਦਾ ਕਿੱਸਾ ਬਣੀਏ ਅੱਜ ਉਸ ਦਾ ਹਿੱਸਾ। ਲੰਬਾ ਸੰਘਰਸ਼ ਦਾ ਕਿੱਸਾ ਬਣੀਏ ਅੱਜ ਉਸ ਦਾ ਹਿੱਸਾ। ਸਾਡੇ ਲਈ ਲੜਦੇ ਜੋ ਠੰਡੀਆਂ ਹਵਾਵਾਂ ਵਿੱਚ ਰਾਤਾਂ ਨੂੰ ਠਰਦੇ ਜੋ। ਮਾਫ ਇਤਿਹਾਸ ਨਹੀਂ ਕਰਨਾ ਸਾਡੀ ਨਾਕਾਮੀ ਨੂੰ। ਆਓ ਰਲ ਮਿਲ ਕੇ ਗਈਏ ਸਾਥ ਕਿਸਾਨੀ ਨੂੰ। ਰਾਗੀ ਤੇ ਢਾਡੀ ਪਿੱਛੋਂ ਵਾਰਾਂ ਇਹ ਗਾਉਣਗੇ। ਉੱਠ ਪਏ ਪੁੱਤ ਖੇਤਾਂ ਦੇ ਜਲਵੇ ਦਿਖਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। ਵੀਰੋ ਆਪਣਾ ਮਾਹੌਲ ਥੋੜਾ ਜਿਹਾ ਠੰਡਾ, ਆਪਾਂ 5-4 ਨਾਅਰੇ ਲਾਉਣੇ ਆ ਠੋਕ ਕੇ ਥੋੜਾ ਜਿਹਾ ਕਿਸਾਨਾਂ ਦੇ ਨਾਂ ਤੇ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸਾਡਾ ਹੱਕ ਸਾਡਾ ਹੱਕ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਸਾਡਾ ਹੱਕ ਸਾਡਾ ਹੱਕ। ਸੋ ਪਤਾ ਹੀ ਹੈ ਵੀ ਆਪਾਂ ਇੱਥੇ ਕਿਉਂ ਇਕੱਠੇ ਹੋਏ ਆ। ਜੋ ਕੇਂਦਰ ਦੀ ਸਰਕਾਰ ਨੇ ਕਾਲੇ ਕਾਨੂੰਨ, ਜਿਹੜੇ ਕਿ ਕਾਲੇ ਰੰਗ ਤੋਂ ਵੀ ਬਹੁਤ ਭੈੜੇ ਨੇ, ਤੇ ਜਿਨ੍ਹਾਂ ਨੇ ਬਣਾਈ ਹੈ ਉਹਨਾਂ ਦੀ ਬੂਥੀ ਦਾ ਕਾਲੀ ਹੈ ਹੀ ਹੈ। ਤੇ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਵੀ ਜੇ ਤੁਹਾਨੂੰ ਲੱਗਦਾ ਹੈ ਜਿਹੜਾ ਹਰੀਤ ਕ੍ਰਾਂਤੀ ਦੇ ਨਾਂ ਤੇ ਪਹਿਲਾਂ ਵੀ ਪੰਜਾਬਾਂ ਨਾਲ ਤੁਸੀਂ ਧੱਕਾ ਕੀਤਾ ਹੈ, ਹੁਣ ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ, ਇਹ ਪਹਿਲਾਂ ਵਾਲੀਆਂ ਗੱਲਾਂ ਹੀ ਰਹਿ ਗਈਆਂ ਵੀ ਜਿਹੜੇ ਸਾਡੇ ਬਾਪੂ ਹੁੰਦੇ ਸੀਗੇ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ, ਜਿਵੇਂ ਤੁਸੀਂ ਕਹਿਤਾ ਸੀਗਾ ਉਵੇਂ ਮੰਨੀ ਜਾਂਦੇ ਸੀ। ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਹੁਣ ਅਸੀਂ ਹੁਣ ਇੱਕ ਠੋਕ ਕੇ ਤੁਹਾਡਾ ਜਵਾਬ ਦੇਵਾਂਗੇ। ਇੱਕ ਵਾਰੀ ਫਿਰ ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਅਸੀਂ ਦਿੱਲੀ 'ਚ ਜਿਹੜੇ ਮੇਰੇ ਭਰਾ, ਸਾਡੇ ਪਿਓ, ਸਾਡੇ ਬਜ਼ੁਰਗ, ਸਾਡੇ ਦਾਦੇ ਜਿਹੜੇ ਨਾਲ ਬੈਠੇ ਨੇ, ਦਿੱਲੀ 'ਚ ਹੱਕ ਮੰਗ ਰਹੇ ਆ। ਉਹਨਾਂ ਦਾ ਹੱਕ ਦਿਓ। ਅਸੀਂ ਹੱਕ ਮੰਗ ਰਹੇ ਆ, ਕੋਈ ਭੀਖ ਨਹੀਂ ਮੰਗ ਰਹੇ ਤੁਹਾਡੇ ਤੋਂ। ਸਾਡੇ ਭਰਾ ਜਿਹੜੇ ਠੰਡਾਂ 'ਚ ਉੱਥੇ ਬੈਠੇ ਆ, ਪਹਿਲਾਂ ਵੀ ਬਹੁਤ ਵਾਰੀ ਕੁਰਬਾਨੀਆਂ ਕਰੀਆਂ। ਸਭ ਤੋਂ ਪਹਿਲਾਂ ਨਾਂ ਪੰਜਾਬੀਆਂ ਦਾ ਆਉਂਦਾ। ਮੈਂ ਖੁਦ ਹਰਿਆਣੇ ਤੋਂ ਆ ਗੱਲ ਕਰ, ਫੇਰ ਵੀ ਅੱਜ ਹਰਿਆਣੇ ਵਾਲੇ ਭਰਾ ਇਕੱਠੇ ਹੋਏ ਆ
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਹਮੇਸ਼ਾ ਸਾਨੂੰ ਪਾੜਿਆ ਜਾਂਦਾ ਹੈ, ਕਦੇ ਕਹਿ ਦਿੰਦੇ ਆ ਪਾਣੀਆਂ ਦੇ ਮੁੱਦੇ ਤੇ। ਹੁਣ ਅਸੀਂ ਇਹਨਾਂ ਦੇ ਵਿੱਚ ਝਾਂਸੇ 'ਚ ਨਹੀਂ ਆਉਣਾ ਵੀਰੋ, ਠੋਕ ਕੇ ਰੱਖੋ ਕੰਮ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਸਾਡਾ ਹੱਕ, ਸਾਡਾ ਹੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Bella Sarianu, Vaiguru Ji Ka Khalsa, Vaiguru Ji Ki Fateh. Wir sind alle hier, weil wir alle Familie in Indien haben. Wir haben Verwandte in Indien, die unter Modis neuen Gesetzen gegenüber der Agrarwirtschaft leiden. Sie haben Existenzängste, sie können nicht ihre angebauten Produkte oder Gemüse weiterverkaufen, sie bekommen kein Geld, sie leiden unter Existenzängsten. Ich sage schon mal im Voraus, ich habe mich nicht für diese Rede vorbereitet. Ich mache das, damit die deutsche Gesellschaft hier in Hamburg mitbekommt, was in Indien vorgeht. Seit Generationen wird die Punjabi-Gesellschaft in Indien von der Regierung unterdrückt und keiner in Deutschland, soweit ich weiß irgendwas darüber. Wir sind hier, um das hier zu ändern. Wir sind hier, um für unsere Gesellschaft dazustehen. Wir wissen alle, dass wenn wir nichts tun, dass die Gesellschaft in Indien untergehen wird, egal wie viel sie protestieren. Wir haben uns hier in Deutschland versammelt, auch in Australien, Austria wird sich die Gesellschaft versammeln. Ich bin ein bisschen aufgeregt, tut mir leid. Und ich hoffe, dass wir uns weiterhin so versammeln und für unsere Gesellschaft in India treffen und protestieren. Dankeschön. Ja, egal, alles gut. Nein. Bole Sonihale! Sri Akal! Ich danke dir vielmals. Das hast du viel geholfen und ich hoffe, viele Leute haben zufrieden. Dankeschön nochmal, ja? जय जवान किसान एकता जिंदाबाद। ये भी एक बहुत बड़ी गल है। 31 जथेबंदियां ਜਿਹੜੀਆਂ ਸਾਰੀਆਂ ਇਕੱਠੀਆਂ ਹੋਈਆਂ, ਸ਼ਾਇਦ ਇਹ ਪਹਿਲੀ ਵਾਰੀ ਹੋਇਆ। ਇਹ ਬਹੁਤ ਵਧੀਆ ਗੱਲ ਹੈ। ਹਾਂਜੀ ਭਾਉ ਜੀ, ਆਪਾਂ ਵੀ ਤਾਂ ਹੰਬਰਗ ਇਕੱਠਾ ਕਰ ਲਿਆ। ਬੋਲੇ ਸੋਨਹਾਲ, ਬੋਲੇ ਸੋਨਹਾਲ। ਸਭ ਤੋਂ ਪਹਿਲਾਂ ਆਪਾਂ ਗੁਰਾਂ ਦੀ ਬਖਸ਼ਿਸ਼ ਹੋਈ ਫਤਿਹ ਸਾਂਝ ਪਾਈਏ। ਕੋਈ ਵੀ ਬਾਣ ਬਾਝ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਬੁਲਾ ਰਹੇ ਨੇ। ਸਾਰਾ ਪ੍ਰੋਗਰਾਮ ਦੱਸਦਾ ਤੁਹਾਨੂੰ ਵੀ ਕਿੱਦਾਂ ਕੀ ਪ੍ਰੋਗਰਾਮ ਚੱਲ ਰਿਹਾ, ਕੀ ਏਰੀਆ 'ਚ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਉਹ ਕਿੱਥੋਂ ਤੱਕ ਗਿਆ, ਸਾਰਾ ਮੇਰਾ ਖਿਆਲ ਸਭ ਨੇ ਦੱਸਤਾ। ਮੈਂ ਸਿਰਫ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਆਏ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ, ਕਿਉਂਕਿ ਉਹਨਾਂ ਨੇ ਇੱਕ ਇਕੱਠੇ ਹੋਣ ਦਾ ਸਬੂਤ ਦਿੱਤਾ। ਬੋਲੇ ਸੋਨਹਾਲ, ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਸਰਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਚੀ ਦੇਰੀ ਫਤਿਹ ਬੁਲਾਓ। ਬਲੇ ਸੋਨਹਾਲ, ਸ੍ਰੀ ਅਕਾਲ। ਅੱਜ ਦਾ ਜਿਹੜਾ ਇਤਿਹਾਸ ਆ ਉਹ ਦੁਬਾਰਾ ਰਿਪੀਟ ਹੁੰਦਾ। 18ਵੀਂ ਸਦੀ ਦੇ ਯੋਧਿਆਂ ਨੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਸ਼ੁਕਰ ਚੱਕੀਆ, ਹੋਰ ਸਿੰਘਾਂ ਨੇ ਉਹਨਾਂ ਨੇ ਜਿਹੜਾ ਉਸ ਟਾਈਮ ਦਾ ਇਤਿਹਾਸ ਬਣਾਇਆ ਸੀ। ਤੇ ਇੱਕ ਕਹਾਵਤ ਬਣੀ ਸੀ, ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜੋ ਮਨੂੰ ਵੱਢਦਾ ਅਸੀਂ ਦੂਣ ਸਵਾਣੇ ਹੋਏ। ਤੇ ਅੱਜ ਦੇ ਟਾਈਮ ਮੋਦੀ ਨੇ ਵੀ ਉਹੋ ਹੀ ਕੰਮ ਕੀਤਾ ਮਨੂੰ ਵਾਲਾ। ਮੋਦੀ ਨੇ ਜੋ ਜਿੱਦਾਂ ਲੋਕਾਂ ਦੇ ਉੱਤੇ ਕਸ਼ਟ ਦਿੱਤੇ ਲੋਕਾਂ ਨੂੰ, ਤੇ ਅੱਜ ਦੀ ਉਹ ਕਹਾਵਤ ਜਿਹੜੀ ਦੁਬਾਰਾ ਰਿਪੀਟ ਹੁੰਦੀ ਆ, ਮੋਦੀ ਸਾਡੀ ਦਾਤਰੀ ਅਸੀਂ ਮੋਦੀ ਦੇ ਸੋਏ, ਜੋ ਮੋਦੀ ਵੱਢਦਾ ਅਸੀਂ ਦੂਣ ਸਵਾਣੇ ਹੋਏ। ਅੱਜ ਦੇ ਪਹਿਲੀ ਤਾਂ ਗੱਲ ਜਿਹੜਾ ਡਿਸਿਪਲਿਨ ਆ, ਸਭ ਤੋਂ ਪਹਿਲਾਂ ਡਿਸਿਪਲਿਨ ਆ। ਤਾਂ ਆਪਾਂ ਨੂੰ ਡਿਸਿਪਲਿਨ ਦੇ ਵਿੱਚ ਰਹਿਣਾ ਚਾਹੀਦਾ। ਸਾਰਿਆਂ ਨੂੰ ਆਪੋ ਆਪਣੇ ਅਪ ਸਟੈਂਡ ਰੱਖਣਾ ਚਾਹੀਦੇ ਆ। ਦੁਬਾਰਾ ਇਹ ਬੇਨਤੀ ਆ ਆਪ ਨੂੰ, ਨਹੀਂ ਤੇ ਆਪਾਂ ਨੂੰ ਇਹ ਪ੍ਰੋਗਰਾਮ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਆਪਾਂ ਆਪਣੇ ਹੱਥੀਂ ਆਪਣਾ ਹੀ ਇਹ
ਜਿਹੜਾ ਕਰ ਰਹੇ ਆ ਆਪਣੀ ਪਾਬੰਦੀ ਆਪਣੇ ਤੇ ਆਪ ਲਾਵਾਂਗੇ। ਜੇ ਪਿਛਲੇ ਆਪਾਂ ਦਿੱਲੀ ਦੇ ਵਿੱਚ ਦੇਖੀਏ ਤੇ ਉੱਥੇ ਕੀ ਆ, ਡਿਸਪਲਿਨ ਆ ਇੱਕ, ਜੋ ਕਿਸਾਨ ਜਥੇਬੰਦੀਆਂ ਨੇ ਡਿਸਪਲਿਨ ਦਿੱਤਾ, ਉਸ ਡਿਸਪਲਿਨ ਦੀ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਵਾਹਵਾ ਹੋ ਰਹੀ ਹੈ ਕਿ ਇਹਨਾਂ ਦਾ ਡਿਸਪਲਿਨ ਦੇਖ ਕੇ ਉਹਨਾਂ ਦਾ ਤਾਂ ਹੀ ਵਾਹਵਾ ਹੋ ਰਹੀ ਆ। ਆਪਾਂ ਵੀ ਤਾਂ ਹੀ ਉਹਨਾਂ ਦੇ ਪਿੱਛੇ ਖੜੇ ਆ। ਜੇ ਉਹਨਾਂ ਦਾ ਡਿਸਪਲਿਨ ਨਾ ਰਹਿੰਦਾ ਤੇ ਅੱਜ ਆਪਾਂ ਵੀ ਇੱਥੇ ਇਕੱਠੇ ਨਾ ਹੁੰਦੇ। ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਕਿ ਸਾਰੇ ਆਪ ਸਟੈਂਡ ਬਣਾ ਕੇ ਰੱਖੋ ਤਾਂ ਕਿ ਆਪਾਂ ਅੱਗੋਂ ਤੋਂ ਵੀ ਇਹਨਾਂ ਕੋਲੋਂ ਇਸ ਦਾ ਪਰਮਿਸ਼ਨ ਲੈਂਦੇ ਰਹੀਏ। ਤੇ ਜਿੰਨੇ ਤੁਸੀਂ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਇਹ ਅੱਗੇ ਹੋ ਕੇ ਵੀਰਾਂ ਨੇ ਪ੍ਰੋਗਰਾਮ ਲਿਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਪੰਜਾਬ ਜੋ ਹੈ ਉਹ ਸਿੱਖੀ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਤੇ ਸਿੱਖਾਂ ਨੇ ਜਿਹੜੀ 18ਵੀਂ ਸਦੀ ਦੇ ਵਿੱਚ ਇਤਿਹਾਸ ਬਣਾਇਆ ਸੀ, ਅੱਜ ਉਹ ਇਤਿਹਾਸ ਨੂੰ ਫਿਰ ਦੁਬਾਰਾ ਰਿਪੀਟ ਕੀਤਾ ਜਾ ਰਿਹਾ। ਨਹੀਂ ਤੇ ਸਿੱਖੀ ਪੰਜਾਬ ਨੂੰ ਇੰਨਾ ਮੀਡੀਆ ਦੇ ਰਾਹੀਂ, ਅਖਬਾਰਾਂ ਦੇ ਰਾਹੀਂ ਗੌਰਮੈਂਟਾਂ ਨੇ ਇਹਨਾਂ ਪਿੱਛੇ ਬੈਗ ਸਿਰ ਦਿੱਤਾ ਸੀ ਤੇ ਅੱਜ ਉਹ ਗੁਰੂ ਨੇ ਕਿਰਪਾ ਕੀਤੀ ਆ। ਤੇ ਮੋਦੀ ਦਾ ਇਹ ਵੀ ਧੰਨਵਾਦ ਕਹਿ ਰਹੀ ਹੈ ਕਿ ਮੋਦੀ ਨੇ ਸਾਨੂੰ ਦੁਬਾਰਾ ਇਹ ਸਾਰੇ ਇਕੱਠੇ ਹੋਣ ਦੇ ਲਈ ਤੇ ਉਹ ਜਿਹੜੇ ਕਹਾਵਤ ਆ ਮੰਨੂ ਸਾਡੀ ਦੋਤਰੀ ਅਸੀਂ ਮੰਨੂ ਦੇ ਸੋਏ, ਉਹ ਦੁਬਾਰਾ ਸਾਨੂੰ ਰਿਪੀਟ ਕਰਨ ਦਾ ਮੌਕਾ ਦਿੱਤਾ। ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜਵਾਨ। ਉਹ ਜਿੱਥੋਂ ਤੱਕ ਮੇਰੀ ਨਿਗਾਹ ਜਾ ਰਹੀ ਹੈ, ਜਿੱਥੋਂ ਸਭ ਲੋਕ ਆਪਣੇ ਦੇਖ ਰਹੇ ਆ, ਤੁਹਾਡੀ ਬੜੀ ਮਿਹਰਬਾਨੀ। ਇੱਕ ਵਾਰੀ ਥੋੜੇ ਆਪਾਂ ਆਪਸ ਨਾਲ ਹਾਲਟ ਰੱਖੀਏ ਤੇ ਉਹਦੇ ਨਾਲ ਆਪਾਂ ਨੂੰ ਹੋਰ ਵੀ ਵਧੀਆ ਲੱਗੂਗਾ। ਹਾਂਜੀ ਹੁਣ ਮਿਸਟਰ ਭੰਗੂ ਜੀ ਤੁਹਾਡੇ 1-2 ਮਿੰਟ ਹੋਣਗੇ ਰੂਬਰੂ। ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਾਰੇ ਸੱਜਣਾਂ ਨੇ ਬਹੁਤ ਸੋਹਣਾ ਪਹਿਲਾਂ ਦੱਸ ਚੁੱਕਿਆ ਕੀ ਬਿੱਲ ਨੇ ਤੇ ਕੀ ਸਾਡੀਆਂ ਪ੍ਰੋਬਲਮਸ ਨੇ। ਬੀਬੀਆਂ ਨੇ ਬਹੁਤ ਸੋਹਣਾ ਦੱਸਿਆ, ਸਾਰਾ ਡਿਸਕ੍ਰਾਈਬ ਕਰਤਾ ਕੀ ਹੈ ਕੀ ਪ੍ਰੋਬਲਮ ਹੈ ਸਾਡੀ ਨਾ। ਤੇ ਮੈਂ ਬਹੁਤਾ ਟਾਈਮ ਨਹੀਂ ਲੈਂਦਾ, ਬਸ ਕੁਛ ਕੁ ਤੁਹਾਨੂੰ ਗੱਲਾਂ 1-2 ਕਹਿਣੇ ਵਾਲੀਆਂ ਕਹੂੰਗਾ। ਸਭ ਤੋਂ ਪਹਿਲਾਂ ਤਾਂ ਆਪ ਸਟੈਂਡ ਦੀ ਗੱਲ ਹੈ ਨਾ, ਆਪਾਂ ਆਪ ਸਟੈਂਡ ਰੱਖੀਏ ਕਿਉਂਕਿ ਐਵੇਂ ਨਾ ਹੋਵੇ ਆਪਾਂ ਇੱਥੇ ਆਪਣੀ ਚੰਗੀ ਛਾਪ ਛੱਡਣ ਦੀ ਪਿੱਛੇ ਮਾੜੀ ਛਾਪ ਛੱਡੀਏ ਤੇ ਲੋਕ ਸੋਚਣ ਕਿ ਅਸੀਂ ਕਰੋਨਾ ਪਿੱਛੇ ਭੱਜੇ ਫਿਰਦੇ ਹਾਂ ਤੇ ਇੰਡੀਆ ਵਾਲਿਆਂ ਨੇ ਇੱਥੇ ਐਵੇਂ ਦਾ ਕੁਝ ਕਰਤਾ। ਤਾਂ ਸਾਰੇ ਆਪਣਾ ਆਪ ਸਟੈਂਡ ਰੱਖੋ ਕਿਤੇ ਤੇ ਕੋਈ ਇਹੋ ਜਿਹੀ ਆਪਾਂ ਨੂੰ ਪ੍ਰੋਬਲਮ ਨਾ ਆਵੇ। ਤੇ ਕਿਸੇ ਕਵੀ ਨੇ ਕਿਹਾ, ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ। ਤੇਰੇ ਕੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹ ਅੱਜ ਫੇਰ ਸਾਨੂੰ ਲਲਕਾਰਦੇ ਨੇ। ਬਾਜਾਂ ਵਾਲਿਆ ਭੇਜ ਬਾਜ ਨੂੰ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਤੇ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਾ ਕਿ ਨੈਸ਼ਨਲ ਮੀਡੀਆ ਇੰਡੀਆ ਦੇ ਵਿੱਚ ਵਿਕ ਚੁੱਕਿਆ। ਉਹ ਕੋਈ ਵੀ ਕਿਸਾਨਾਂ ਦੀ ਖਬਰ ਨਹੀਂ ਦਿਖਾ ਰਿਹਾ, ਕੋਈ ਐਵੇਂ ਦਾ ਪ੍ਰੋਟੈਸਟ ਦੀਆਂ ਚੰਗੀਆਂ ਗੱਲਾਂ ਨਹੀਂ ਦਿਖਾ ਰਿਹਾ। ਉਹ ਵੱਧ ਤੋਂ ਵੱਧ ਐਵੇਂ ਦਾ ਮੈਸੇਜ ਸਪਰੈਡ ਕਰ ਰਿਹਾ ਕਿ ਲੋਕਾਂ ਨੂੰ ਲੱਗੇ ਕਿ ਜਿਹੜੇ ਸਿੱਖ ਨੇ ਜਾਂ ਪੰਜਾਬੀ ਨੇ ਜਾਂ ਹਰਿਆਣੇ ਵਾਲੇ ਨੇ ਉਹ ਜਾਂ ਤਾਂ ਭਿੰਡਰਾਂ ਵਾਲੇ ਨੂੰ ਪ੍ਰੋਟੈਸਟ ਦੇ ਉਹ ਕਰ ਰਹੇ ਨੇ ਜਾਂ ਉਹ ਟੈਰਰਿਸਟ ਨੇ। ਇਸ ਲਈ ਆਪਾਂ ਇੱਥੇ ਬੈਠੇ ਹੁਣ ਕੁਝ ਬਹੁਤਾ ਤਾਂ ਨਹੀਂ ਕਰ ਸਕਦੇ, ਪਰ ਸਾਰਿਆਂ ਅੱਗੇ ਇਹ ਬੇਨਤੀ ਹੈ ਕਿ ਆਪਾਂ ਟਵਿੱਟਰ ਦੇ ਉੱਤੇ, ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਜਿੰਨਾ ਵੀ ਹੋ ਸਕੇ ਆਪਣੀਆਂ ਪੋਸਟਾਂ ਵੱਧ ਤੋਂ ਵੱਧ ਪਾ ਸਕੀਏ। ਕੁਝ ਐਵੇਂ ਦੀਆਂ ਵੀਡੀਓਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਵਧੀਆ ਕਲੀਅਰ ਕੀਤਾ ਹੋਇਆ ਤਾਂ ਜੋ ਬਾਕੀ ਸਾਰੇ ਲੋਕਾਂ ਨੂੰ ਪਤਾ ਲੱਗਦਾ ਰਹੇ। ਬਾਕੀ ਇੰਡੀਆ ਨੂੰ ਵੀ ਜੋ ਹਲੇ ਤੱਕ ਵੀ ਮੋਦੀ ਦੀਆਂ ਗੱਲਾਂ ਦੇ ਵਿੱਚ ਆ ਰਹੇ ਨੇ ਕਿ ਮੋਦੀ ਕੀ ਕਰ ਰਿਹਾ ਤੇ ਫਾਰਮਰ ਕਿਉਂ ਸਾਰੇ ਇਕੱਠ ਕਰੀ ਖੜੇ ਆ। ਤੇ ਹੁਣ ਕਹਿਣੇ ਵਾਲੇ ਕਹੀ ਜਾਂਦੇ ਨੇ ਜੀ ਮੋਦੀ ਬੜਾ ਵਧੀਆ ਤੇ ਵਧੀਆ ਕੰਮ ਕਰ ਰਿਹਾ, ਕਿਸਾਨਾਂ ਦੇ ਹੱਕ ਵਿੱਚ ਸੋਚ ਰਿਹਾ। ਇਹਨਾਂ ਦਿਓ ਫਾਈਲ ਮੁੰਡਿਆਂ। ਤੁਸੀਂ ਆਪ ਸੋਚੋ, ਜਿਹੜਾ ਬੰਦਾ 2 ਰੁਪਏ ਦਾ ਮਾਸਕ ਨਹੀਂ ਕਿਸੇ ਨੂੰ ਦੇ ਸਕਿਆ ਉਹ ਕਿਸਾਨਾਂ ਨੂੰ ਕਰੋੜਪਤੀ ਬਣਾਉਣ ਪਿੱਛੇ ਕਿਉਂ ਫਿਰ ਰਿਹਾ। ਕਹਿਣੇ ਨੂੰ ਕਹਿੰਦਾ ਕਿ ਕਿਸਾਨ ਕਰੋੜਪਤੀ ਬਣਾ ਦੂੰਗਾ, ਪਰ ਸਿਰਫ 2 ਰੁਪਏ ਦਾ ਮਾਸਕ ਵੀ ਕਿਸੇ ਨੂੰ ਪ੍ਰੋਵਾਈਡ ਨਹੀਂ ਕਰਵਾ ਸਕਿਆ, ਕੋਈ ਮੈਡੀਕਲ ਸਿਸਟਮ ਨਹੀਂ ਪ੍ਰੋਵਾਈਡ ਕਰਾ ਸਕਿਆ। ਤੇ ਆਪਣੀ ਬਸ ਇਹੀ ਪੁਰਜ਼ੋਰ ਬੇਨਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਹੋ ਸਕੇ ਜ਼ੋਰ ਲਾ ਕੇ ਮੈਸੇਜ ਸਪਰੈਡ ਕਰੀਏ ਤੇ ਸਾਰੇ ਇੰਡੀਆ ਨੂੰ ਪਤਾ ਲੱਗੇ ਤੇ ਆਪਣੀਆਂ ਮੰਗਾਂ ਪੂਰੀਆਂ ਹੋ ਸਕਣ। ਇੰਨੇ ਕਿੰਨੇ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਤਾਂ ਮੇਰੀ ਬੇਨਤੀ ਆ ਵੀ ਜਿੰਨੇ ਵੀ ਆਪਣੇ ਵੀਰ ਹੌਲੀ ਕਰਕੇ ਸਾਰੇ ਜਣੇ ਇੱਥੋਂ ਅੱਗੇ ਨੂੰ ਆਏ, ਜਰਾ ਮੋਹਰੇ ਆ ਜਾਓ, ਸਾਰੇ ਜਣੇ ਮੋਹਰੇ ਆ ਜਾਓ, ਮੋਹਰੇ ਆ ਜਾਓ, ਸਾਰੇ ਜਣੇ ਅੱਗੇ ਨੂੰ ਆ ਜਾਓ ਤੇ ਇੱਕ ਆਪਣਾ ਆਪਸ ਨਾਲ ਹਾਲਟ ਕਰੋ ਪਲੀਜ਼। ਬੇਨਤੀ ਹੈ ਸਾਡੀ ਇਹ ਤੁਹਾਡੇ ਅੱਗੇ। ਹਾਂਜੀ, ਸਾਡੇ ਕੋਲ ਹਨੋਵਰ ਤੋਂ ਸਰਦਾਰ ਸੁਖਵੰਤ ਸਿੰਘ ਪੱਡਾ ਜੀ ਪਹੁੰਚੇ ਹੋਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਆਪਣੇ ਵਿਚਾਰ ਸੰਗਤਾਂ ਨੂੰ ਸਾਂਝੇ ਕਰਨ। ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਮਨ ਖੁਸ਼ ਆ, ਸੰਗਤ ਦੂਰੋਂ ਨੇੜੋਂ ਚੱਲ ਕੇ ਆਪਣਾ ਟਾਈਮ ਕੰਮਾਂ ਕਾਰਾਂ ਤੋਂ ਕੱਢ ਕੇ ਇੱਥੇ ਪਹੁੰਚੀ ਆ। ਗੱਲ ਛੋਟਾ ਵੀ ਕਰ ਰਿਹਾ ਸੀ ਹਰਿਆਣੇ ਦੀ, ਜੋ ਸਾਥ ਇਸ ਵਾਰੀ ਹਰਿਆਣੇ ਜਿਹਨੂੰ ਅਸੀਂ ਛੋਟੇ ਭਰਾ ਸਮਝਦੇ ਹਾਂ ਦਿੱਤਾ। ਸਾਡਾ ਇਕੱਠ ਬਾਅਦ ਦੇ ਵਿੱਚ ਉੱਥੇ ਪਹੁੰਚਿਆ ਹਰਿਆਣੇ ਵਾਲਿਆਂ ਨੇ, ਸਾਡੇ ਵੀਰਾਂ ਨੇ, ਬਲਕਿ ਚਲੋ ਆਉਂਦੀਆਂ ਜਾਂਦੀਆਂ ਸਰਕਾਰਾਂ ਨੇ ਸਾਡੇ ਪੰਜਾਬ ਨੂੰ ਬਹੁਤ ਛੋਟਾ ਕਰ ਦਿੱਤਾ, ਜਿਹਦੇ ਵਿੱਚ ਹਰਿਆਣਾ ਵੱਖਰਾ ਕਰਤਾ, ਹਿਮਾਚਲ ਵੱਖਰਾ ਕਰਤਾ। ਲੇਕਿਨ ਸਾਡੇ ਵਿੱਚ ਤਾਂ ਉਹੀ ਪਿਆਰ ਤੇ ਉਹੀ ਇਤਫਾਕ ਤੇ ਉਹੀ ਇਜਤਮਾਨ ਇੱਕ ਦੂਸਰੇ ਲਈ ਹੈਗਾ, ਜਿਹੜਾ ਅੱਜ ਸਾਰੀ ਸਰਕਾਰ ਨੂੰ ਪਤਾ ਲੱਗ ਗਿਆ ਕਿ ਹਰਿਆਣਾ ਪੰਜਾਬ ਕੋਈ ਦੋ ਨਹੀਂ। ਸੋ ਜੋ ਅੱਜ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਸਾਰਾ ਆਪਣੇ ਸਾਹਮਣੇ ਆ। ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਇਹ ਜੋ ਜਦੋਂ ਸੁਨੇਹਾ ਪਹੁੰਚਿਆ, ਸਾਰਿਆਂ ਨੇ ਏਕਤਾ ਦਾ ਇਕੱਠ ਦਿਖਾਇਆ ਔਰ ਮੋਦੀ ਨੂੰ ਦੱਸ ਦਿੱਤਾ ਕਿ ਇਹ ਜੋ ਤੂੰ ਕਰ ਰਿਹਾ ਇਹ ਤੇਰਾ ਆਉਣ ਵਾਲਾ ਜਿਹੜਾ ਸਮਾਂ ਤੇਰੇ ਲਈ ਬਹੁਤ ਖਰਾਬ ਹੋਊਗਾ, ਔਰ ਤੂੰ ਇਹ ਜਿਹੜੀਆਂ ਗਲਤੀਆਂ ਇਹਨੂੰ ਆਪਣੇ ਵਾਪਸ ਲੈ ਲੈ। ਲੇਕਿਨ ਹਜੇ ਤੱਕ ਉਹ ਅੜੀ ਹੋਈ ਸਰਕਾਰ ਜਿਹਦੀ ਧੌਣ ਵਿੱਚ ਜਿਹਨੂੰ ਆਪਾਂ ਇਹਨੇ ਕਿੱਲਾ ਅੜਿਆ ਹੋਇਆ, ਉਹ ਅਸੀਂ ਕੱਢ ਕੇ ਰਵਾਂਗੇ। ਸਾਡੇ ਆਉਣ ਵਾਲੇ ਜਿਹੜੇ ਨੌਜਵਾਨ ਪੀੜ੍ਹੀ ਆ, ਉਹ ਵੀ ਇੱਥੋਂ ਤੱਕ ਕਿ ਤੁਸੀਂ ਸਾਰੇ ਆਪਣੇ ਫੇਸਬੁੱਕ ਤੋਂ ਵੀਡੀਓ ਕਲਿੱਪਸ ਦੇਖਦੇ ਆ, ਉਹ ਵੀ ਇਸ ਚੀਜ਼ ਦੇ ਨਾਲ ਜੁੜ ਚੁੱਕੀ ਆ ਕਿ ਅਸੀਂ ਆਪਣੇ ਜਿਹੜੇ ਹੱਕ ਆ ਲੈ ਕੇ ਰਵਾਂਗੇ। ਇਹ ਹਮੇਸ਼ਾ ਇਦਾਂ ਹੁੰਦਾ ਰਿਹਾ। ਸ਼ਾਇਦ ਜੇ ਇਤਿਹਾਸ ਨੂੰ ਤੁਸੀਂ ਜਾਣਦੇ ਹੋ ਤਾਂ 1907 ਵਿੱਚ ਗੋਰਿਆਂ ਦੀ ਸਰਕਾਰ ਨੇ ਵੀ ਇਹ ਕਾਨੂੰਨ ਲੈ ਕੇ ਆਂਦੇ ਸੀਗੇ, ਔਰ ਸਾਡੇ ਹਰਿਆਣਾ ਪੰਜਾਬ ਉਦੋਂ ਤਾਂ ਸਾਰਾ ਪੰਜਾਬ ਹੀ ਸੀਗਾ। ਔਰ ਪੰਜਾਬ ਦੇ ਲੋਕਾਂ ਨੂੰ ਲੈਲਪੁਰ ਦੀ ਧਰਤੀ ਤੋਂ ਜੰਗਲ ਕੱਟ ਕੇ ਫ੍ਰੀ ਦੇ ਵਿੱਚ ਦੇ ਦਿੱਤੇ ਕਿ ਤੁਸੀਂ ਉੱਥੇ ਜਾ ਕੇ ਖੇਤੀ ਕਰੋ, ਤੁਹਾਨੂੰ ਫ੍ਰੀ ਦੇ ਰਹੇ ਆ। ਜਦੋਂ ਸਾਡੇ ਪੰਜਾਬੀਆਂ ਨੇ, ਸਾਡੇ ਕਿਸਾਨਾਂ ਨੇ ਉਸ ਖੇਤ ਪੈਦਾਵਾਰ ਲਈ ਬਣਾ ਲਿੱਤੇ, ਉੱਥੇ ਖੇਤੀ ਖਾਣੀ ਸ਼ੁਰੂ ਹੋ ਗਈ, ਤਾਂ ਫਿਰ ਇਹ ਉਹ ਗੋਰਾ ਸਰਕਾਰ ਵੀ ਲੈ ਕੇ ਆਇਆ ਸੀ ਕਿ ਇਹਨਾਂ ਕਿਸਾਨਾਂ ਕੋ ਅਸੀਂ ਜ਼ਮੀਨ ਕਿੱਦਾਂ ਖੋਣੀ ਆ। ਲੇਕਿਨ ਉਸ ਵੇਲੇ ਵੀ ਬਹੁਤ ਵੱਡਾ ਵਿਦਰੋਹ ਹੋਇਆ। ਉਸ ਵੇਲੇ ਮਸ਼ਹੂਰ ਉਸ ਵੇਲੇ ਦਾ ਇੱਕ ਗਾਣਾ ਵੀ, ਪਗੜੀ ਸੰਭਾਲ ਜੱਟਾ, ਜੇ ਤੁਸੀਂ ਕਦੇ ਸੁਣਿਆ ਹੋਵੇ। ਔਰ ਉਹਦੇ ਵਿੱਚ ਅਖੀਰ ਅੰਗਰੇਜ਼ਾਂ ਨੂੰ ਹੱਥ ਖੜੇ ਕਰਨੇ ਪਏ ਸੀ। ਇਸੇ ਤਰ੍ਹਾਂ ਹੀ ਮੋਦੀ ਸਰਕਾਰ ਦੇ ਹੀ ਹੱਥ ਖੜੇ ਕਰਾ ਕੇ ਹਟਾਂਗੇ, ਕਿਉਂਕਿ ਅਸੀਂ ਸਰਕਾਰਾਂ ਦੇ ਨਾਲ ਚੱਲਦੇ ਹਾਂ। ਜਿੱਥੇ ਸਰਕਾਰ ਸਹੀ ਆ, ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ, ਪਰ ਆਹ ਗਲਤ ਕਾਨੂੰਨ ਅਸੀਂ ਕਦੇ ਵੀ ਮਨਜ਼ੂਰ ਨਹੀਂ ਕਰਾਂਗੇ। ਮੈਂ ਇੰਨਾ ਕਹਿੰਦਾ ਹੋਇਆ ਦੋ ਨਾਅਰੇ ਲਾਉਂਗਾ। ਮੈਂ ਆਪਣੀਆਂ ਭੈਣਾਂ ਨੂੰ, ਬੇਟੀਆਂ ਵੀ ਬਹੁਤ ਵੱਡੀ ਤਾਦਾਦ 'ਚ ਆਈਆਂ, ਬੜੀ ਖੁਸ਼ੀ ਵਾਲੀ ਗੱਲ ਆ। ਇਹਨਾਂ ਨੂੰ ਬੇਨਤੀ ਕਰੂੰਗਾ ਕਿ ਉੱਚੀ ਆਵਾਜ਼, ਬੁਲੰਦ ਆਵਾਜ਼ ਦੇ ਵਿੱਚ ਆਪਾਂ ਬੋਲਣਾ, ਤਾਂ ਕਿ ਮੋਦੀ ਨੂੰ ਦਿੱਲੀ ਬੈਠਾ ਪਤਾ ਲੱਗ ਜਾਏ ਕਿ ਅੱਜ ਹਮਵਰਗ ਦੇ ਵਿੱਚ ਉਹਦੇ ਖਿਲਾਫ ਰੋਸ ਮੁਜ਼ਾਹਰਾ ਹੋ ਰਿਹਾ। ਜੈ ਜਵਾਨ, ਜੈ ਕਿਸਾਨ, ਜੈ ਜਵਾਨ, ਜੈ ਕਿਸਾਨ, ਜੈ ਜਵਾਨ, ਜੈ ਕਿਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਥੋਂ ਪਹੁੰਚੇ ਮੇਰੇ ਭੈਣੋ ਤੇ ਭਰਾਵੋ, ਜਿਸ ਤਰ੍ਹਾਂ ਪਹਿਲਾਂ ਬੋਲ ਕੇ ਦੱਸ ਕੇ ਗਏ ਸਾਰੇ ਬੁਲਾਰੇ ਕਿ ਆਪਣਾ ਜੰਗ ਅੱਜ ਦਿੱਲੀ ਨਾਲ ਚੱਲ ਰਿਹਾ ਹੈ। ਸਾਡੇ ਕਿਸਾਨ ਤੇ ਮਜ਼ਦੂਰ ਭਰਾ ਜੋ ਦਿੱਲੀ ਦੇ ਬਾਰਡਰ ਤੇ ਡਟੇ ਹੋਏ ਨੇ, ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਸੀਂ ਅੱਜ ਉਹਨਾਂ ਦੀ ਪਿੱਠ ਥਾਪਣ ਲਈ, ਉਹਨਾਂ ਦੇ ਹੌਸਲੇ ਵਧਾਉਣ ਲਈ ਇੱਥੇ ਇਕੱਤਰ ਹੋਏ ਆ। ਸੋ ਤੁਹਾਡਾ ਇੱਥੇ ਪਹੁੰਚਣ ਤੇ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਕਿ ਤੁਹਾਡੇ ਦਿਲ ਵਿੱਚ 10,000 ਕਿਲੋਮੀਟਰ ਬੈਠਿਆਂ ਦੇ ਵੀ ਐਡਾ ਵੱਡਾ ਦਰਦ ਹੈ। ਤੁਸੀਂ ਅੱਜ ਵੀ ਰਹਿੰਦੇ ਇੱਥੇ ਹੋ ਤੇ ਤੁਹਾਡਾ ਦਿਲ ਅੱਜ ਵੀ ਭਾਰਤ ਜਾਂ ਪੰਜਾਬ ਵਿੱਚ ਧੜਕਦਾ ਹੈ। ਇਸ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਸੋ ਮੈਂ ਤੁਹਾਨੂੰ ਥੋੜਾ ਦੱਸ ਦੇਣਾ ਚਾਹੁੰਦਾ ਭਈ ਇਹ ਮੋਦੀ ਸਰਕਾਰ ਸਿਰਫ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 57 ਲੱਖ ਕਿਸਾਨ ਹਨ ਜਿਨ੍ਹਾਂ ਨੂੰ ਇਸ ਚੱਕਰ ਨਾਲ ਪ੍ਰਭਾਵਿਤ ਹੋਣਾ ਹੈ। ਇਸ ਕਾਨੂੰਨ ਦੇ ਨਾਲ ਸਿਰਫ 57 ਲੱਖ ਕਿਸਾਨ ਨਹੀਂ, ਉਹਨਾਂ ਦੇ ਨਾਲ 57 ਲੱਖ ਦੇ ਨਾਲ ਉਹਨਾਂ ਦੇ ਪਰਿਵਾਰ
ਉਹਨਾਂ ਦੇ ਖੇਤਾਂ 'ਚ ਕੰਮ ਕਰਨ ਵਾਲੇ, ਉਹਨਾਂ ਦੇ ਨਾਲ ਹੋਰ ਕਿੰਨੇ ਹੀ ਲੋਕ ਜੁੜੇ ਹੋਏ ਹਨ। ਇਸ ਕਾਨੂੰਨ ਦਾ ਸਿਰਫ ਪੰਜਾਬ ਤੇ ਹੀ ਅਸਰ ਨਹੀਂ ਹੋਣਾ ਜਾਂ ਸਿਰਫ ਕਿਸਾਨ ਤੇ ਅਸਰ ਨਹੀਂ ਹੋਣਾ, ਹਰ ਵਰਗ ਤੇ ਅਸਰ ਹੋਣਾ ਹੈ। ਸੋ ਅਸੀਂ ਇਸ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮੋਦੀ, ਅਸੀਂ ਟਿਕ ਕੇ ਬੈਠਣ ਵਾਲੀ ਕੌਮ ਨਹੀਂ, ਅਸੀਂ ਆਪਣੀਆਂ ਹੱਕਾਂ ਦੀਆਂ ਮੰਗਾਂ ਮਨਾ ਕੇ ਹਟਾਂਗੇ। ਵੈਸੇ ਮੋਦੀ ਨੇ ਅੱਜ ਉਹਦੇ ਹੱਥ ਤਾਂ ਸਾਡੇ ਯੋਧਿਆਂ ਨੇ ਖੜੇ ਕਰਵਾ ਦਿੱਤੇ, ਉਹ ਕਾਨੂੰਨ ਵਾਪਸ ਨਹੀਂ ਲੈਣਾ ਚਾਹੁੰਦਾ, ਲੇਕਿਨ ਉਹਦੇ ਵਿੱਚ ਅਮੈਂਡਮੈਂਟਾਂ ਕਰਨੀਆਂ ਉਹਨੇ ਮੰਨ ਲਈਆਂ ਨੇ। ਉਹ ਅਸੀਂ ਇਹ ਸੋਚੀਏ ਅਸੀਂ 90% ਯੁੱਧ ਜਿੱਤ ਲਿਆ, ਇਹ ਸਾਰੀ ਤੁਹਾਡੀ ਤਾਕਤ ਹੈ। ਤੁਸੀਂ ਇੱਥੋਂ ਬੈਠਿਆਂ ਨੇ ਇੰਸਟਾਗ੍ਰਾਮ ਤੇ, ਫੇਸਬੁੱਕ ਤੇ, ਅਖਬਾਰਾਂ ਦੇ ਰਾਹੀਂ ਮੋਦੀ ਨੂੰ ਹਿਲਾ ਕੇ ਰੱਖ ਦਿੱਤਾ। ਇਹਦੇ ਨਾਲ ਅਸੀਂ 90% ਯੁੱਧ ਜਿੱਤ ਚੁੱਕੇ ਹਾਂ। ਉਹਦਾ ਕਾਨੂੰਨ ਖੋਖਲਾ ਕਰਤਾ, ਸਿਰਫ ਕਾਨੂੰਨ ਉਹਦਾ ਇੱਕ ਡੱਬਾ ਰਹਿ ਗਿਆ, ਕਾਨੂੰਨ ਆ ਬਾਹਰ ਕੱਢਣ ਲਈ ਬਣ ਗਿਆ। ਲੇਕਿਨ ਸਾਡੀ ਸ਼ਰਤ ਇਹ ਨਹੀਂ, ਅਸੀਂ ਉਹਨੂੰ ਬਿਲਕੁਲ ਅਸੀਂ ਕਿਹਾ ਵੀ ਤੇਰੇ ਸਾਰੇ ਕਾਨੂੰਨ ਵਾਪਸ ਕਰਵਾਉਣੇ ਨੇ। ਮੇਰੀ ਕਿਸਾਨ ਯੂਨੀਅਨ ਨਾਲ ਉੱਥੇ ਤਕਰੀਬਨ ਡੇਲੀ ਗੱਲ ਹੁੰਦੀ ਹੈ, ਹਰ ਰੋਜ਼। ਮੇਰਾ ਆਪਣਾ ਪਰਿਵਾਰ ਇਸ ਕਿਸਾਨ ਯੁੱਧ ਦੇ ਵਿੱਚ ਦਿੱਲੀ ਬੈਠਾ, ਮੇਰਾ ਭਰਾ ਉੱਥੇ ਬੈਠਾ, ਸਾਨੂੰ ਦਰਦ ਹੈ। ਅੱਜ ਵੀ ਤਕਰੀਬਨ ਉਹਨਾਂ ਨਾਲ ਫੇਰ ਮੀਟਿੰਗਾਂ ਚੱਲ ਰਹੀਆਂ ਨੇ, ਸਰਕਾਰ ਮੰਨਣ ਲਈ ਮਨਜ਼ੂਰ ਹੈ, ਪਰ ਅਸੀਂ ਨਹੀਂ ਮੰਨਦੇ। ਅਸੀਂ ਕਹਿੰਦੇ ਨੇ ਕਾਨੂੰਨ ਅਸੀਂ ਵਾਪਸ ਕਰਵਾ ਕੇ ਹੀ ਰਹਿਣੇ ਆ। ਇਸ ਲਈ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ। ਤੁਸੀਂ ਆਪਣੇ ਟੈਲੀਫੋਨਾਂ ਤੇ, ਫੇਸਬੁੱਕ ਤੇ ਆਪਣੇ ਭੈਣਾਂ ਭਰਾਵਾਂ ਦਾ ਉਹਨਾਂ ਦੀ ਪਿੱਠ ਥਾਪੜੋ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਹੌਸਲਾ ਦਿਓ ਕਿ ਜੋ ਇਸ ਸੰਘਰਸ਼ ਤੋਂ ਪਿੱਛੇ ਨਹੀਂ ਹਟਣਾ। ਜਿੰਨਾ ਵੀ ਸਮਾਂ ਹੈ ਆਪਣੇ ਭੈਣਾਂ ਭਰਾਵਾਂ ਨੂੰ ਕਹੋ ਤੇ ਜਿੱਥੇ ਵੀ ਤੁਸੀਂ ਮਦਦ ਕਰ ਸਕਦੇ ਹੋ ਉੱਥੇ ਆਪਣੀ ਮਦਦ ਕਰੋ। ਇਹੀ ਸ਼ਬਦ ਕਹਿੰਦਾ ਹੋਇਆ ਤੁਹਾਡੇ ਕੋਲੋਂ ਖਿਮਾ ਦਾ ਜਾਚਕ ਹੈ ਤੇ ਆਸ ਕਰਦਾ ਕਿ ਤੁਸੀਂ ਜਦੋਂ ਤੱਕ ਅਸੀਂ ਇਹ ਜੰਗ ਜਿੱਤ ਨਹੀਂ ਲੈਂਦੇ, ਤੁਸੀਂ ਮੋਢੇ ਨਾਲ ਮੋਢਾ ਲਾ ਕੇ ਸਾਡੇ ਕਿਸਾਨ ਤੇ ਮਜ਼ਦੂਰ ਭਰਾ ਦੇ ਨਾਲ ਖੜੋਗੇ। ਇਹੀ ਗੱਲਾਂ ਕਹਿੰਦਾ ਹੋਇਆ ਅਖੀਰ ਦੇ ਵਿੱਚ ਮਾਫੀ ਮੰਗਦਾ ਜੇ ਕੋਈ ਉੱਚਾ ਨੀਵਾਂ ਬੋਲਿਆ ਗਿਆ ਹੋਵੇ। 2 ਨਾਅਰੇ ਲਾਵਾਂਗਾ, ਤੁਸੀਂ ਜਿੰਦਾਬਾਦ ਦੇ ਨਾਲ ਉਹਦਾ ਜਵਾਬ ਦੇਣਾ ਹੈ ਤੇ 2 ਨਾਅਰੇ ਮੋਦੀ ਦੇ ਉਲਟ ਲਾਉਣੇ, ਆਪਾਂ ਉਹਦਾ ਮੋਦੀ ਨੂੰ ਮੁਰਦਾਬਾਦ ਦੇ ਨਾਲ ਲਾਉਣਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਰੇ ਇੱਥੇ ਆਏ, ਤਾਂ ਤੁਸੀਂ ਸਾਰਿਆਂ ਨੇ ਇਕੱਠ ਪਾਇਆ ਤਾਂ ਆਪਣੇ ਹੱਕਾਂ ਲਈ ਲੜਨ ਆਏ। ਤਾਂ ਮੈਂ ਕਹਿਣਾ ਚਾਹੁੰਦੀ ਹਾਂ ਵੀ ਆਪਾਂ ਜੇ ਇਸ ਮਕਾਮ ਤੇ ਆਪਾਂ ਖੜੇ ਹਾਂ ਤਾਂ ਆਪਾਂ ਸਿਰਫ ਸਾਡੇ ਬਜ਼ੁਰਗਾਂ ਕਰਕੇ ਖੜੇ ਹਾਂ। ਤਾਂ ਬਜ਼ੁਰਗਾਂ ਨੇ ਸਾਡੇ ਲਈ ਬਹੁਤ ਮਿਹਨਤਾਂ ਕੀਤੀਆਂ। ਤਾਂ ਜਿਹੜੇ ਪਹਿਲੋਂ ਉੱਚੇ ਨੀਵੇਂ ਟਿੱਬੇ ਹੁੰਦੇ ਸੀਗੇ ਉਹਨਾਂ ਨੂੰ ਬਲਦਾਂ ਦੇ ਨਾਲ ਵਾਹਿਆ, ਤਾਂ ਜ਼ਮੀਨਾਂ ਕੁਛ ਬੀਜਣ ਜੋਗੀਆਂ ਕੀਤੀਆਂ। ਤਾਂ ਆਪਾਂ ਆਪਣੇ ਹੱਕ ਲੈ ਕੇ ਛੱਡਣੇ ਆ, ਤਾਂ ਆਪਾਂ ਸਾਰਿਆਂ ਨੇ ਸਾਡੇ ਹੱਕਾਂ ਲਈ ਲੜਨਾ ਆ। ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਇੱਥੇ ਸਾਰੇ ਮੇਰੇ ਭੈਣ ਭਰਾ ਆਏ ਆ ਜਿਹੜੇ ਇੱਥੇ ਜੰਮਪਾਲਾ, ਤਾਂ ਇਹਨਾਂ ਨੂੰ ਵੀ ਪਤਾ ਆ ਵੀ ਆਪਾਂ ਇੱਥੇ ਕੀ ਹੋਣ ਡਿਆ ਆ। ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ। ਤਾਂ ਮੈਂ ਕਹਿਣਾ ਚਾਹੁੰਦੀ ਹਾਂ ਵੀ ਇੱਥੇ ਜਿਹੜੇ ਹੈਗੇ ਆ, ਜਿੱਦਾਂ ਮੇਰੇ ਪਾਪਾ 30 ਸਾਲਾਂ ਦੇ ਇੱਥੇ ਆਏ ਆ, ਤਾਂ ਜਿੱਦਾਂ ਤੁਸੀਂ ਸਾਰੇ ਮੇਰੇ ਚਾਚੇ ਮਾਮੇ, ਤੁਸੀਂ ਸਾਰੇ ਇੱਥੇ ਆਪਣੇ ਪਿਛੋਕੜ ਨੂੰ ਯਾਦ ਰੱਖਿਆ। ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਵੀ ਤੁਸੀਂ ਇਹ ਆਰਗੇਨਾਈਜ਼ੇਸ਼ਨ ਕੀਤਾ। ਤਾਂ ਥੈਂਕ ਯੂ ਸਰ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਜ਼ਾਦ ਕਰਾਉਣ ਵਾਸਤੇ ਭਗਤ ਸਿੰਘ ਹੋਰਾਂ ਨੇ ਨਾਰਾ ਮਾਰਿਆ ਸੀਗਾ, ਉੱਦਾਂ ਹੀ ਹੁਣ ਮੋਦੀ ਹੋਣਾ ਤੋਂ ਵੀ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਕੋਈ ਨਾ ਕੋਈ ਨਾਰਾ ਬੁਲੰਦ ਹੋਣਾ ਚਾਹੀਦਾ। ਔਰ ਇਹ ਬਾਖੂਬੀ ਨੌਜਵਾਨ ਕਰ ਰਹੇ ਆ। ਇਹ ਕਿਸਾਨਾਂ ਦਾ ਜਿਹੜਾ ਮੁੱਦਾ ਇੱਕ ਬਹੁਤ ਹੀ ਢੁਕਵਾਂ ਜਿਹੜਾ ਇਸ ਟਾਈਮ ਦੇ ਉੱਤੇ ਪਰਮਾਤਮਾ ਨੇ ਸਾਨੂੰ ਇਹ ਦਿੱਤਾ ਹੈ ਕੰਮ। ਇਸ ਦੇ ਨਾਲ ਆਪਾਂ ਆਪਣੀਆਂ ਮੰਗਾਂ ਤੇ ਮਨਾਉਣੀਆਂ ਹੀ ਆ।
ਨਾਲ ਨਾਲ ਇਹ ਬੀਜੇਪੀ ਦੀ ਸਰਕਾਰ ਨੂੰ ਵੀ ਇਹ ਅਲਵਿਦਾ ਕਰਨ ਦਾ ਮੌਕਾ ਆ। ਔਰ ਜਿੰਨੇ ਵੀ ਮੇਰੇ ਭੈਣ ਭਰਾ ਇੱਥੇ ਆਏ ਨੇ, ਮੈਂ ਸਾਰਿਆਂ ਨੂੰ ਅਪੀਲ ਕਰਾਂਗਾ, ਤੁਹਾਡੀ ਇਸ ਇਕੱਠਤਾ ਨੂੰ ਵੇਖ ਕੇ ਜਿੰਨਾ ਉਹਨਾਂ ਨੂੰ ਬਲ ਮਿਲੂਗਾ ਉੱਥੇ ਬੈਠਿਆਂ ਨੂੰ, ਇਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਔਰ ਤੁਸੀਂ ਸਾਰੇ ਜਣੇ ਇਹ ਜ਼ਰੂਰ ਆਪੋ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਫੋਨ ਕਰਕੇ ਗੱਲ ਦੱਸਿਓ ਵੀ ਇਹ ਕਮੀਨੀ ਸਰਕਾਰ ਨੂੰ ਆਪਾਂ ਕਿੱਦਾਂ ਭਜਾਉਣਾ ਇੱਥੋਂ, ਇਹ ਦਿੱਲੀੋਂ ਆਪਾਂ ਇਹਨਾਂ ਨੂੰ ਕਿੱਦਾਂ ਭਜਾਉਣਾ। ਇਹ ਸਾਰੇ ਜਣੇ ਮੇਰੇ ਵੀਰ ਆਪੋ ਆਪਣਾ ਸਮਝ ਕੇ ਤੇ ਤੁਸੀਂ ਉੱਥੇ ਜ਼ਰੂਰ इंडिया ਦੇ ਵਿੱਚ ਫੋਨ करना। सरफरोशी की तमन्ना अब हमारे दिल में है, देखना है कि जोर कितना बाजुए कातल में है। सत श्री अकाल। हुण वेखांगे मोदी जी किन्ना दम ते जट ਜਿਹੜੇ ਉੱਥੇ ਬੈਠੇ ਉਹਨਾਂ ਕਿੰਨਾ ਦਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਉਸ ਤੋਂ ਬਾਅਦ ਸਾਡੇ ਕੋਲ ਕੀਲ ਤੋਂ ਸਰਦਾਰ ਜੋਗਾ ਸਿੰਘ ਜੀ 2 ਮਿੰਟ ਲਈ ਤੁਹਾਡੇ ਕਰਨਗੇ। 2 ਮਿੰਟ ਲਈ ਪਲੀਜ਼। हेलो, किसान यूनियन जिंदाबाद, किसान यूनियन। हेलो, जो अपने मोदी ने तो अहमद शाह ने काले 3 कानून बनाए आ, ਇਹ ਉਸ ਨੂੰ ਉਹਨਾਂ ਨੂੰ ਵਾਪਸ ਲੈਣੇ ਪੈਣਗੇ। ਅਸੀਂ ਹਰ ਤਰ੍ਹਾਂ ਦਿਲੋਂ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹਾਂ, ਦਿਲੋਂ ਮਨੋਂ ਧਨੋਂ ਹਰ ਤਰ੍ਹਾਂ ਅਸੀਂ ਤਿਆਰ ਹਾਂ ਔਰ ਪਿੱਛੇ ਅਸੀਂ ਹਟਾਂਗੇ ਨਹੀਂ। ਜੋ ਵੀ ਅਸੀਂ ਕਰਨਾ ਆ ਏਕਤਾ ਨਾਲ ਕਰਨਾ ਆ ਸਭ ਕੁਝ ਅਸੀਂ, ਯਾਨੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਜੋ ਵੀ ਕਰਨਾ ਅਸੀਂ ਕਰਾਂਗੇ। ਬਾਕੀ ਜੋ ਇਹਨਾਂ ਨੇ ਕਾਨੂੰਨ ਬਣਾਏ ਆ ਇਹ ਬਿਲਕੁਲ ਗਲਤ ਬਣਾਏ ਆ ਔਰ ਅਸੀਂ ਇਹ ਕਾਨੂੰਨਾਂ ਨੂੰ ਵਾਪਸ ਲੈ ਕੇ ਹੀ ਰਹਾਂਗੇ। ਜੇ ਉਹ ਆਪਣੀ ਅੜੀ ਤੇ ਆਏ ਤੇ ਅਸੀਂ ਵੀ ਅੜੀ ਤੇ ਖੜੇ ਆ, ਅਸੀਂ ਪਿੱਛੇ ਨਹੀਂ ਹਟਣ ਵਾਲੇ। ਆਪਣੀ ਜਾਨ ਕੁਰਬਾਨ ਕਰ ਦਿਆਂਗੇ, ਜਾਨ ਤੱਕ ਆਪਣੀ ਬਾਜੀ ਲਾਵਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਹਰ ਤਰ੍ਹਾਂ ਅਸੀਂ ਉਹਨਾਂ ਦੀ ਮਦਦ ਕਰਾਂਗੇ। ਹਰ ਇੱਕ ਨੂੰ ਆਪਣਾ ਨੂੰ ਏਕਤਾ ਚਾਹੀਦਾ। ਏਕਤਾ ਕਰੋ, ਸਾਰੇ ਇੱਕ ਇਕੱਠੇ ਹੋਵੇ, ਕੋਈ ਗਦਾਰੀ ਨਾ ਕਰੇ, ਕੋਈ ਇੱਕ ਦੂਏ ਦੀ ਗੱਲ ਨਾ ਕਰੇ, ਸਾਰੇ एक निशाने ते इकट्ठे होवो, एक झंडे थले इकट्ठे होवो। वाहिगुरू जी का खालसा, वाहिगुरू जी की फतेह। बोले सो निहाल, किसान एकता, किसान एकता। हुण साडे कोल बेटी नवरूप कौर जी तुहाडे नाल जर्मन विच कुछ सवाल करनगे, तुहाडे नाल गल करनगे। मेहरबानी। वाहिगुरू जी का खालसा, वाहिगुरू जी की फतेह। Ich werde jetzt auf Deutsch sprechen, wieso wir heute hier sind. Der Grund, wir sprechen für die Leute, deren Stimme in Indien nicht gehört wird. Wir unterstützen die Farmer, deren Recht jetzt untergraben wird. Sie kriegen keine Stimme. Sie sind seit mehreren Tagen in Delhi, hungern, erleiden die Kälte und deren Recht wird jetzt unterdrückt. Gegen sie werden 3 Rechte erhoben, die gegen sie sprechen. Jahrelang, unsere Großeltern, unsere Familien sind mit den Feldern aufgewachsen. Und heute werden diese Felder zunichte gemacht, indem diese 3 Gesetze in Kraft treten. Diese 3 Gesetze wird von der Regierung so ausgesprochen, als ob sie für uns sind. Aber das stimmt nicht. Nur wir wissen, dass diese Rechte gegen uns sprechen. Diese Rechte führen zum Tod unserer Familien, unserer Kultur, unserer Felder. Wir wissen, dass diese Felder, unsere Kultur, alles zunichte gemacht wird. Und dafür stehen wir heute ein. Und wir geben diesen Großeltern, dieser Familie eine Stimme hier in unserem Land. Wir versuchen in Europa, in anderen Ländern, diese Familien und diese Farmer zu unterstützen, indem wir diesen heute beistehen und für sie streiken. Wir wissen nämlich, dass das nicht erhört wird in Indien. Vaheguru Ji ka Khalsa, Vaheguru Ji ki Fateh. Dankeschön. वाहिगुरू जी की फतेह। जय जवान, जय जवान, जय जवान। सारे आए हुए भैन भरावां दा धन्नवाद। साडे वड्डियां ने ना इस मोर्चे ਨੂੰ बड़ा ਪਹਿਲਾਂ ਸ਼ੁਰੂ ਕੀਤਾ ਸੀ। ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਆ ਸੱਚੀ ਸਾਖੀ
किताब नहीं पढ़ी ना, ये किताब नूं एक वारी जरूर पढ़ो। इसे मोर्चे नूं नाम दिता गया सी आनंदपुर साहिब जी दा मत्ता। इन्हूं एक बारी मेरे छोटे भैन भरा वड्डे भैन भरा जिन्हां ने पढ़िया उन्हां नूं पता होवेगा। सरदार कपूर सिंह जी ने ਇਹੋ ਜੋ ਹੱਕਾਂ ਦੀ ਲੜਾਈ ਅਸੀਂ ਅੱਜ ਲੜ ਰਹੇ ਹਾਂ ਇਹਨੂੰ ਬੜੀ ਤਰਤੀਬ ਦੇ ਨਾਲ ਇਸ ਕਿਤਾਬ ਦੇ ਵਿੱਚ ਲਿਖਿਆ ਹੈ। ਜ਼ਰੂਰ ਮੇਰੇ ਭੈਣ ਭਰਾਓ ਇੱਕ ਵਾਰੀ ਟਾਈਮ ਕੱਢ ਕੇ ਇਸ ਕਿਤਾਬ ਨੂੰ ਜ਼ਰੂਰ ਪੜੋ। ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਨਾਲ ਅੱਜ ਤੋਂ ਨਹੀਂ ਬੜੇ ਚਿਰ ਤੋਂ ਹੀ ਆਜ਼ਾਦੀ ਤੋਂ ਬਾਅਦ ਹੀ ਸਾਡੇ ਹੱਕ ਖੋਣੇ ਸ਼ੁਰੂ ਹੋ ਗਏ, ਪਰ ਸ਼ੁਕਰ ਹੈ ਮਾਲਕ ਦਾ ਅਸੀਂ ਜਾਗ ਪਏ। ਹਾਂਜੀ, ਛੋਟੀ ਜੀ ਕਵਿਤਾ ਕਹਿਣ ਚੱਲਿਆ। ਕਹਿੰਦਾ ਫਸਲ ਸੁੱਟ ਬਾਪੂ ਸਾਡਾ ਖਾਲੀ ਮੁੜਿਆ। ਹਰ ਇੱਕ ਚੀਜ਼ ਦਾ ਮੁੱਲ ਪੈਂਦਾ। ਅਸੀਂ ਜ਼ਿਮੀਂਦਾਰਾਂ ਦੇ ਪੁੱਤਰ ਹਾਂ, ਜਦੋਂ ਵੀ ਕਹੀਦਾ ਪਾਪਾ ਕਿੱਥੇ ਗਿਆ ਕਹਿਣਾ ਫਸਲ ਸੁੱਟਣ ਗਿਆ। ਐਦਾਂ ਹੀ ਹੁੰਦਾ ਨਾ ਭਾਈ। ਫਸਲ ਸੁੱਟ ਸਾਡਾ ਬਾਪੂ ਖਾਲੀ ਮੁੜਿਆ, ਉਹ ਸੋਚਾਂ ਵਿੱਚ ਤੁਰਿਆ, ਉਹ ਸੋਚਾਂ ਵਿੱਚ ਪੈਰ ਪੁੱਟਦਾ ਉਸ ਤੋਂ ਜਾਏ ਨਾ ਤੁਰਿਆ, ਉਹ ਸੋਚਾਂ ਵਿੱਚ ਪੈਰ ਪੁੱਟਦਾ ਉਸ ਤੋਂ ਜਾਏ ਨਾ ਤੁਰਿਆ। ਪੁੱਤਰਾਂ ਵਾਂਗੂ ਪਾਲੀਆਂ ਫਸਲਾਂ ਦਿਨ ਰਾਤੀ ਇੱਕ ਕੀਤੇ, ਉਹ ਹਾੜੀ ਚੰਮ ਸਾੜਿਆ, ਹਾੜੀ ਚੰਮ ਸਾੜਿਆ ਸਿਆਲ ਉਹਦੀ ਬੀਤੀ ਸੀਤੇ। ਦੇਸ਼ ਰਜਾਇਆ ਜਿਹਨੇ ਉਹ ਭੁੱਖਾ ਸੁੱਤਾ, ਉਹਨੂੰ ਦਿਨ ਰਾਤ ਵੱਢ ਖਾਂਦਾ ਇਹ ਕਰਜ਼ਾ ਕੁੱਤਾ। ਦੇਸ਼ ਰਜਾਇਆ ਜਿਹਨੇ ਉਹ ਰਾਤੀ ਭੁੱਖਾ ਸੁੱਤਾ, ਉਹਨੂੰ ਦਿਨ ਰਾਤ ਵੱਢ ਖਾਂਦਾ ਇਹ ਕਰਜ਼ਾ ਕੁੱਤਾ। ਕਰਜ਼ੇ ਦੇ ਫਿਕਰਾਂ ਵਿੱਚ ਉਹ ਹੋ ਜਾਏ ਕਮਜ਼ੋਰ, ਉਹ ਬਾਪੂ ਮੇਰਾ ਯੋਰ ਲਾਰਲਾ ਕੰਮ ਕਰਦਾ। ਸਿਰੋਂ ਕਰਜ਼ਾ ਲੈ ਜਾਏ ਬਾਪੂ ਕਰਦਾ ਕੰਮ ਲਾਲਾ ਯੋਰ। ਫਿਕਰਾਂ ਵਿੱਚ ਉਹ ਜਾਏ ਡੁੱਬਦਾ ਹੋਇਆ ਹਾਲੋ ਬੇਹਾਲ, ਉਹ ਦਿਨੋਂ ਦਿਨ ਹੋ ਜਾਵੇ ਡੁੱਬਦਾ ਹੋਇਆ ਹਾਲੋ ਬੇਹਾਲ। ਕਦੇ ਉਹਨੂੰ ਮੌਸਮ ਮਾਰਿਆ, ਕਦੇ ਮਾਰ ਗਈ ਸਰਕਾਰ। ਹੌਲੀ ਹੌਲੀ ਪੈਣੇ ਗਹਿਣੇ ਪੈ ਗਏ ਉਹਦੇ ਚਾਰ ਸਿਆੜ, ਹੌਲੀ ਹੌਲੀ ਗਹਿਣੇ ਪੈ ਗਏ ਉਹਦੇ ਚਾਰ ਸਿਆਰ। ਕਿਸਾਨੀ ਪੁੱਤ ਕਿਸਾਨ ਨੂੰ ਪੁੱਤ ਨਾਲੋਂ ਹੁੰਦੀ ਹੈ ਜ਼ਮੀਨ ਪਿਆਰੀ। ਆਪਣੇ ਹੱਥੀ ਬਾਪੂ ਨੇ ਆਪਣੇ ਹੱਕਾਂ ਦੀ ਬਾਪੂ ਨੇ ਲੈਣ ਲਈ ਦਿੱਲੀ ਵੱਲ ਕਰ ਲਈ ਤਿਆਰੀ। ਜ਼ਮੀਨ ਜੱਟ ਨੂੰ ਹੁੰਦੀ ਹੈ ਪੁੱਤਾਂ ਨਾਲੋਂ ਪਿਆਰੀ। ਆਪਣੇ ਹੱਕ ਲੈਣ ਲਈ ਸਾਡੇ ਬਾਪੂਆਂ ਨੇ ਕਰ ਲਈ ਦਿੱਲੀ ਵੱਲ ਤਿਆਰੀ। ਉਹ ਦਿੱਲੀ ਨੂੰ ਪੰਜਾਬ ਬਣਾਤਾ ਗੋੜਤੀ ਹਾਈਵੇ ਸਾਰੀ। ਕਿਤੇ ਮੱਕੀ ਕਿਤੇ ਕੁਝ ਬੀਜਣ ਡਏ ਨੇ, ਕਿਤੇ ਕੁਝ ਬੀਜਣ ਡਏ ਨੇ। ਉਹਨਾਂ ਦਿੱਲੀ ਨੂੰ ਪੰਜਾਬ ਬਣਾਤਾ ਗੋੜਤੀ ਹਾਈਵੇ ਸਾਰੀ। ਬਾਬੇ ਨਾਨਕ ਦਾ ਲੰਗਰ ਲਾਤਾ, ਬਾਬੇ ਨਾਨਕ ਦਾ ਲੰਗਰ ਲਾਤਾ ਖਾਂਦੀ ਦੁਨੀਆ ਸਾਰੀ। ਅਸੀਂ ਰਹੀਏ ਨਾ ਰਹੀਏ, ਅਸੀਂ ਰਹੀਏ ਨਾ ਰਹੀਏ, ਸਾਡੀਆਂ ਯਾਦਾਂ ਰਹਿਣਗੀਆਂ। ਉਹ ਸਾਡੇ ਬਾਪੂ ਨੇ ਇਸ ਕਿਸਾਨੀ ਅੰਦੋਲਨ ਵਿੱਚ ਹਿੱਸਾ ਪਾਇਆ ਸੀ। ਦੋਸਤੋ ਸਾਡੀਆਂ ਪੁਸ਼ਤਾਂ ਕਹਿਣਗੀਆਂ, ਸਾਡੀਆਂ ਪੁਸ਼ਤਾਂ ਕਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਜਕਾਰੇ ਬੁਲਾਉਣੇ ਆ, ਸਾਥ ਦਿਓ ਜੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਜੈ ਜਵਾਨ, ਜੈ ਜਵਾਨ। ਮੋਦੀ ਕੁੱਤਾ, ਮੋਦੀ ਕੁੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਏ ਹੋਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਆਵਾਜ਼ ਜਿਹੜੀ ਅੱਜ ਅਸੀਂ ਇੱਥੇ ਬੁਲੰਦ ਕਰ ਰਹੇ ਹਾਂ, ਇਹ ਸਿਰਫ ਇੱਥੇ ਲਈ ਨਹੀਂ ਆ। ਇਸ ਆਵਾਜ਼ ਦੀ ਗੂੰਜ ਇੰਡੀਆ ਤੱਕ ਜਾਊਗੀ, ਦਿੱਲੀ ਤੱਕ ਜਾਊਗੀ। ਇਹ ਜੋ ਲੋਕ ਆਪਾਂ ਇੱਥੇ ਇਕੱਠੇ ਹੋਏ ਆ, ਇਹ ਸਾਡੇ ਇਕੱਠੇ ਹੋਣ ਦਾ ਮਕਸਦ ਹੀ ਇਹੀ ਆ ਕਿ ਇਹ ਸਾਡੀ ਆਵਾਜ਼ ਅਸੀਂ ਇੰਡੀਆ ਤੱਕ ਪਹੁੰਚਾਈਏ, ਉਸ ਦਿੱਲੀ ਤੱਕ ਪਹੁੰਚਾਈਏ। ਆਪਣੀ ਹੀ ਆਵਾਜ਼ਾਂ ਦੇ ਨਾਲ ਉਹ ਦਿੱਲੀ ਵੀ ਹਿੱਲੂਗੀ ਤੇ ਉਹ ਸਰਕਾਰ ਨੂੰ ਉਹ ਕਾਲੇ ਕਾਨੂੰਨ ਵੀ ਵਾਪਸ ਲੈਣੇ ਪੈਣਗੇ ਜੋ ਕਿਸਾਨਾਂ ਦੇ ਖਿਲਾਫ ਆ, ਕਿਸਾਨਾਂ ਦੇ ਹੱਕ 'ਚ ਨਹੀਂ ਆ। ਬਸ ਇੰਨਾ ਹੀ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਸਾਡੀ ਬੇਨਤੀ ਆ ਸਾਰਿਆਂ ਦੀ ਆਪਣੀ ਕਿ ਸਾਡੇ ਵੀਰ ਆ ਕੇ ਹਰਿਆਣਵੀ ਨਾਲ ਰਲ ਕੇ ਬਹਿਜਾ ਵਾਹ ਕਰਾਤੀ। ਉਹ ਵੈਸੇ ਹੀ ਪੰਜਾਬ ਹੀ ਆ ਪਹਿਲਾਂ ਦਾ ਵੰਡਿਆ ਹੋਇਆ ਤੇ ਨਜ਼ਾਰਾ ਆ ਗਿਆ। ਕਿੱਡੀਆਂ ਢਿੱਗਾਂ ਹੋਈਆਂ ਤੇ ਕਿੱਡੇ ਟੋਏ ਪੱਟੇ ਐ ਤੇ ਕੀ ਹੋਇਆ। ਉਹਨਾਂ ਕੈਨਾਂ ਦੇ ਨਾਲ ਰੱਖੇ ਤੇ ਉਹਨਾਂ ਨੇ ਹੱਥਾਂ ਦੇ ਨਾਲ ਚੱਕੇ ਪਰੇ ਕਰਤੇ ਉਹਨਾਂ ਦੇ ਨਾਂ ਤੇ ਜੋ ਬੋਲੇ ਸੋ ਨਿਹਾਲ।
ਮਸ਼ੀਨਾਂ ਦੇ ਨਾਲ ਬਣ ਕੇ ਆਈ ਆ ਇਹਨਾਂ ਤੇ ਕੋਈ ਦੂਜੀ ਵਾਰ ਚਾਂਸ ਨਹੀਂ ਸੀ। ਇਹਨਾਂ ਸਾਡੇ ਅੱਗੇ ਇੰਨੀ ਤਾਨਾਸ਼ਾਹੀ ਕਰਤੀ, ਸਾਡੇ ਅੱਗੇ ਇਹ ਥੋਪ ਤਾਂ ਜਿਹੜੇ ਜੱਟਾਂ ਦੇ ਉੱਪਰ ਪਤਾ ਦੇਖੋ ਗੱਲ ਸੁਣੋ, ਆਪਣੀ ਭੈਣ ਹੁੰਦੀ ਆ, ਆਪਣੀ ਘਰ ਵਾਲੀ ਹੁੰਦੀ ਆ, ਆਪਣੀ ਕੁੜੀ ਹੁੰਦੀ ਆ, ਉਹਨੂੰ ਕੋਈ ਮਾੜਾ ਦੇਖ ਜਵੇ ਅਸੀਂ ਵੜ ਦਿੰਦੇ ਫੜ ਕੇ, ਅਸੀਂ ਵੜ ਦਿੰਦੇ ਫੜ ਕੇ। ਤੁਹਾਨੂੰ ਪਤਾ ਤੇ ਇਹਨਾਂ ਨੇ ਸਾਡੀ ਕਿਹਨੂੰ ਹੱਥ ਪਾਇਆ? ਸਾਡੀ ਮਾਂ ਨੂੰ ਹੱਥ ਪਾਇਆ, ਸਾਡੀ ਜ਼ਮੀਨ ਨੂੰ ਹੱਥ ਪਾਇਆ, ਸਾਡੇ ਸਾਰੇ ਕਾਸੇ ਨੂੰ ਹੱਥ ਪਾ ਲਿਆ ਤੇ ਅਸੀਂ ਕਿੱਥੋਂ ਜਿਉਂਦੇ ਰਹਿ ਜਾਗੇ? ਅੱਜ ਅਸੀਂ ਫਸੇ ਬੈਠੇ ਹਾਂ ਇੱਥੇ ਕਰੋਨਾ ਸਿਆਪੇ ਕਰਕੇ। ਅਸੀਂ ਕਦੇ ਉੱਥੇ ਪਹੁੰਚੇ ਹੁੰਦੇ, ਅੱਜ ਉੱਥੇ ਲੱਖਾਂ ਦੀ ਕਰੋੜਾਂ ਜਾਣੇ ਹੋਣੇ ਸੀ। ਪਰ ਕੋਈ ਗੱਲ ਨਹੀਂ, ਅਸੀਂ ਦਿਲੋਂ ਹੁਣ ਵੀ ਉੱਥੇ ਆ, ਅਸੀਂ ਉੱਥੇ ਹੀ ਰਹਾਂਗੇ, ਉੱਥੋਂ ਹੀ ਆਏ ਆ, ਉੱਥੇ ਹੀ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਅਸੀਂ ਇੱਕ ਗਾਣਾ ਮੈਂ ਗੁੱਸੇ ਜਾ ਕੇ ਲਿਖਿਆ ਸੀਗਾ, ਉਹ ਮੈਂ ਮੋਦੀ ਦੇ ਤੰਗ ਬਹੁਤ ਸੀ, ਉਹ ਸਾਰਾ ਗੰਦਾ ਬਹੁਤ ਆ ਮੈਂ ਉਹ ਗਾਉਣੇ ਇੱਕ ਮਿੰਟ ਉਹਨਾਂ ਮੈਂ ਕਿਹਾ ਵੀ ਇੱਕ ਮੈਂ ਸੁਣਾ ਗਾਣਾ ਉਹ ਸਦੀਕ ਦਾ, ਪੁੱਠਾ ਪੰਗਾ ਲੈ ਲਿਆ ਜੱਟੀਏ। ਮੈਂ ਕਿਹਾ ਪੁੱਠਾ ਪੰਗਾ ਸਾਲਾ ਹੁਣੇ ਲਿਆ ਬਾਈ, ਮੈਨੂੰ ਜਦੋਂ ਗਾਣਾ ਫੁਰ ਗਿਆ। ਸੱਚੇ ਪਾਤਸ਼ਾਹ ਨੇ ਕੁਛ ਮਿੰਟਾਂ ਦੇ ਵਿੱਚ ਗਾਣਾ ਲਿਖਾਤਾ ਤੇ ਉਹ ਗਾਣਾ ਮੋਂਟੀ ਨੇ ਇੰਨਾ ਸੋਹਣਾ ਗਾਇਆ ਕਿ ਸਵਾਦ ਆ ਗਿਆ ਬਾਈ। ਉਹ ਤੁਹਾਡੇ ਮੂਹਰੇ ਪੇਸ਼ ਕਰਨ ਲੱਗੇ, ਉਹਦਾ ਨਾਮ ਪੁੱਠਾ ਪੰਗਾ। ਸਨੀ ਨੂੰ ਭੇਜੋ ਆਪਣੇ ਸਾਡਾ ਸਨੀ ਕਿੱਧਰ ਆਪਣੇ। ਹਾਂਜੀ 2 ਕਮੈਂਟ ਨੇ। ਉਸ ਤੋਂ ਪਹਿਲਾਂ ਹਰਿਆਣੇ ਦੇ ਸਾਡੇ ਇਨੀ ਬਹੁਤ ਇਸ ਕੰਮ 'ਚ ਮਦਦ ਕੀਤੀ ਆ। ਅੱਜ ਵੀ ਜਿੰਨੇ ਵੀ ਆ ਮੁੰਡੇ ਸਿਕਿਉਰਿਟੀ ਵਾਲੇ ਆ, ਇਹਦੀ ਟੀਮ ਤੁਰੀ ਫਿਰਦੀ ਆ ਤੇ ਮੈਂ ਚਾਹੂੰਗਾ ਕਿ 1-2 ਕਮੈਂਟ ਨੇ ਉਹ ਕੁਝ ਕਹਿਣ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾ ਨੂੰ, ਛੋਟਿਆਂ ਨੂੰ, ਵੱਡਿਆਂ ਨੂੰ, ਭੈਣ ਜੀਆਂ ਨੂੰ। ਭਾਜੀ ਸਾਰੇ ਥੋੜਾ ਪਿੱਛੇ ਹੋ ਭਾਜੀ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾ ਨੂੰ ਹੱਥ ਜੋੜ ਕੇ ਨਮਸਕਾਰ। ਹਰਿਆਣੇ ਵਾਲੇ ਭਾਈਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਹਰਿਆਣਵੀ अरे भाई राम राम हरियाणा वाले हो। अरे बहुत मेहरबानी सारे इधर पहुंचे तुम। सोनिया सत श्री अकाल राम राम सारे भाइयों ਨੂੰ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਕਿ ਵੀ ਤੁਸੀਂ ਇੱਥੇ ਪਹੁੰਚੇ, ਸਾਨੂੰ ਸਪੋਰਟ ਕੀਤਾ ਔਰ ਤੁਸੀਂ ਇੱਥੇ ਖੜੇ ਹੋ ਸਾਡੇ ਨਾਲ, ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਬਾਕੀ ਮੇਰੇ ਪੰਜਾਬੀ ਨਾਲ ਮੈਂ ਹਾਂਜੀ ਬਹੁਤ ਬਹੁਤ ਮਿਹਰਬਾਨੀ ਸਾਰੇ ਭਰਾ ਦੀ। ਅਸੀਂ ਫਿਰ ਦੁਬਾਰਾ ਇਕੱਠੇ ਹੋਵਾਂਗੇ, ਅਗਲਾ ਪ੍ਰੋਗਰਾਮ ਜਦੋਂ ਕਰਾਂਗੇ ਤੇ ਤੁਹਾਨੂੰ ਪਹਿਲਾਂ ਇਨਫੋਰਮ ਕਰ ਦਿਆ ਜਾਊਗਾ, ਕਿਉਂਕਿ ਬਹੁਤ ਮੇਰੇ ਜਿਹੜੇ ਇੱਥੇ ਭਰਾ ਨਾਲ ਹੈ ਉਹਨਾਂ ਦੀ ਖਾਸ ਤੌਰ ਤੇ ਬੇਨਤੀ ਹੈ ਕਿ ਇੱਕ ਵਾਰੀ ਹੋਰ ਕहीं ਕਰਾਇਆ ਜਾਏ। ਤਾਂ ਅਸੀਂ ਕੋਸ਼ਿਸ਼ ਕਰਾਂਗੇ। ਆਪਣੇ ਵੱਡੇ ਭਰਾ ਹੈਗੇ ਮੰਟੂ ਜੀ, ਬੈਰੀ ਜੀ, ਰੇਸ਼ਮ ਜੀ, ਰਾਜ ਭਾਜੀ, ਇਹਨਾਂ ਨੇ ਪਰਮਿਸ਼ਨ ਲੈ ਕੇ ਆਂਦੀ। ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ। ਕੋਈ ਆਸਾਨ ਕੰਮ ਨਹੀਂ ਸੀ, ਇਹਨਾਂ ਨੇ ਡੋਚੇ ਪੁਲਿਸ ਆਈ ਤੋਂ ਪਰਮਿਸ਼ਨ ਲੈ ਕੇ ਆਂਦੀ ਹੈ ਫॉर ਇੰਸਟਾਲਟਿੰਗ ਵਾਸਤੇ। ਇਹਦਾ ਬਹੁਤ ਬਹੁਤ ਥੈਂਕ। ਹਾਂਜੀ ਨਜਮਾ ਜੀ, ਸਾਰਿਆਂ ਦਾ ਜਿਨ੍ਹਾਂ ਦੇ ਨਾਮ ਮੈਨੂੰ ਨਹੀਂ ਪਤਾ ਉਹਨਾਂ ਦੇ ਵਾਸਤੇ ਸੌਰੀ। ਇਹ ਸਾਰਿਆਂ ਨੇ ਲਈ ਹੈ, ਸਾਰਿਆਂ ਨੇ, ਕਿਸੇ ਨੇ ਇੱਕ ਨਹੀਂ, ਸਾਰਿਆਂ ਨੇ ਚਲੋ ਇਹ ਸਾਰੇ ਭਰਾ ਦਾ ਹੈਗਾ, ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਹੈ ਨਹੀਂ, ਇਹ ਸਾਰੇ ਭਰਾ ਦਾ, ਪੂਰੇ ਇੰਡੀਆ ਦਾ ਆਪਣਾ ਹੈਗਾ। ਇਹਦੇ ਵਿੱਚ ਸਾਰੇ ਭਰਾ ਮਿਲ ਜੁਲ ਕੇ ਯੋਗਦਾਨ ਕਰੋ। ਬਾਕੀ ਮੈਂ ਫਿਰ ਦੁਬਾਰਾ ਰੇਸ਼ਮ ਜੀ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਇੱਜ਼ਤ ਵਾਸਤੇ। जेगा जान छुड़ा के पुट्ठा पंगा ले लिया मोदिया, साड़ी रखती तू अलग जगा के पुट्ठा पंगा ले लिया मोदिया। कितने भज जेगा जान छुड़ा के पुट्ठा पंगा ले लिया मोदिया, साड़ी रखती तू अलग जगा के पुट्ठा पंगा ले लिया मोदिया। छेड़ ले जट पंजाबी, तू हिले होए न मोदिया छेड़ ले जट पंजाबी। हुण सौखी ये गल नहीं रहनी, चलनी पऊ खराबी। जो तू गलती कर ली धोतिया जाऊ रंग विखा के पुट्ठा पंगा ले लिया मोदिया, साडी रखती तू अलग जगा के पुट्ठा पंगा ले लिया मोदिया, साडी रखती तू अलग जगा के पुट्ठा पंगा ले लिया मोदिया।
ਤਾਨਾਸ਼ਾਹੀ ਚੰਗੀ ਭਲੀ ਸੀ ਚੱਲੀ ਜਾਂਦੀ ਤੇਰੀ ਤਾਨਾਸ਼ਾਹੀ ਗਲਤ ਜਗ੍ਹਾ ਤੇ ਪੰਗਾ ਲੈ ਕੇ ਕਰ ਲਈ ਆਪ ਤਬਾਹੀ ਹੁਣ ਨੀ ਇਹ ਪਿੱਛੇ ਹਟਦੇ ਵੇਖ ਲਈ ਜੋਰ ਜਮਾ ਕੇ ਪੁੱਠਾ ਪੰਗਾ ਲੈ ਲਿਆ ਮੋਦੀਆ ਸਾਡੀ ਰੱਖਦੀ ਤੂੰ ਅਲਖ ਜਗਾ ਕੇ ਪੁੱਠਾ ਪੰਗਾ ਲੈ ਲਿਆ ਮੋਦੀਆ ਸਾਡੀ ਰੱਖਦੀ ਤੂੰ ਅਲਖ ਜਗਾ ਕੇ ਪੁੱਠਾ ਪੰਗਾ ਲੈ ਲਿਆ ਮੋਦੀਆ जाएगा तू पढ़ने मोर्चियां तेरी जान है कटनी पै जाएगा तू पढ़ने अग साडी दे मूरे तेरे तन्ने बने सने लवली पंगू वर्गे तेरे छड़ड़ के छोड़ चका के पुठा पंगा ले लिया मोदिया साडी रखती तू अलख जगा के पुठा पंगा ले लिया मोदिया साडी रखती तू अलख जगा के पुठा पंगा ले लिया मोदिया साडी रखती तू अलख जगा के पुठा पंगा ले लिया मोदिया थैंक यू जो बोले सारिया संगतां नूं एक बेनती है भैन नजमा जी ते नाल सारे इन्हां दे साथियां ने जिन्हां ने इन्ना सोहना प्रोग्राम लिखिया हमवर्ग दा नाम विच दर्ज कराता ते जिउंदे वास्ते रहण इन्हां दे नां ते एक जकारा छड्ड दो बोले वाहिगुरू जी का खालसा इत्थों ही पता लगता भी ਜਿਹੜੇ ਜੱਟ ਨੇ ਕਿੰਨੇ ਜ਼ਰੂਰੀ ਹੈ ਕਿਸਾਨੀ ਇਹ ਜਿਹੜੀ ਕਿਸਾਨੀ ਹੈ ਕਿੰਨੀ ਜ਼ਰੂਰੀ ਹੈ ਸਾਰਿਆਂ ਦੇ ਲਈ ਕਿਵੇਂ ਇੰਨਾ ਇਕੱਠ ਹੋਇਆ ਹੰਬਾਈਦਾ ਸਾਡੇ ਨਾਲ ਕਿਤੇ ਹੁੰਦਾ ਨਹੀਂਗਾ ਬਾਕੀ ਮਿੰਟੂ ਹੋ ਗਿਆ ਰੇਸ਼ਮ ਹੋ ਗਿਆ ਬੇਰੀ ਸਾਰੇ ਜਿਹੜੇ ਆਪਣੇ ਭੈਣ ਭਰਾ ਸਾਰੇ ਜਿਹੜੇ ਵੀ ਸਾਰੀਆਂ ਆਪਣੇ ਕੋਈ ਆਪਾਂ ਸਾਰੇ ਜਿਹਨੇ ਵੀ ਆਪਣੀ ਜ਼ਿੰਮੇਵਾਰੀ ਹਾਂਜੀ ਸਾਰੇ ਕਿਸਾਨ ਵਾਸਤੇ ਵੀਰੋ ਭੈਣੋ ਤੇ ਭਰਾਵੋ ਇੱਕ ਵਾਰ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਰਾਜ ਸ਼ਰਮਾ ਜੀ ਇਹਨਾਂ ਦੀ ਬਹੁਤ ਮਿਹਨਤ ਆ ਇਹ ਫਤਿਹ ਤੋਂ ਨਾਲ ਤੁਰੇ ਫਿਰਦੇ ਆ ਸਾਰਾ ਕੰਮ ਇਹਨਾਂ ਦਾ ਕੰਮ ਕਰਿਆ ਹੋਇਆ ਬਾਕੀ ਇੱਕ ਨਾਰਾ ਲਾਉਣ ਲੱਗਿਆ ਸਾਰਿਆਂ ਲਈ ਪਲੀਜ਼ ਕੜੇਲ ਕੱਢ ਦਿਓ ਮੋਦੀ ਦੇ ਕੰਨ ਪਾੜ ਦਿਓ ਕਿਸਾਨ मजदूर एकता जिंदाबाद किसान मजदूर एकता जिंदाबाद वाहिगुरू जी का खालसा हाँ जी साडे कोल 1-2 मिनट ने मेरे वीर अमरजीत सिंह सिद्धू जी हाँ जी थोड़े मैं नाल थोड़ा सारे का धन्यवाद भी करदा जावां मैं पिछे तक ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਗੱਲਾਂ ਹੁਣ ਦੱਸਣ ਦੀਆਂ ਤਾਂ ਹੈ ਨਹੀਂਗਾ ਤੁਹਾਨੂੰ ਸਾਰਿਆਂ ਨੂੰ ਸਾਰੇ ਮੇਰੇ ਵੀਰ ਸਾਰਾ ਕੁਝ ਦੱਸ ਗਏ ਆ ਕਿ ਅਸੀਂ ਕਿਸਾਨ ਸੰਘਰਸ਼ ਦੀ ਹਮਾਇਤ ਦੇ ਵਿੱਚ ਜੋ ਭਾਰਤ ਸਰਕਾਰ ਨੇ ਕਿਸਾਨਾਂ ਦੇ ਪ੍ਰਤੀ ਕਾਲੇ ਕਾਨੂੰਨ ਪਾਸ ਕੀਤੇ ਆ ਉਸ ਦੇ ਵਿਰੋਧ ਦੇ ਵਿੱਚ ਇੱਥੇ ਇਕੱਤਰ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਹਨਾਂ ਸਾਰੇ ਵੀਰਾਂ ਵੱਲੋਂ ਜਿਨ੍ਹਾਂ ਨੇ ਇਹ ਅਰੇਂਜਮੈਂਟ ਕੀਤਾ ਤੇ ਸਾਡੇ ਜਿਹੜੇ ਅੱਜ ਦਾ ਇਹ ਇਕੱਠ ਆ ਇਹ ਭਾਰਤ ਦੀ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਕਰੂਗਾ ਤੇ ਉਹਨਾਂ ਨੂੰ ਇਹ ਤਾਂ ਪਤਾ ਹੈਗਾ ਹੀ ਆ ਕਿ ਹਿੰਦੁਸਤਾਨ ਦੇ ਵਿੱਚ ਸਾਰਾ ਕਿਸਾਨ ਮਜ਼ਦੂਰ ਦੇ ਨਾਲ ਜਿੰਨੇ ਵੀ ਸੰਬੰਧਿਤ ਲੋਕ ਆ ਸਾਰੇ ਇਕੱਠੇ ਹੋ ਕੇ ਦਿੱਲੀ ਨੂੰ ਚਾਰੇ ਪਾਸੇ ਤੋਂ ਘੇਰਾ ਪਾਈ ਬੈਠੇ ਆ ਤੇ ਹੁਣ ਤੁਸੀਂ ਜਿੰਨੇ ਹਿੰਦੁਸਤਾਨ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਸੀਗੇ ਤੁਸੀਂ ਸਾਰਿਆਂ ਨੇ ਹੀ ਆਪਣਾ ਜੋ ਤਨੋਂ ਮਨੋਂ ਤੇ ਧਨੋਂ ਉਸ ਜਥੇਬੰਦ ਕਿਸਾਨਾਂ ਦੇ ਮੋਰਚੇ ਦੀ ਹਮਾਇਤ ਕੀਤੀ ਆ ਤੇ ਇੱਕ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਕੋਈ ਐਸਾ ਦੇਸ਼ ਨਹੀਂ ਰਿਹਾ ਜਿੱਥੋਂ ਕਿ ਤੁਹਾਡੀ ਆਵਾਜ਼ ਮੀਡੀਆ ਦੇ ਰਾਹੀਂ ਮੋਦੀ ਸਰਕਾਰ ਦੇ ਕੰਨਾਂ 'ਚ ਨਾ ਪਈ ਹੋਵੇ ਤੇ ਤੁਹਾਡੇ ਏਕੇ ਨੂੰ ਲੈ ਕੇ ਹੀ ਸਰਕਾਰ ਆ ਜਿਹੜੀ ਉਹ ਹਿੱਲੀ ਆ ਤੇ ਆਸ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਜਿੱਤ ਦੀ ਜਿਹੜੀ ਮੰਜ਼ਿਲ ਆ ਸਾਡੀ ਉਹਦੇ ਤੇ ਪਹੁੰਚ ਜਾਵਾਂਗੇ ਤੇ ਤੁਹਾਡਾ ਇੱਥੇ ਸਾਰਿਆਂ ਦਾ ਪਹੁੰਚਣ ਤੇ ਬਹੁਤ 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 ਧੰਨਵਾਦ
ਤੇ ਮੈਂ ਇੱਕ ਵਾਰੀ 2 ਨਾਰੇ ਲਾਉਂਗਾ ਤੇ ਇਸ ਤੋਂ ਬਾਅਦ ਅਗਲਾ ਪ੍ਰੋਗਰਾਮ ਬਾਈ ਰੇਸ਼ਮ ਸੋਨੀ ਦੱਸਣਗੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਬੋਲੇ ਸੋ ਨਿਹਾਲ। ਮੈਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਾਵਾਂ ਜੋ ਤੁਸੀਂ ਇੰਨੀ ਗਿਣਤੀ ਵਿੱਚ ਇੱਥੇ ਪਹੁੰਚੇ ਹੋ, ਆਪਣਾ ਕੀਮਤੀ ਸਮਾਂ ਕੱਢ ਕੇ। ਤੁਹਾਡੀ ਸਾਰਿਆਂ ਦੀ ਬਹੁਤ ਮਿਹਰਬਾਨੀ। ਤੇ ਹੁਣ ਸਾਡੇ ਇੱਕ ਹਾਂਜੀ, ਹੁਣ ਤੁਹਾਡੀ ਸਾਰਿਆਂ ਦੀ ਮਿਹਰਬਾਨੀ। ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦ ਕਰਦਾ ਮੇਰੀ ਸਾਰੀ ਟੀਮ ਦਾ। ਇਹ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂਗਾ, ਸਾਰੀ ਟੀਮ ਦਾ ਕੰਮ ਹੈ। ਟੀਮ ਵਰਕ ਜੋ ਕੀਤਾ ਇਹਨਾਂ ਸਾਰਾ ਬੀਬੀਆਂ ਦਾ, ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਆਖਰੀ ਜਕਾਰਾ ਬੁਲਾ ਦਿਓ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਜੈ ਜਵਾਨ, ਜੈ ਜਵਾਨ, ਮਜ਼ਦੂਰ ਏਕਤਾ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਬੋਲੇ ਸੋ ਨਿਹਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡਾ ਸਾਥ ਦੇਣ ਵਾਸਤੇ ਸਾਰਿਆਂ ਦਾ ਮਿਹਰਬਾਨੀ। ਹੈਲੋ ਇੱਕ ਜ਼ਰੂਰੀ ਸੋਚਣਾ ਜੀ, ਰੇਸ਼ਮ ਪੜੋਲੀ ਤੇ ਪ੍ਰਮੋਦ ਕੁਮਾਰ ਨੇ ਬੜੀ ਹਿੰਮਤ ਕਰੀ ਆ। ਹਿੰਮਤ ਦਾ ਸਦਕਾ ਆਪਾਂ ਸਾਰੇ ਇਕੱਠੇ ਹੋਏ ਆ। ਇਹਨਾਂ ਦੇ ਨਾਮ ਦੇ ਇੱਕ ਜਕਾਰਾ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਛੱਡੋ।